जीतू थक गया मैं। खड़ जा, किथे भजी जानी है? तेरे बहुत ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਸਕਾ ਟੀਵੀ ਤੇ ਮੈਂ ਸ਼ਾਹੀਨ ਕੋਟਕਪੂਰਾ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬੀ ਫਿਲਮ ਜਗਤ ਦੇ ਵਿੱਚ ਆਏ ਦਿਨ ਨਵੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ, ਨਵੀਆਂ ਫਿਲਮਾਂ ਅਨਾਊਂਸ ਹੋ ਰਹੀਆਂ ਨੇ ਅਤੇ ਵੱਖੋ ਵੱਖਰੇ ਜਿਹੜੇ ਕਨਸੈਪਟਸ ਹੈਗੇ ਨੇ ਉਹਨਾਂ ਨੂੰ ਲਿਆ ਕੇ ਪਹਿਲਾਂ ਕੀ ਹੁੰਦਾ ਸੀਗਾ, ਜਿਹੜੇ ਸੰਜੀਦਾ ਜਿਹੜੇ ਟੌਪਿਕ ਸੀਗੇ ਉਹ ਛੂਹੇ ਜਾਂਦੇ ਸੀ। ਪਰ ਹੁਣ ਕੀ ਹੋ ਰਿਹਾ ਕਿ ਜਿਹੜੇ ਉਹ ਸੰਜੀਦਾ ਟੌਪਿਕਸ ਹੈਗੇ ਨੇ, ਸਬਜੈਕਟਸ ਹੈਗੇ ਨੇ, ਉਹਨਾਂ ਨੂੰ ਪੂਰੇ ਦਾ ਪੂਰਾ ਪੋਰਟਰੇਟ ਕੀਤਾ ਜਾ ਰਿਹਾ ਹੈਗਾ ਫਿਲਮ ਦੇ ਜ਼ਰੀਏ। ਅਤੇ ਅਜਿਹੀ ਇੱਕ ਫਿਲਮ ਜਿਹੜੀ ਅੱਜ ਅਨਾਊਂਸ ਹੋਈ ਹੈਗੀ ਹੈ, ਫਿਲਮ ਦਾ ਨਾਮ ਹੈ ਰੰਝ। ਅਤੇ ਰੰਝ ਜਿਹੜਾ ਸ਼ਬਦ ਟਿਪੀਕਲ ਪੰਜਾਬੀ ਸ਼ਬਦ ਸਾਹਿਤ ਨਾਲ ਜੁੜਿਆ ਹੋਇਆ ਸ਼ਬਦ ਆ। ਅਤੇ ਨਾਲ ਸਾਡੇ ਸਟਾਰ ਕਾਸਟ ਆਦੇਸ਼ ਸਿੱਧੂ ਬਾਈ ਅਤੇ ਏਕਤਾ ਤੁਹਾਡੀ ਮੈਮ, ਸਵਾਗਤ ਹੈ। ਥੈਂਕ ਯੂ ਸੋ ਮਚ। ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਜਿਵੇਂ ਗੱਲ ਕਰੀਏ ਕਿ ਰੰਝ ਸ਼ਬਦ ਟਿਪੀਕਲ ਜਿਹੜਾ ਪੰਜਾਬੀ ਸ਼ਬਦ, ਵੈਸੇ ਜਿਹੜਾ ਸੋਚਿਆ ਜਾਂਦਾ ਹੁੰਦਾ ਕਿ ਜਦੋਂ ਫਿਲਮਾਂ ਦੇ ਨਾਮ ਰੱਖੇ ਜਾਂਦੇ ਆ ਅੱਜ ਕੱਲ੍ਹ, ਤਾਂ ਇਹ ਸੋਚਿਆ ਜਾਂਦਾ ਕਿ ਈਜ਼ੀ ਜਿਹਾ ਨਾਮ ਰੱਖਿਆ ਜਾਵੇ, ਮੂੰਹ 'ਤੇ ਚੜ੍ਹਨ ਵਾਲਾ ਹੋਵੇ। ਤੁਸੀਂ ਸਾਹਿਤ ਨਾਲ ਜੁੜਿਆ ਹੋਇਆ ਸ਼ਬਦ, ਥੋੜ੍ਹਾ ਜਿਹਾ ਡੀਪ ਸ਼ਬਦ ਤੁਸੀਂ ਯੂਜ਼ ਕੀਤਾ, ਕਾਰਨ ਕੀ ਰਿਹਾ? ਹਾਂਜੀ, ਕਿਉਂਕਿ ਜੀ ਇਹ ਜਿਹੜੀ ਫਿਲਮ ਹੈਗੀ ਹੈ ਇਹ ਕੈਰੈਕਟਰ ਦੀ ਇੰਟਰਨਲ ਸਟਰਗਲ ਦੇ ਉੱਤੇ ਹੈਗੀ ਹੈ। ਹਾਂਜੀ, ਜਿਵੇਂ ਇਹਨੂੰ ਕਹਿੰਦੇ ਨੇ ਇੰਗਲਿਸ਼ ਇਹ ਹੈਗਾ ਸਲੋ ਬਰਨ। ਮਤਲਬ ਅੰਦਰ ਜਿਵੇਂ ਪਾਣੀ ਨਹੀਂ ਉਬਾਲੀਦਾ ਹੌਲੀ ਹੌਲੀ, ਪੂਰੀ ਫਿਲਮ 'ਚ ਨਾ ਇਹਦੀ ਇੱਕ ਸਟਰਗਲ ਚੱਲ ਰਹੀ ਹੁੰਦੀ ਹੈ, ਹੌਲੀ 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 ਐਂਡ ਪੁਆਇੰਟ ਆਉਂਦੇ ਇਰਪਸ਼ਨ ਦੇ, ਜਿਵੇਂ ਚਾਹ ਨੂੰ ਉਬਾਲਾ ਦੇਤਾ ਇੱਕਦਮ। ਹਾਂਜੀ, ਸੋ ਉਵੇਂ ਇਹ ਫਿਲਮ 'ਚ ਵੀ ਇਹ ਕੈਰੈਕਟਰ ਦੀ ਜਿਹੜੀ ਇੰਟਰਨਲ ਸਟਰਗਲ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਉਸ ਕਰਕੇ ਵੀ ਲਾਈਕ ਅਸੀਂ ਬਹੁਤ ਸੋਚਿਆ ਕਿ ਫਿਲਮ ਦਾ ਨਾਂ ਕੀ ਰੱਖੀਏ, ਅਤੇ ਸੋਚ ਕੇ ਮਤਲਬ ਕਾਫੀ ਦੇਰ ਲਾ ਕੇ ਰੰਝ ਸੋਚਿਆ ਕਿ ਕੈਰੈਕਟਰ ਦੀ ਸਾਈਕੀ ਨਾਲ ਮੈਚ ਕਰਦਾ ਹੈ ਨਾ। ਇਹ ਜਿਹੜਾ ਕੰਸੈਪਟ ਹੈਗਾ ਕਿਵੇਂ ਗੰਭੀਰ ਤੁਹਾਨੂੰ ਕਿਵੇਂ ਲੱਗਦਾ ਹੈਗਾ ਕਿ ਜਿਹੜਾ ਮੁੱਦਾ ਪੂਰੀ ਦੀ ਪੂਰੀ ਫਿਲਮ ਦਾ ਦਿਖਾਇਆ ਗਿਆ ਹੈਗਾ? ਇਹ 3 ਟੌਪਿਕਸ ਨਾਲ ਡੀਲ ਕਰਦਾ ਜੀ। ਇੱਕ ਤਾਂ ਜਿਵੇਂ ਪੰਜਾਬ 'ਚ ਕੀ ਹੋ ਰਿਹਾ ਕਿ ਜ਼ਮੀਨਾਂ ਟੁੱਟੀ ਜਾਂਦੀਆਂ ਨੇ ਜੀ। ਹਾਂਜੀ, ਐਜੂਕੇਸ਼ਨ ਘੱਟ ਹੈਗੀ ਹੈ ਹਾਲੇ ਕਾਫੀ ਏਰੀਆਜ਼ 'ਚ, ਅਤੇ ਅਨਇੰਪਲੋਇਮੈਂਟ ਵਧੀ ਜਾਂਦੀ ਹੈ। ਤੁਸੀਂ ਇੰਨੇ ਆਰਟੀਕਲਸ ਨੇ ਸਾਰੇ 'ਤੇ, ਮੈਂ ਕੋਈ ਨਵੀਂ ਗੱਲ ਨਹੀਂ ਕਰ ਰਿਹਾ, ਸਾਰਿਆਂ ਨੂੰ ਪਤਾ ਹੈ। ਹਾਂਜੀ, ਸੋ ਪੰਜਾਬੀ ਕੀ ਕਰਦਾ, ਮਾਈਗ੍ਰੇਟ ਕਰਦਾ, ਬਾਹਰ ਜਾਂਦਾ ਹੈ। ਹਾਂਜੀ, ਸੋ ਮਤਲਬ ਜਾਂ ਤਾਂ ਵੱਡੇ ਸ਼ਹਿਰ ਜਾਂਦਾ ਹੈ ਜਾਂ ਬਾਹਰਲੇ ਦੇਸ਼ ਜਾਂਦਾ ਹੈ। ਇੱਕ ਤਾਂ ਹੋ ਗਈ ਯੂ ਡੂਇੰਗ ਇਟ ਆਊਟ ਆਫ ਚੋਇਸ। ਹਾਂਜੀ, ਅਤੇ ਆਪਣੀ ਪੰਜਾਬੀ ਕਮਿਊਨਿਟੀ ਇੰਟਰਨੈਸ਼ਨਲ ਕਮਿਊਨਿਟੀ ਹੈਗੀ ਹੈ ਵੀ ਆਲ ਓਵਰ ਦਾ ਵਰਲਡ, ਬਟ ਪੰਜਾਬ ਵਿੱਚ ਵੀ ਓਪਰਚੁਨਿਟੀਜ਼ ਹੋਣੀਆਂ ਚਾਹੀਦੀਆਂ ਹੈ ਨਾ। ਉਹ ਓਪਰਚੁਨਿਟੀਜ਼ ਪੰਜਾਬ ਵਿੱਚ ਵੀ ਹੋਣੀਆਂ ਚਾਹੀਦੀਆਂ। ਅਤੇ ਕਾਫੀ ਲੋਕ ਨੇ ਜਿਨ੍ਹਾਂ ਨੇ ਬਾਹਰ ਨਹੀਂ ਜਾਣਾ, ਆਪਦੇ ਏਰੀਆ 'ਚ ਹੀ ਕੰਮ ਕਰਨਾ, ਫਿਰ ਤੁਸੀਂ ਕੀ ਕਰੋਗੇ? ਸੋ ਇਹ ਕੈਰੈਕਟਰ ਮਤਲਬ ਘਰੇ ਮਤਲਬ ਇੰਨੀ ਓਪਰਚੁਨਿਟੀਜ਼ ਘੱਟ ਨੇ, ਜ਼ਮੀਨ ਰਹੀ ਨਹੀਂ ਜਿਵੇਂ ਦਾਦੇ ਕੋਲ ਹੋਣੀ ਹੈ, ਠੀਕ ਹੈ, ਕਰਨ ਨੂੰ ਕੁਛ ਹੈ ਨਹੀਂ, ਅਤੇ ਮਾਂ ਪਿਓ ਕਹਿੰਦੇ ਤੂੰ ਬਾਹਰ ਜਾ ਕੇ ਕੰਮ ਕਰ, ਪਰ ਇਹਦਾ ਜੀ ਨਹੀਂ ਲੱਗਦਾ ਬਾਹਰ ਜਾ ਕੇ, ਇਹ ਆਪਦੇ ਏਰੀਆ 'ਚ ਹੀ ਰਹਿਣਾ ਚਾਹੁੰਦਾ। ਸੋ ਬੈਕਡਰੋਪ 'ਤੇ ਪੰਜਾਬ ਦੀ ਸਿਚੁਏਸ਼ਨ ਬਾਰੇ ਗੱਲ ਕਰਦੇ ਹਾਂ। ਫਿਰ ਆਪਾਂ ਗੱਲ ਕਰਦੇ ਹਾਂ ਮਾਈਗ੍ਰੇਸ਼ਨ ਬਾਰੇ, ਜਿਵੇਂ ਆਪਾਂ ਬਾਹਰ ਜਾਂਦੇ ਹਾਂ। ਫਿਰ ਗੱਲ ਹੁੰਦੀ ਏਲੀਨੇਸ਼ਨ ਬਾਰੇ ਕਿ ਮਤਲਬ ਆਪਾਂ ਆਈਸੋਲੇਟਡ ਫੀਲ ਕਰਦੇ ਹਾਂ, ਮਤਲਬ ਆਪਣੀ ਫੈਮਿਲੀ ਨਾਲ ਨਹੀਂ ਹੈਗੀ, ਠੀਕ ਹੈ, ਯਾਰ ਦੋਸਤ ਹੈ ਨਹੀਂ, ਫਿਰ ਤੁਹਾਨੂੰ ਕਮਿਊਨਿਟੀ ਬਿਲਡ ਕਰਨੀ ਪੈਂਦੀ ਹੈ। ਹੁਣ ਉੱਤੋਂ ਇਹ ਕੈਰੈਕਟਰ ਹੈਗਾ ਇੰਟਰੋਵਰਟ, ਆਪਦੇ 'ਚ ਹੀ ਰਹਿੰਦਾ, ਇਹਨੂੰ ਹੋਰ ਪ੍ਰੋਬਲਮ ਹੁੰਦੀ ਹੈ। ਹਾਂਜੀ, ਸੋ ਇਹ ਤਾਂ ਕੈਰੈਕਟਰ ਦੀ ਗੱਲ ਹੋ ਗਈ, ਬਟ ਇਹ ਫਿਨੋਮੀਨਾ ਹਰ ਥਾਂ 'ਤੇ ਹੈਗੇ ਆ ਕਾਫੀ। ਤੁਸੀਂ ਦਿੱਲੀ ਜਾਓਗੇ, ਬੰਬੇ ਜਾਓਗੇ ਨਾ, ਕਾਫੀ ਲੋਕ ਨੇ ਇਕੱਲਾਪਨ ਉਹਨਾਂ ਨੂੰ ਬਹੁਤ ਮਹਿਸੂਸ ਹੁੰਦਾ, ਫੈਮਿਲੀ ਨਹੀਂ ਹੁੰਦੀ। ਉਹ ਕਿਵੇਂ ਮਤਲਬ ਉਹਨਾਂ ਨਾਲ ਉਹਨਾਂ ਦੇ ਕਿਹੜੇ ਐਕਸਪੀਰੀਅੰਸਿਸ ਹੁੰਦੇ ਆ, ਉਹ ਸਾਰਾ ਮਤਲਬ ਕੈਰੈਕਟਰ ਦੇ ਨਾਲ ਦਿਖਾਇਆ ਗਿਆ। ਹਾਂਜੀ ਹਾਂਜੀ। ਏਕਤਾ ਜੀ, ਤੁਹਾਡੇ ਤੋਂ ਸਵਾਲ ਹੈ ਕਿ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਕਿ ਮੁਕਤਸਰ ਤੋਂ ਤੁਸੀਂ ਬਿਲੋਂਗ ਕਰਦੇ ਹੈਗੇ ਹੋ, ਹੈ ਨਾ, ਅਤੇ ਮੁਕਤਸਰ ਮੇਰੇ ਵੀ ਨਾਨਕੇ ਹੈਗੇ ਨੇ, ਮੈਂ ਵੀ ਉੱਥੇ ਬਿਲੋਂਗ ਕਰਦਾ, ਕੋਟਕਪੂਰੇ ਦਾ ਮੈਂ ਰਹਿਣ ਵਾਲਾ। ਅੱਜ ਜਿਹੜਾ ਤੁਹਾਡਾ ਸਫ਼ਰ ਰਿਹਾ ਮੁਕਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਦਾ, ਉਸ ਸਫ਼ਰ ਦੇ ਵਿੱਚ ਜਿਵੇਂ ਮੂਵੀ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਰੁਜ਼ਗਾਰ ਦੀ ਭਾਲ ਦੇ ਲਈ ਜਾਂ ਰੁਜ਼ਗਾਰ ਦੀ ਤਲਾਸ਼ ਦੇ ਲਈ, ਚੰਗੇ ਭਵਿੱਖ ਲਈ ਅਸੀਂ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਹਾਂ। ਤੁਹਾਡਾ ਸਫ਼ਰ ਕਿਵੇਂ ਬਣਿਆ ਮੁਕਤਸਰ ਤੋਂ ਚੰਡੀਗੜ੍ਹ ਤੱਕ? ਮੇਰਾ ਸਫ਼ਰ ਐਕਚੁਅਲੀ ਇਟਸ ਨਾਟ ਅਬਾਊਟ ਮਾਈ ਇੰਪਲੋਇਮੈਂਟ ਔਰ ਐਨੀਥਿੰਗ। ਮੈਂ ਸਿਰਫ 10th ਤੱਕ ਸਕੂਲਿੰਗ ਹੀ ਮੁਕਤਸਰ ਤੋਂ ਕੀਤੀ, ਉਸ ਤੋਂ ਬਾਅਦ ਮੈਂ ਬਾਹਰ ਹੀ ਰਹੀ ਹਾਂ। ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਤੱਕ ਚੰਡੀਗੜ੍ਹ ਤੋਂ ਹੀ ਕੀਤੀ ਹੈ, ਐਂਡ ਵੀ ਆਰ ਰਿਸਾਈਡਿੰਗ ਇਨ ਮੋਹਾਲੀ ਇਟਸੈਲਫ ਨਾਓ। ਫੈਮਿਲੀ ਵੀ ਇੱਥੇ ਹੀ ਹੈ, so it's not a struggle or nothing like that. It's just a journey. I completed my education. I started a job with Central Forensic Science Department. Then eventually I found that I just want to explore acting, so that I joined theatre with friends, like a hobby only. Then I started to get work as main lead, so I had to go for rehearsals for longer durations. Meena rehearsal chalti hai, 2 mahine chalti hai. And I quitted job and completely declined towards the acting thing. So it was for me it was like that.
So approaching to Ranj was a part of that theatre journey only. ਅਗਲਾ ਸਵਾਲ ਉਹੀ ਲੈਣ ਵਾਲਾ ਸੀਗਾ ਕਿ ਮੈਂ ਜਿਹੜੇ ਰੰਜ ਨਾਲ ਸਾਂਝ ਕਿਵੇਂ ਪਈ ਹੈ? Theatre eventually worked well for that, because this team especially, they didn't want like a name thing or a star cast thing. They were very much particular about their casts ke character pe they were focusing. So they wanted somebody who must be trained. First thing is that, so Sunit sir didn't want to train the actor about, है ना. So other thing was they were very specific about the accent of the character. So because चाहे मैं 10th तक ही मुक्तसर रही, पर जब मैं पंजाबी बोलूँगी तो accent वही निकलेगा. So that was a demand of the character. So that way I just got in touch with them. ਆਦੇਸ਼ ਜੀ, ਜਿਹੜੀ ਮੁੱਦਿਆਂ ਦੀ ਜਦੋਂ ਗੱਲ ਕਰਦੇ ਹਾਂ, ਸੰਜੀਦਾ ਮੁੱਦਿਆਂ ਦੀ ਜਦੋਂ ਗੱਲ ਕਰਦੇ ਹੈਗੇ ਹਾਂ, ਤਾਂ ਐਜ਼ ਏ ਐਕਟਰ ਜ਼ਰੂਰ ਅਸੀਂ ਨਿਖਰਦੇ ਹੈਗੇ ਹਾਂ. ਹੋਰ ਸਾਨੂੰ ਉਹਦੇ ਵਿੱਚ ਸਾਡੇ ਕੋਲੋਂ ਨਿਕਲਦੀਆਂ ਹੈਗੀਆਂ ਚੀਜ਼ਾਂ ਸੈੱਟ ਦੇ ਉੱਤੇ, ਲਾਈਫ ਦੇ ਵਿੱਚੋਂ ਸਿੱਖਣ ਨੂੰ ਮਿਲਦੀਆਂ ਹੈਗੀਆਂ. ਪਰ ਜੀ ਬਿਲਕੁਲ. ਪਰ ਜਦੋਂ ਐਜ਼ ਏ ਪ੍ਰੋਡਿਊਸਰ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ, ਤਾਂ ਕੁਛ ਜਿਹੜੇ ਇਹੋ ਜਿਹੇ ਕਨਸੈਪਟਸ ਹੁੰਦੇ ਆ, ਤਾਂ ਡਰ ਹੁੰਦਾ ਮਨ ਦੇ ਵਿੱਚ ਕਿ ਇਹੋ ਜਿਹੇ, ਹਾਂ ਬਿਲਕੁਲ, ਕਿਉਂਕਿ ਐਜ਼ ਕੰਪੇਅਰ ਟੂ ਜਿਹੜੇ ਕਮਰਸ਼ੀਅਲ ਜਿਹੜੀਆਂ ਹੋਰ ਚੀਜ਼ਾਂ ਆ ਰਹੀਆਂ ਹੈਗੀਆਂ ਉਹਨਾਂ ਦੇ ਮੁਕਾਬਲੇ, ਤਾਂ ਤੁਹਾਨੂੰ ਕੋਈ ਡਰ ਨਹੀਂ ਲੱਗਿਆ? ਜੀ ਜਦੋਂ ਡਿਸਾਈਡ ਹੀ ਕਰ ਲਿਆ ਸੀ ਨਾ ਕਿ ਫਿਲਮ ਬਣਾਉਣੀ ਹੈ, ਫਿਰ ਪੂਰੇ ਮਤਲਬ ਜੀ ਜਾਨ ਨਾਲ ਕਿ ਇਹਨੂੰ ਜਿਹੜੀ ਮਤਲਬ ਲੋਕਾਂ ਤੱਕ ਲੈ ਕੇ ਜਾਣੀ ਹੈ ਫਿਲਮ, ਉਹ ਮਤਲਬ ਥੋਟ ਆ ਸਕਦੀ ਹੈ ਕਿ ਜੀ ਕਿ ਕੀ ਕਰੂਗੀ ਮਾਰਕੀਟ ਵਿੱਚ ਐਂਡ ਆਲ ਦੈਟ. ਪਰ ਜਦੋਂ ਇੱਕ ਵਾਰੀ ਡਿਸਾਈਡ ਹੀ ਕਰ ਲਿਆ ਕਿ ਇਹ ਫਿਲਮ ਬਣਾਉਣੀ ਹੈ ਤੇ ਪੂਰਾ ਦਿਲੋਂ ਦਿਮਾਗ ਨਾਲ ਅਸੀਂ ਸੋਚ ਕੇ ਇਹ ਫਿਲਮ ਬਣਾਈ ਹੈ, ਤਾਂ ਹੁਣ ਇਹਨੂੰ ਰਿਲੀਜ਼ ਕਰਕੇ ਵੀ ਵੁੱਡ ਵਾਂਟ ਕਿ ਆਡੀਅנס ਵੇਖੇ, ਬਿਕੋਜ਼ ਆਡੀਅנס ਰਿਲੇਟ ਕਰੂਗੀ ਜੀ ਇਸ ਫਿਲਮ ਨਾਲ. ਆਡੀਅנס ਨੂੰ ਕੁਐਸਚਨਸ ਹੋਣਗੇ, ਅੱਡ ਕੁਐਸਚਨਸ ਹੋਣਗੇ. ਸੋ ਵੀ ਜਸਟ ਹੋਪਿੰਗ ਕਿ ਮਤਲਬ ਪੀਪਲ ਗੋ ਐਂਡ ਟਾਕ ਅਬਾਊਟ ਦ ਫਿਲਮ, ਡਿਸਕਸ ਦ ਫਿਲਮ. ਇੱਕ ਹੋ ਗਿਆ ਵੇਖਣਾ, ਇੱਕ ਡਿਸਕਸ਼ਨਸ ਆਫਟਰ ਦੈਟ ਆਲਸੋ, ਕਿਉਂਕਿ ਵੀ ਟਾਕ ਅਬਾਊਟ ਅ ਫਿਊ ਥਿੰਗਸ, ਨਾਟ ਜਸਟ ਵਨ. ਇੱਕ ਲੀਨੀਅਰ ਸਟੋਰੀ ਨਹੀਂ ਹੈ ਕਿ ਜੀ ਆਹ ਹੋ ਗਿਆ, ਫਿਰ ਉਹ ਹੋ ਗਿਆ, ਫਿਰ ਉਹ ਹੋ ਗਿਆ, ਥੋੜ੍ਹਾ ਜਿਹਾ ਐਂਗਲ ਪਾਤਾ, ਮਤਲਬ ਲੇਅਰਡ ਸਟੋਰੀ ਹੈਗੀ ਆ, ਉਸ ਕਰਕੇ. ਹਾਂਜੀ, ਇਸ ਫਿਲਮ ਦੇ ਵਿੱਚ ਜਿਵੇਂ ਟ੍ਰੇਲਰ ਦੇ ਵਿੱਚ ਵੀ ਦਿਖਾਇਆ ਗਿਆ, ਜਿੰਨਾ ਕੁ ਝਲਕ ਦਿਖਦੀ ਹੈਗੀ ਆ, ਤਾਂ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿ ਚਲੋ ਪਿੰਡਾਂ ਤੋਂ ਅਸੀਂ ਆ ਗਏ ਹਾਂ ਸ਼ਹਿਰਾਂ ਦੇ ਵਿੱਚ, ਪਰ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਉਸ ਲੈਵਲ ਦੀ ਚੀਜ਼ ਜਾਂ ਉਸ ਲੈਵਲ ਦਾ ਕਾਰੋਬਾਰ, ਉਸ ਲੈਵਲ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਹੈ. ਤਾਂ ਇੱਕ ਤਰੀਕੇ ਦਾ ਉਹ ਵੀ ਪ੍ਰਵਾਸੀ, ਜ਼ਿਆਦਾਤਰ ਕਿਉਂਕਿ ਆਪਾਂ ਪ੍ਰਵਾਸੀ ਕਹਿ ਦਿੰਦੇ ਹਾਂ ਜਿਹੜਾ ਦੇਸ਼ ਤੋਂ ਬਾਹਰ ਚਲਾ ਗਿਆ, ਪਰ ਜਿਹੜਾ ਘਰੋਂ ਬਾਹਰ ਨਿਕਲ ਗਿਆ ਉਹਦਾ ਵੀ ਪ੍ਰਵਾਸ ਹੀ ਹੈ ਨਾ. ਤਾਂ ਕੀ ਮੰਨਦੇ ਹੋ ਕਿ ਇੱਥੇ ਹੈਗੀ ਘੱਟ ਓਪਰਚੁਨਿਟੀਜ਼ ਨੇ? ਦੇਖੋ ਜੀ, ਹਰ ਸਟੋਰੀ ਸਕਸੈਸ ਸਟੋਰੀ ਤਾਂ ਹੁੰਦੀ ਨਹੀਂ, ਠੀਕ ਹੈ ਜੀ. ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਕੰਮ ਕਰਨ ਵਾਸਤੇ ਆਪਦੇ ਆਪ, ਉਹ ਬਹੁਤ ਡਿਫਰੈਂਟ ਚੀਜ਼ ਹੁੰਦੀ ਹੈ. ਬਟ ਕਾਫੀ ਲੋਕ ਆਪਦੇ ਏਰੀਆ 'ਚ ਰਹਿਣਾ ਚਾਹੁੰਦੇ ਆ, ਅਤੇ ਜੇ ਉੱਥੇ ਓਪਰਚੁਨਿਟੀਜ਼ ਵੱਧ ਜਾਣ ਤਾਂ ਓਬਵੀਅਸਲੀ ਉਹ ਆਪਦੇ ਏਰੀਆ 'ਚ ਹੀ ਰਹਿਣਗੇ. ਫਿਰ ਹੁਣ ਲਾਈਕ ਟੇਕ ਫੋਰ ਐਗਜ਼ਾਮਪਲ, ਮੈਂ ਵੀ ਬੰਬੇ ਰਹਿਣਾ ਕਿਉਂਕਿ ਮੈਂ ਹਿੰਦੀ 'ਚ ਵੀ ਕੰਮ ਕਰਨਾ ਹੈ. ਸਟਿਲ ਦੇਰ ਇਜ਼ ਅ ਚੋਇਸ, ਬਟ ਦੇਰ ਆਰ ਪੀਪਲ ਜਿਨ੍ਹਾਂ ਕੋਲੋਂ ਚੋਇਸ ਨਹੀਂ ਹੁੰਦੀ, ਠੀਕ ਹੈ ਜੀ. ਉਹਨਾਂ ਨੇ ਆਪਦੀ ਰੋਜ਼ੀ ਰੋਟੀ ਕਮਾਉਣੀ ਹੁੰਦੀ ਹੈ, ਠੀਕ ਹੈ ਜੀ. ਜਿਵੇਂ ਕਿ ਅੱਜ ਜ਼ਮੀਨਾਂ ਟੱਟ ਗਈਆਂ, ਕਮਾਉਣਾ ਤਾਂ ਹੈਗਾ, ਫੈਮਲੀਜ਼ ਵੱਧ ਰਹੀਆਂ ਨੇ, ਤੁਸੀਂ ਕੀ ਕਰੋਗੇ, ਠੀਕ ਹੈ. ਤਾਂ ਉਹਦੇ ਕਰਕੇ ਲੋਕ ਬਾਹਰ ਜਾਂਦੇ ਨੇ. ਪਰ ਮਤਲਬ ਕਿਵੇਂ ਕਹਿ ਸਕਦੇ ਹੋ ਕਿ ਸਕਸੈਸ ਸਟੋਰੀ ਹੋ ਗਈ? ਇੰਨਾ ਸੌਖਾ ਹੁੰਦਾ ਤਾਂ ਇੱਕ ਤਾਂ ਜੀ ਮੈਂ ਜਿਵੇਂ ਤੁਸੀਂ ਥੀਏਟਰ ਵੀ ਕਰਦੇ ਰਹੇ ਹੈਗੇ ਹੋ, ਅਤੇ ਅੱਜ ਦਾ ਜਿਹੜਾ ਪਹਿਲਾਂ ਜ਼ਿਆਦਾਤਰ ਆਡੀਅנס ਵੱਲੋਂ ਵੀ ਇਹੀ ਡਿਮਾਂਡ ਦਿੱਤੀ ਜਾਂਦੀ ਸੀ ਕਿ ਹਾਂ ਕੋਈ ਨੌਨ ਚਿਹਰਾ ਲਿਆਂਦਾ ਜਾਵੇ, ਨੌਨ ਪਰਸਨੈਲਿਟੀ ਹੋਵੇ, ਸਿੰਗਰ ਹੋਵੇ, ਰਾਈਟਰ ਹੋਵੇ, ਕੁਛ ਵੀ ਹੋਵੇ, ਨੌਨ ਹੋਵੇ. ਪਰ ਜਿਹੜਾ ਅੱਜ ਦਾ ਜਿਹੜਾ ਸਮਾਂ ਹੈਗਾ, ਅੱਜ ਸਬਜੈਕਟਸ ਨੂੰ ਪਸੰਦ ਕੀਤਾ ਜਾ ਰਿਹਾ ਹੈਗਾ, ਕਿਰਦਾਰਾਂ ਨੂੰ ਪਸੰਦ ਕੀਤਾ ਜਾ ਰਿਹਾ, ਨਾ ਕਿ ਜਿਹੜੇ ਆਲਰੇਡੀ ਨੌਨ ਚਿਹਰੇ ਨੇ ਉਹਨਾਂ ਨੂੰ. ਤਾਂ ਤੁਸੀਂ ਕੀ ਮੰਨਦੇ ਹੋ, ਇਹ ਚੀਜ਼ ਜਿਹੜੀ ਬਦਲਾਅ ਆਇਆ ਹੈਗਾ ਸਾਡੀ ਪੰਜਾਬੀ ਫਿਲਮ ਜਗਤ ਦੇ ਵਿੱਚ, ਆਡੀਅנס ਵੱਲੋਂ ਵੀ ਜਿਹੜਾ ਬਦਲਾਅ ਆਇਆ ਹੈਗਾ, ਉਹਨੂੰ ਕਿਵੇਂ ਦੇਖਦੇ ਹੋ ਸਾਡੀ ਫਿਲਮ ਇੰਡਸਟਰੀ ਦੇ ਲਈ? ਉਸ ਬਦਲਾਅ ਨੇ ਹੀ ਆਈ ਥਿੰਕ ਇਹ ਕਰੇਜ ਦਿੱਤੀ ਹੈ ਕਿ ਅਸੀਂ ਫਿਲਮ ਜਿਸ ਤਰ੍ਹਾਂ ਹੁਣ ਇਹ ਟੀਮ ਲੈ ਕੇ ਆਈ ਹੈ, ਓਨਲੀ ਦੈਟ ਚੇਂਜ ਆਡੀਅנס, ਦ ਟੇਸਟ ਆਡੀਅנס ਹੈਵ ਚੇਂਜਡ ਵਿਦ, ਕਿ ਅਸੀਂ ਹੁਣ ਇਹ ਵੀ ਟਰਾਈ ਕਰਨਾ. ਅਸੀਂ ਬੋਰ ਹੋ ਗਏ ਹੁਣ ਇਸ ਚੀਜ਼ ਤੋਂ, ਜਾਂ ਇਹੀ ਚੀਜ਼ ਨਹੀਂ, ਜਾਂ ਐਕਟਿੰਗ 'ਚ ਦਮ ਹੋਣਾ ਚਾਹੀਦਾ, ਜਾਂ ਸਕਰੀਨ ਪਲੇ ਵਧੀਆ ਹੋਣਾ ਚਾਹੀਦਾ. ਸੋ ਬਿਕਾਜ਼ ਆਫ ਦਾ ਅਵੇਅਰਨੈਸ ਆਫ ਦਾ ਆਡੀਅנס, ਹੁਣ ਆਡੀਅנס ਬਹੁਤ ਅਵੇਅਰ ਹੈ. ਦੇ ਯੂਜ਼ ਟੂ, ਹੁਣ ਤੁਸੀਂ ਦੇਖਿਓ ਕਿ ਪਹਿਲਾਂ ਆਪਾਂ ਪੁਰਾਣੀਆਂ ਫਿਲਮਾਂ ਦੇਖੀ, ਹੁਣ ਕਈ ਵਾਰੀ ਹਾਸਾ ਆ ਜਾਂਦਾ ਹੈ ਕਿ ਕੰਟੀਨਿਊਟੀ ਐਰਰਸ ਹੁੰਦੇ ਆ, ਕੋਈ ਕੁਛ ਹੁੰਦਾ. ਨਾਓ ਦਾ ਆਡੀਅנס ਵਿਲ ਪਿਕ ਇਟ ਇਨ ਜਸਟ ਵਨ ਸਾਈਟ ਕਿ ਉਹ ਆਹ ਗਲਤ ਕੀਤਾ, ਹੁਣੇ ਤਾਂ ਇੱਦਾਂ ਹੋ ਗਿਆ ਸੀ. ਸੋ ਟੈਕਨੀਕਲੀ ਸਟਰੋਂਗ ਹੁਣ ਪ੍ਰੋਜੈਕਟਸ ਦੇਖਦਾ ਹਰ ਕੋਈ ਚਾਹੁੰਦਾ, ਨੋਟ ਜਸਟ ਯੂਥ. ਮੈਂ ਦੇਖਿਆ ਕਿ ਹੁਣ ਬਜ਼ੁਰਗ ਵੀ ਕਹਿੰਦੇ ਹੈਗੇ ਕੁਛ, ਜੋ ਐਲਡਰਸ ਵੀ ਹੈ ਨਾ, ਉਹ ਵੀ ਭਾਲਦੇ ਕਿ ਕੁਛ ਨਵਾਂ ਹੋਵੇ, ਕਿ ਹਾਂ ਹੁਣ ਅੱਜ ਕੱਲ੍ਹ ਤਾਂ ਬਹੁਤ ਵਧੀਆ ਕੁਛ ਹੁੰਦਾ. ਐਂਡ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਇਹ ਚੇਂਜ ਵੇਖਣ ਨੂੰ ਮਿਲ ਰਿਹਾ.
ਮੈਂ ਹੁਣ ਇੱਕ ਰੀਸੈਂਟ ਫਿਲਮ ਆਈ ਸੀ, ਆਈ ਡੋਂਟ ਰਿਮੈਂਬਰ ਦ ਟਾਈਟਲ, ਉਹਦੇ 'ਚ ਕੋਈ ਸਟਾਰ ਕਾਸਟ ਨਹੀਂ ਸੀ, ਕੋਈ ਨੋਨ ਫੇਸ ਨਹੀਂ ਸੀ, ਬਟ ਇਟ ਵੈਂਟ ਫॉर ਅ ਕਪਲ ਆਫ ਵੀਕਸ ਇਨ ਦ ਥੀਏਟਰਸ, 5-6 ਵੀਕ ਚੱਲੀ। ਆਈ ਟੂ ਵੈਂਟ ਵਿਦ ਮਾਈ ਫੈਮਿਲੀ ਟੂ ਵਾਚ दैट ਫਿਲਮ। ਸੋ ਪੀਪਲ ਲਾਈਕ दैट ਮੂਵੀ। ਕੋਈ ਸਟਾਰ ਕਾਸਟ ਨਹੀਂ ਸੀ, ਬਸ ਇੱਕ ਸਟਰੋਂਗ ਕਨਸੈਪਟ ਸੀ ਤੇ ਬਹੁਤ ਅੱਛੀ ਐਕਟਿੰਗ ਸੀ, ਬਹੁਤ ਵਧੀਆ ਸਕਰੀਨ ਪਲੇ ਸੀ। दैट वर्कड। ਸੋ ਵੀ ਹੋਪ ਦ ਸੇਮ ਫॉर द ਰੰਜ ਆਲਸੋ। ਇਸ ਜਿਹੜੇ ਬਦਲਾਅ ਨੇ, ਅਸੀਂ ਵੀ ਇਹ ਕਹਿੰਦੇ ਕਿ ਜਿਹੜਾ ਇਹ ਬਦਲਾਅ ਆਇਆ ਹੈਗਾ ਆਡੀਅנס ਦੇ ਟੇਸਟ ਦੇ ਵਿੱਚ ਵੀ, ਪ੍ਰੋਡਿਊਸਰਸ ਦੇ ਟੇਸਟ ਦੇ ਵਿੱਚ ਵੀ, ਫਿਲਮਾਂ ਦੇ ਸਬਜੈਕਟਸ ਨੂੰ ਲੈ ਕੇ ਉਹਨਾਂ ਦੇ ਟੇਸਟ ਦੇ ਵਿੱਚ ਵੀ ਇਸ ਬਦਲਾਅ ਨੇ ਜਿਹੜੇ ਥੀਏਟਰ ਨਾਲ ਜੁੜੇ ਹੋਏ ਕਹਿ ਸਕਦੇ ਹੈਗੇ ਆ ਕਿ ਬਹੁਤ ਸਮੇਂ ਤੋਂ ਮਿਹਨਤਾਂ ਚੱਲ ਰਹੀਆਂ ਨੇ, ਬਹੁਤ ਸਮੇਂ ਤੋਂ ਐਕਟਿੰਗ ਤੇ ਸਕਿੱਲਸ ਤੇ ਕੰਮ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਰੁਜ਼ਗਾਰ ਦੀ ਕੰਮ ਦੀ ਘਾਟ ਸੀਗੀ। ਪਰ ਇਸ ਜਿਹੜਾ ਬਦਲਾਅ ਹੈਗਾ ਉਹ ਕੰਮ ਜ਼ਰੂਰ ਲੈ ਕੇ ਆਊਗਾ ਸਾਰਿਆਂ ਦੇ ਲਈ, ਹੈ ਨਾ ਜੀ। ਤਾਂ ਇੱਕ ਮੇਰਾ ਹੋਰ ਸਵਾਲ ਮੂਵੀ ਦੇ ਜਿਹੜਾ ਰੰਜ ਦੇ ਨਾਲ ਰਿਲੇਟਡ, ਕਿ ਇਸ ਫਿਲਮ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਮਿਊਜ਼ਿਕ ਜਾਂ ਸੌਂਗ ਨਹੀਂ ਕੋਈ ਹੈਗਾ, ਜ਼ਿਆਦਾਤਰ ਜਿਹੜਾ ਮੰਨਿਆ ਜਾਂਦਾ ਹੈਗਾ ਫਿਲਮ ਜਗਤ ਦੇ ਵਿੱਚ ਕਿ ਜਿਹੜੇ ਗੀਤ ਹੁੰਦੇ ਹੈਗੇ ਨੇ ਉਹ ਮੁੱਖ ਭੂਮਿਕਾ ਨਿਭਾਉਂਦੇ ਆ ਫਿਲਮ ਨੂੰ ਤੋਰਨ ਲਈ, ਫਿਲਮ ਨੂੰ ਜ਼ਿਆਦਾ ਵਾਇਰਲ ਕਰਨ ਦੇ ਲਈ। ਤਾਂ ਇਹਦੇ ਵਿੱਚ ਨਾ ਹੋਣ ਦਾ ਕੀ ਰੀਜ਼ਨ ਹੈ? ਇਟ ਵਾਜ਼ ਅਬਾਊਟ ਹਾਊ ਸੁਨੀਤ ਸਰ ਵਾਂਟਡ ਟੂ ਟ੍ਰੀਟ ਦ ਫਿਲਮ, ਠੀਕ ਹੈ ਜੀ। ਉਹ ਇੱਕ ਬਿਕੋਜ਼ ਕੈਰੈਕਟਰ ਡਰਿਵਨ ਫਿਲਮ ਹੈ। ਜਦੋਂ ਤੁਸੀਂ ਗਾਣਾ ਲੈ ਆਉਂਦੇ ਹੋ, ਇਟ ਸ਼ਿਫਟਸ ਇਨਟੂ ਅ ਸਰਟਨ ਵਰਲਡ, ਠੀਕ ਹੈ ਜੀ। ਸੋ ਵੀ ਡਿਡਨਟ ਵਾਂਟ ਟੂ ਸਟੈਪ ਅਵੇ ਫਰੋਮ ਦੈਟ। ਹਾਂਜੀ, ਅਸੀਂ ਉਹ ਕੈਰੈਕਟਰ ਨੂੰ ਹੀ ਫੋਲੋ ਕਰਨਾ ਸੀ ਤੇ ਕੈਰੈਕਟਰ ਦੇ ਐਕਸਪੀਰੀਅੰਸ। ਗਾਣੇ ਹੈ ਨਹੀਂ, ਪਰ ਫਿਲਮ 'ਚ ਮਿਊਜ਼ਿਕ ਹੈਗਾ, ਇੱਕ ਸਕੋਰ ਹੈਗਾ ਵਿਚ ਡੀਲਸ ਵਿਦ ਦ ਹੋਲ ਵਰਲਡ। ਤੋ ਸਕੋਰ ਬਹੁਤ ਇੰਟਰਸਟਿੰਗ ਹੈ, ਪਲੀਜ਼ ਐਕਸਪੀਰੀਅੰਸ ਕਰਿਆ ਜੀ। ਹਾਂਜੀ, ਮਿਊਜ਼ਿਕ ਫਿਲਮ ਦਾ, not the songs but the music of the film। ਹਾਂਜੀ, ਸੋ In the end, that's a really good one. It's a good one. ਤਾਂ ਜਾਂਦੇ ਐਂਡ ਨਾਮ ਹੈ ਗਾਣੇ ਦਾ? ਨਹੀਂ ਐਂਡ ਕ੍ਰੈਡਿਟ ਦੇ ਵਿੱਚ ਗਾਣਾ ਆਉਂਦਾ, ਨਾਲ ਇੱਕ ਗਾਣਾ ਆਉਂਦਾ, ਉਹ ਹਰਿਆਣਵੀ ਗਾਣਾ, ਉਹ ਸਿਚੁਏਸ਼ਨ ਹੈਗੀ ਹੈ, ਜੇ ਤੁਸੀਂ ਫਿਲਮ ਦੇਖੋਗੇ ਤੁਸੀਂ ਤੁਹਾਨੂੰ ਪਤਾ ਲੱਗ ਜੂ ਕਿੱਥੇ ਗਾਉਂਦਾ। ਹਾਂਜੀ, ਇਹ ਵੀ ਚੰਗਾ ਸਸਪੈਂਸ ਹੈ ਕਿ ਪੰਜਾਬੀ ਫਿਲਮ ਦੇ ਵਿੱਚ ਇੱਕ ਹਰਿਆਣਵੀ ਗਾਣਾ ਹੈ ਨਾ ਰੱਖਿਆ ਗਿਆ। ਤੇ ਜਾਂਦੇ ਫਿਰ ਕੀ ਮੈਸੇਜ ਦੇਣਾ ਚਾਹੋਗੇ ਜੀ ਆਡੀਅנס? ਪਲੀਜ਼ ਗੋ ਵਾਚ ਦ ਫਿਲਮ ਜੀ। ਤੇ ਬਹੁਤ ਦਿਲੋਂ ਤੇ ਦਿਮਾਗ ਨਾਲ ਇਹ ਫਿਲਮ ਬਣਾਈ ਹੈ, ਐਂਡ ਵੀ ਵਾਂਟ ਕਿ ਪੰਜਾਬੀ ਹਰ ਕਿਸਮ ਦਾ ਸਿਨੇਮਾ ਦੇਖੇ, ਬਣਾਏ। ਇੰਟਰਨੈਸ਼ਨਲ ਕਮਿਊਨਿਟੀ ਹੈਗੇ ਹਾਂ ਅਸੀਂ, ਤੇ ਇਟਸ ਅ ਵੈਰੀ ਰਿਲੇਟੇਬਲ ਫਿਲਮ, ਤੇ ਕਾਫੀ ਲੋਕ ਰਿਲੇਟ ਕਰਨਗੇ ਇਸ ਫਿਲਮ ਨਾਲ। ਤੇ ਵੀ ਹੈਡ ਅ ਲੋਟ ਆਫ ਫਨ ਮੇਕਿੰਗ ਦ ਫਿਲਮ, ਅ ਵੈਰੀ ਗੁੱਡ ਐਕਸਪੀਰੀਅੰਸ। ਐਂਡ ਇਹ ਕਰੋਨਾ ਨੇ ਸਾਨੂੰ 2 ਸਾਲ ਪਿੱਛੇ ਕਰਤਾ, ਲਮਕਾ ਲਿਆ, ਬਟ ਫਾਈਨਲੀ ਹੁਣ ਜੀ 10 ਜੂਨ ਫਿਲਮ ਰਿਲੀਜ਼ ਹੋ ਰਹੀ ਹੈ, ਪਲੀਜ਼ ਜਾ ਕੇ ਵੇਖੋ ਜੀ। ਹਾਂਜੀ, ਏਕਤਾ ਜੀ? ਸੇਮ ਥਿੰਗ, ਪਲੀਜ਼ ਡੂ ਗੋ ਐਂਡ ਵਾਚ ਦ ਫਿਲਮ। ਜੇ ਤੁਸੀਂ ਦੇਖੋਗੇ ਤਾਂ ਨਵੇਂ ਐਕਟਰਸ ਨੂੰ, ਨਵੇਂ ਡਾਇਰੈਕਟਰਸ ਨੂੰ, ਨਵੇਂ ਪ੍ਰੋਡਕਸ਼ਨ ਹਾਊਸਸ ਨੂੰ ਹਿੰਮਤ ਮਿਲੂਗੀ, ਹੌਸਲਾ ਮਿਲੂਗਾ ਨਈਆਂ ਚੀਜ਼ਾਂ ਐਕਸਪੈਰੀਮੈਂਟ ਕਰਨ ਲਈ ਐਂਡ ਕੁਝ ਡਿਫਰੈਂਟ ਦਿਖਾਉਣ ਲਈ। ਸੋ ਪਲੀਜ਼ ਡੂ ਗੋ ਐਂਡ ਵਾਚ ਰੰਜ। ਸਾਡੇ ਵੱਲੋਂ ਵੀ ਇਹੀ ਅਪੀਲ ਹੈ ਕਿ ਜਿਹੜੀਆਂ ਇਹੋ ਜਿਹੀਆਂ ਸਬਜੈਕਟ ਸੰਜੀਦਾ ਸਬਜੈਕਟਸ ਤੇ ਜਿਹੜੀਆਂ ਮੂਵੀਜ਼ ਬਣਦੀਆਂ ਹੈਗੀਆਂ ਨੇ, ਉਹਨਾਂ ਨੂੰ ਭਰਮਾ ਹੁੰਗਾਰਾ ਦੇਣਾ ਸਾਡਾ ਫਰਜ਼ ਬਣਦਾ। ਤੇ ਦੇਖਦੇ ਰਹੋ ਚਸਕਾ ਟੀਵੀ। ਓਏ ਇਹਦਾ ਕੀ ਮਤਲਬ? ਮੈਂ ਨਹੀਂ ਜਾਣਾ ਦਿੱਲੀ ਵਿੱਲੀ। ਤੈਨੂੰ ਕੁਝ ਸਮਝ ਨਹੀਂ ਆਉਂਦਾ, ਨਸ਼ਾ ਕਰਕੇ ਆਇਆ। देखो मनप्रीत, आज 10 तारीख हो गई है। ਕੱਲ ਦੇ ਦੇਵਾਂਗਾ ਆਂਟੀ ਜੀ। ਸਰ ਜੀ ਮੇਰੀ ਸੈਲਰੀ ਨਹੀਂ ਆਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਹੀਨ ਕੋਟਕਪੂਰਾ ਜੀ। ਪੰਜਾਬੀ ਫਿਲਮ ਜਗਤ ਦੇ ਵਿੱਚ ਬਹੁਤ ਸਾਰੇ ਨਵੇਂ ਕਨਸੈਪਟ ਦੀਆਂ ਮੂਵੀਜ਼ ਹਰ ਰੋਜ਼ ਰਿਲੀਜ਼ ਹੋ ਰਹੀਆਂ, ਅਨਾਉਂਸ ਹੋ ਰਹੀਆਂ ਨੇ। ਤੇ ਅੱਜ ਅਜਿਹੀ ਇੱਕ ਮੂਵੀ ਜਿਸ ਦਾ ਨਾਮ ਹੈ ਰੰਜ, ਤੇ ਉਸ ਦੇ ਬਾਬਤ ਗੱਲਬਾਤ ਕਰਦੇ ਹਾਂ। ਨਾਲ ਨੇ ਸਾਡੇ ਗੁਰਕਿਰਪਾਲ ਸੁਰਾਪੁਰੀ। ਭਾਜੀ ਸਵਾਗਤ। ਚਸਕਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਜੀ, ਰੰਜ ਜਿਹੜਾ ਸ਼ਬਦ ਹੈਗਾ, ਉਹ ਰੰਜ ਨੂੰ ਲੈਬੋਰੇਟ ਥੋੜਾ ਸ਼ਬਦ ਨੂੰ ਜ਼ਰੂਰ ਕਰੋ। ਨਹੀਂ, ਬਹੁਤ ਵਧੀਆ ਇੱਕ ਡਿਫਰੈਂਟ ਸਬਜੈਕਟ ਹੈਗਾ। ਮੇਰੇ ਹਿਸਾਬ ਦੇ ਨਾਲ ਮੈਂ ਜਿੰਨਾ ਕੁ ਇਹਦੇ ਬਾਰੇ ਰੰਜ ਸ਼ਬਦ ਮੈਨੂੰ ਦੁੱਖ ਜਾਂ ਇੱਕ ਜ਼ਿੰਦਗੀ ਦੇ ਵਿੱਚ ਜਿਹੜਾ ਪੜਾਅ ਔਖਾ ਸੌਖਾ ਦੇਖਦਾ ਬੰਦਾ, ਉਹ ਲੱਗਿਆ ਸ਼ਬਦ ਦਾ, ਇਸ ਦਾ ਮੀਨਿੰਗ। ਅਤੇ ਕਨਸੈਪਟ ਬਹੁਤ ਵਧੀਆ, ਕਮਰਸ਼ੀਅਲ ਫਿਲਮ ਨਹੀਂ ਹੈਗੀ, ਐਂਟਰਟੇਨਮੈਂਟ ਮੂਵੀ ਨਹੀਂ ਹੁੰਦੀ। ਇੱਕ ਸਬਜੈਕਟ ਹੁੰਦਾ ਜਿਹਦੇ 'ਤੇ ਤੁਸੀਂ ਚੰਗੀਆਂ ਗੱਲਾਂ ਸਿੱਖਦੇ ਹੋ ਜ਼ਿੰਦਗੀ 'ਚ। ਔਰ ਜਿੰਨਾ ਕੁ ਟ੍ਰੇਲਰ ਦੇਖਿਆ ਉਹਦੇ 'ਚ ਇੱਦਾਂ ਲੱਗਿਆ ਵੀ ਯਾਰ ਇਹ ਸਾਡੇ ਨੇੜੇ ਤੇੜੇ ਦੀ ਕਹਾਣੀ ਹੈ। ਸੋ ਬਹੁਤ ਚੰਗਾ ਲੱਗਿਆ। ਔਰ ਮੈਂ ਬੈਸਟ ਵਿਸ਼ੇਸ ਦਿੰਦਾ। ਸਾਡਾ ਵੀਰ ਪੰਜਾਬੀ ਸਟਾਰ ਲਾਈਵ ਤੋਂ ਗੈਰੀ ਹੋਣਾ ਦਾ ਸੱਦਾ ਸੀਗਾ, ਅਤੇ ਪਰ ਥੀਏਟਰ ਮੁੰਡੇ ਜਿਹੜੇ ਆਰਟਿਸਟ ਜਿਹਨਾਂ ਲੀਡ ਰੋਲ ਕੀਤਾ ਦੋਨਾਂ ਨੇ, ਅਤੇ ਜਿਹੜੇ ਉਹਨਾਂ ਦੀ ਮੈਡਮ ਉਹ ਜਿਹੜੇ ਨਾਲ ਸੀਗੇ ਹੈ ਨਾ ਕੋ ਆਰਟਿਸਟ, ਉਹ ਵੀ ਬਹੁਤ ਵਧੀਆ ਸਾਰੇ ਥੀਏਟਰ ਦੇ ਬੰਦੇ ਨੇ। ਸੋ ਐਕਸਪੈਰੀਮੈਂਟ ਹੋਣੇ ਚਾਹੀਦੇ ਨੇ।
ਜਿਵੇਂ ਹਰ ਨਵੇਂ ਦਿਨ ਨਵੀਂ ਤੋਂ ਨਵੀਂ ਪੰਜਾਬੀ ਮੂਵੀ ਅਨਾਉਂਸ ਹੋ ਰਹੀ ਹੈਗੀ ਆ ਤੇ ਸਭ ਤੋਂ ਵਧੀਆ ਗੱਲ ਇਹ ਹੋ ਰਹੀ ਹੈਗੀ ਕਿ ਵੱਖਰੇ ਵੱਖਰੇ ਕਨਸੈਪਟ ਵੱਖਰੇ ਵੱਖਰੇ ਜੋਨਰ ਦੀਆਂ ਚੀਜ਼ਾਂ ਆ ਰਹੀਆਂ, ਮਿਆਰ ਉੱਪਰ ਜਾ ਰਿਹਾ ਹੈਗਾ, ਕਿਵੇਂ ਦੇਖਦੇ ਹੋ? ਨਹੀਂ, ਬਹੁਤ ਚੰਗੀ ਗੱਲ ਹੈ ਜੀ। ਮੈਂ ਹਰਭਜਨ ਮਾਨ ਹੋਣਾ ਤੋਂ, ਗੁਰਦਾਸ ਮਾਨ ਸਾਹਿਬ ਹੋਣਾ ਤੋਂ ਇਸ ਲਾਈਨ ਦੇ ਵਿੱਚ ਵਧੀਆ ਮੂਵੀਆਂ ਆਉਣੀਆਂ ਸ਼ੁਰੂ ਹੋਈਆਂ ਸੀ, ਪਹਿਲਾਂ ਵੀ ਆਉਂਦੀਆਂ ਸੀ, ਚੰਨ ਪ੍ਰਦੇਸੀ ਵਗੈਰਾ, ਹੋਰ ਬਹੁਤ ਸਾਰੀਆਂ ਮੂਵੀਆਂ, ਨਾਨਕ ਨਾਮ ਜਹਾਜ਼ ਹੈ ਨਾ। ਤੇ ਪਰ ਹੁਣ ਇੱਕੋ ਵਾਰੀ ਪਹਿਲਾਂ ਥੋੜ੍ਹਾ ਕਮਰਸ਼ੀਅਲ ਹੋ ਗਿਆ ਸੀ, ਪਰ ਹੁਣ ਦੁਬਾਰਾ ਫੇਰ ਚੰਗੀਆਂ ਮੂਵੀਆਂ ਆਉਣੀਆਂ ਸ਼ੁਰੂ ਹੋਈਆਂ ਹੈ ਨਾ। ਅਤੇ ਮੈਂ ਮਾਂ ਮੂਵੀ ਦੇਖ ਕੇ ਆਇਆ, ਦਿਲਜੀਤ ਆਪਣੇ ਗਿੱਪੀ ਗਰੇਵਾਲ ਵੀਰ ਦੀ, ਬਹੁਤ ਸੋਹਣੀ ਆ। ਤੁਸੀਂ ਪਰਿਵਾਰਾਂ ਦੇ ਨਾਲ ਦੇਖਣ ਜਾਂਦੇ ਆ, ਇਹ ਚੰਗਾ ਲੱਗਦਾ ਹੈ ਨਾ। ਸੋ ਇਹ ਜਿੱਦਾਂ ਇਹ ਮੂਵੀ ਆ ਦਿਲਜੀਤ ਵੀਰ ਦੀ 1984, ਉਹ ਅਸਲੀਅਤ ਦੇ ਨੇੜੇ ਮੂਵੀਆਂ ਲੱਗਦੀਆਂ, ਆਪਣੇ ਆਪ ਨੂੰ ਬੰਦਾ ਕਰੈਕਟਰ ਦੇ ਵਿੱਚ ਫਸ ਜਾਂਦਾ ਹੈ ਨਾ। ਸੋ ਬਹੁਤ ਬਹੁਤ ਵਧਾਈ ਆ ਸਾਰਿਆਂ ਨੂੰ। ਇਸ ਮੂਵੀ ਦਾ ਕਨਸੈਪਟ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਪਿੰਡ ਦੇ ਵਿੱਚ ਰਹਿੰਦਾ ਹੈਗਾ, ਆਮ ਘਰ ਦਾ ਮੁੰਡਾ, ਪਰ ਆਪਣੇ ਰੋਜ਼ਗਾਰ ਦੀ ਭਾਲ ਲਈ ਬਾਹਰ ਜਾਂਦਾ ਹੈਗਾ। ਉਵੇਂ ਜੇ ਆਪਾਂ ਸੰਗੀਤਕ ਜਗਤ ਦੀ ਗੱਲ ਕਰੀਏ, ਤੁਸੀਂ ਵੀ ਪਿੰਡਾਂ ਨਾਲ ਬਿਲੋਂਗ ਕਰਦੇ ਹੈਗੇ ਹੋ, ਸਾਨੂੰ ਵੀ ਕੰਮ ਕਿੱਤੇ ਲਈ ਬਾਹਰ ਜਾਣਾ ਪੈਂਦਾ ਹੈਗਾ। ਸੰਗੀਤਕ ਕਿੱਤੇ ਦੇ ਵਿੱਚ ਸਾਨੂੰ ਜਦੋਂ ਅਸੀਂ ਨਵੇਂ ਹੁੰਦੇ ਹਾਂ ਤਾਂ ਕਿਹੜੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਕਿਸੇ ਬਾਹਰਲੇ ਸ਼ਹਿਰ ਦੇ ਦੇਸ਼ ਜਾਂਦੇ ਹਾਂ? ਦੇਖੋ, ਪਹਿਲਾਂ ਤਾਂ ਮੈਂ ਵੀ, ਮੇਰਾ ਪਿੰਡ ਸੂਰਾਪੁਰ ਹੈ ਜੀ, ਨਵਾਂ ਸ਼ਹਿਰ ਦੇ ਕੋਲ, ਇੱਥੇ ਚੰਡੀਗੜ੍ਹ ਇੱਥੇ ਪੜ੍ਹੇ ਆ, ਇੱਥੇ ਹੀ ਇਸ ਲਾਈਨ ਦੇ ਵਿੱਚ ਆਇਆ, ਕਾਫੀ ਸਾਲ ਜੋਬ ਵੀ ਕੀਤੀ। ਅਤੇ ਮੈਨੂੰ ਲੱਗਦਾ ਵੀ ਕੋਈ ਵੀ ਕੰਮ ਆ ਆਪਾਂ ਕਾਹਲ ਨਹੀਂ, ਈਜ਼ੀ ਵੇ ਜਦੋਂ ਇਖਤਿਆਰ ਕਰਾਂਗੇ ਨਾ, ਤੁਹਾਨੂੰ ਬੰਦੇ ਗਲਤ ਮਿਲਣਗੇ। ਜੇ ਤੁਸੀਂ ਆਪਣਾ ਟਾਰਗੇਟ ਰੱਖਿਆ ਵੀ ਮੈਂ ਇਸ ਲਾਈਨ 'ਚ ਜਾਣਾ, ਦੇਖੋ ਫਲ ਕਦੋਂ ਮਿਲਣਾ ਇਹ ਪ੍ਰਮਾਤਮਾ ਜਾਣਦਾ, ਮਿਹਨਤ ਕਰੀ ਜਾਓ। ਪਰ ਕਈ ਵਾਰੀ ਕੀ ਹੁੰਦਾ, ਤੁਸੀਂ ਬੰਦਾ ਯਾਰ ਇਹੋ ਜਿਹੇ ਬੰਦੇ ਟੱਕਰ ਜਾਂਦੇ ਨੇ ਕਿ ਚੱਲ ਮੈਂ ਤੇਰਾ ਐਂ ਕਰਾ ਦੇਣਾ, ਉਹ ਕਰਾ ਦੇਣਾ, ਬਾਅਦ 'ਚ ਬੰਦਾ ਪਛਤਾਉਂਦਾ ਹੈ ਨਾ। ਸੋ ਇਹ ਸਭ ਤੋਂ ਵੱਡੀ ਗੱਲ ਇਹ ਆ। ਫਿਰ ਦੂਸਰੀ ਗੱਲ, ਸਿੰਗਿੰਗ ਲਾਈਨ ਦੇ ਵਿੱਚ ਜਿਸ ਆਰਟਿਸਟ ਨੂੰ ਇਹ ਪਤਾ ਲੱਗ ਗਿਆ ਵੀ ਮੇਰੀ ਵੋਕਲ ਨੂੰ ਕਿੱਦਾਂ ਦਾ ਗਾਣਾ ਸੂਟ ਕਰਦਾ, ਮੇਰੀ ਰੇਂਜ ਕਿੰਨੀ ਕੁ ਆ, ਮੇਰੀ ਵੋਕਲ 'ਤੇ ਕਿੱਦਾਂ ਦੇ ਲੋਕ ਗੀਤ ਪਸੰਦ ਕਰਦੇ ਨੇ, ਮੇਰਾ ਖਿਆਲ ਉਹ ਆਰਟਿਸਟ ਥੋੜ੍ਹਾ ਜਿਹਾ ਲੰਮਾ ਸਮਾਂ ਤੱਕ ਚੱਲ ਜਾਂਦਾ ਹੈ ਨਾ। ਹਾਂ, ਜੇ ਜਿਵੇਂ ਕਹਿ ਦਿੰਦੇ ਆ ਕਿ ਹੋਰ ਕਿੱਤਿਆਂ ਦੇ ਵਿੱਚ ਜਦੋਂ ਜਾਂਦੇ ਆ, ਜੇ ਨਹੀਂ ਸਫਲਤਾ ਮਿਲਦੀ ਤਾਂ ਜਿਵੇਂ ਮੂਵੀ ਦੇ ਵਿੱਚ ਵੀ ਦਿਖਾਇਆ ਗਿਆ ਕਿ ਗਲਤ ਰਾਹੀਂ ਪੈ ਜਾਂਦੇ ਹੈ, ਕਰਾਹੀ ਪੈ ਜਾਂਦੇ ਹੈਗੇ। ਸਾਡੇ ਸੰਗੀਤਕ ਜਗਤ ਦੇ ਜਿਹੜੇ ਕਲਾਕਾਰ ਹੈਗੇ ਨੇ, ਕਾਫੀ ਟਾਈਮ ਸਟਰਗਲ ਵੀ ਕਰਦੇ ਰਹਿੰਦੇ ਹੈਗੇ ਨੇ। ਕੀ ਤੁਹਾਨੂੰ ਲੱਗਦਾ ਕਿ ਉਹ ਵੀ ਥੋੜ੍ਹੇ ਹੋਰ ਗਲਤ ਪਾਸੇ ਜਾ ਜਾਂਦੇ ਜਾਂ ਸਬਜੈਕਟ ਨੂੰ ਭੁੱਲ ਕੇ ਹੋਰ ਚੀਜ਼ਾਂ ਕਰਨ ਦੇ ਮਜਬੂਰ ਹੋ ਜਾਂਦੇ? ਨਹੀਂ, ਦੇਖੋ ਮੈਂ ਗਿੱਪੀ ਬਾਈ ਨੇ ਮੇਰਾ ਗਾਣਾ ਵੀ ਗਾਇਆ ਸੀ, ਉਹ 'ਚ ਗਾਣੇ 'ਚ ਬੋਲ ਹੀ ਇਹੋ ਜਿਹੇ ਸੀ ਵੀ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ, ਜ਼ਿੰਦਗੀ 'ਚ ਸਦਾ ਹੁੰਦੀ ਜਿੱਤ ਨਾ, ਉੱਕ ਜਾਂਦੇ ਵੱਡੇ ਖੱਬੀ ਖਾਨ ਵੀ ਵੱਜਦੇ ਨਿਸ਼ਾਨੇ ਨਿਤ ਨਿਤ ਨਾ, ਪਰ ਮਿਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ ਕਦੇ ਉਹ ਖਿਡਾਰੀ ਹੁੰਦੇ ਚੇਤ ਨਾ। ਉਹਦਾ ਲਾਸਟ ਅੰਤਰਾ ਸੀ, ਕਹਿੰਦਾ ਰੱਬ ਦੀ ਕਿਤੇ ਤੇ ਮਿਹਰ ਹੋ ਜਾਵੇ, ਕੱਲ੍ਹ ਕਿਹੜਾ ਹੋ ਜਾਵੇ ਸਟਾਰ ਜੀ, ਅੱਜ ਜਿਹੜਾ ਘਰੇ ਵਿਹਲਾ ਬੈਠਾ ਹੈ ਫੁੱਲ ਹੋਵੇ ਉਹਦਾ ਕਾਰੋਬਾਰ ਜੀ। ਇਸੇ ਲਈ ਤਾਂ ਸੂਰਾਪੁਰੀ ਕਹਿੰਦਾ ਕਿਸੇ ਨੂੰ ਵੀ ਜਾਣੋ ਕਦੇ ਟਿੱਚ ਨਾ, ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ, ਜ਼ਿੰਦਗੀ 'ਚ ਸਦਾ ਹੁੰਦੀ ਜਿੱਤ ਨਾ। ਇਹ ਹਾਰ ਜਿੱਤ ਸਾਨੂੰ ਨਾ 12 ਖਿਡਾਰੀ ਹੀ ਖੇਡਦੇ ਦੇਖਦੇ ਆ। ਗਲੈਮਰ, ਹਰੇਕ ਚੀਜ਼ 'ਚ ਗਲੈਮਰ ਆ। ਅਸੀਂ ਬਹੁਤ ਜਲਦੀ ਐਂ ਕਹਿੰਦੇ ਵੀ ਯਾਰ ਉੱਥੇ ਤੱਕ ਪਹੁੰਚ ਜਾਈਏ। ਮਿਹਨਤ, ਮੁਕੱਦਰ ਤੇ ਮਾਇਆ, ਤਿੰਨੇ ਚੀਜ਼ਾਂ ਚਾਹੀਦੀਆਂ। ਮਿਹਨਤ ਵੀ ਚਾਹੀਦੀ ਆ ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਮਾਇਆ ਵੀ। ਕੋਈ ਵੀ ਜਿੰਨੀਆਂ ਕਮਰਸ਼ੀਅਲ ਜਿਹੜੀਆਂ ਤੁਸੀਂ ਦੂਜੀਆਂ ਗੇਮਾਂ ਨੇ, ਜਿਵੇਂ ਗੋਲਫ ਹੋ ਗਈ, ਕ੍ਰਿਕਟ ਹੋ ਗਈ, ਇਹਦੇ ਲਈ ਪੈਸਾ ਵੀ ਚਾਹੀਦਾ ਹੁੰਦਾ ਹੈ ਨਾ। ਤੁਸੀਂ ਜਾ ਕੇ ਟੂਰਨਾਮੈਂਟ ਖੇਲਣੇ ਆ, ਪ੍ਰੈਕਟਿਸ ਕਰਨੀ ਆ, ਅਤੇ ਅੱਗੇ ਪਰਮਾਤਮਾ ਦੀ ਕਿਰਪਾ, ਸਟਾਰ ਜਿਹੜੇ ਤੁਹਾਡੇ ਹੈ ਨਾ ਕਿੱਦਾਂ ਦੇ ਹੈਗੇ। ਸੋ ਘਬਰਾਉਣਾ ਨਹੀਂ ਚਾਹੀਦਾ। ਹੋ ਸਕਦਾ ਕੋਈ ਹੋਰ ਮੌਕਾ ਤੁਹਾਨੂੰ ਪਰਮਾਤਮਾ ਦੇਵੇ। ਇਹ ਤਾਂ ਬਸ ਸ਼ੁਕਰਾਨਾ ਕਰਨਾ ਚਾਹੀਦਾ, ਆਪਣਾ ਖਿਆਲ ਰੱਖਣਾ ਚਾਹੀਦਾ ਔਰ ਟਾਰਗੇਟ ਇੱਕ ਲੈ ਕੇ ਚੱਲਣਾ ਚਾਹੀਦਾ। ਸੂਰਾਪੁਰੀ ਸਾਹਿਬ, ਰੰਜ ਫਿਲਮ ਜਾਂਦੇ ਰੰਜ ਫਿਲਮ ਦੇ ਲਈ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਬੈਸਟ ਵਿਸ਼ੇਜ਼ ਨੇ ਜੀ, ਔਰ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਨਵੇਂ ਆਰਟਿਸਟਾਂ ਨੂੰ ਲੈ ਕੇ। ਕਰਦਾ ਨਹੀਂ ਕੋਈ, ਕਿਉਂਕਿ ਵਪਾਰਕ ਯੁੱਗ ਹੈਗਾ, ਪਰ ਜੇ ਕਰੋਗੇ ਤਾਂ ਹੀ ਨਵੇਂ ਆਰਟਿਸਟ ਅੱਗੇ ਆ ਸਕਣਗੇ। ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ। ਮੁਕਾਮ ਮੈਂ ਇੱਕ ਗੀਤ ਨਾਲ ਕਰਨਾ ਚਾਹੂੰਗਾ। ਹਾਂ, ਬਿਲਕੁਲ ਜੀ, ਬਿਲਕੁਲ। ਉਹ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ, ਤੂੰ ਤਾਂ ਮਗਰ ਪੈ ਗਿਆ ਮੇਰੇ, ਉਹ ਤੇਰੇ ਉੱਤੇ ਦਿਲ ਆ ਗਿਆ, ਉਹ ਤੇਰੇ ਉੱਤੇ ਦਿਲ ਆ ਗਿਆ, ਤਾਈਓ ਮਾਰੀ ਦੇ ਗਲੀ ਦੇ ਵਿੱਚ ਗੇੜੇ, ਤੇਰੇ ਨਾਲ ਹੱਸ ਕੀ ਲਿਆ ਮੁੰਡਿਆ, ਤੂੰ ਤਾਂ ਮਗਰ ਪੈ ਗਿਆ ਮੇਰੇ। ਬਹੁਤ ਬਹੁਤ ਧੰਨਵਾਦ ਭਾਈ ਜੀ ਗੱਲਬਾਤ ਕਰਨ ਲਈ, ਤੇ ਤੁਸੀਂ ਦੇਖਦੇ ਰਹੋ। ਮੈਂ ਉਹਨੂੰ ਬੱਸ ਤੇ ਚੜਾ ਕੇ ਆਇਆ ਤਾਂ ਤੁਸੀਂ ਪੁੱਛ ਲਓ ਨਾ ਜੀ। ਮੈਂ ਨਹੀਂ ਜਾਣਾ ਦਿੱਲੀ। देगा तो छू हाथ पीछे चल। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਹੀਨ ਕੋਟਕਪੂਰਾ। ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਦੀ ਜੇ ਮੈਂ ਉਹਨਾਂ ਦੇ ਤਾਰੀਫ ਦੇ ਵਿੱਚ ਕੁਝ ਸ਼ਬਦ ਕਹੂੰਗਾ ਤਾਂ ਬਹੁਤ ਥੋੜੇ ਰਹਿ ਜਾਂਦੇ ਹੈਗੇ, ਤੇ ਕਿਉਂਕਿ ਸਾਡੇ ਤੋਂ ਬਹੁਤ ਉੱਚੀ ਪਦਵੀ ਤੇ ਨੇ ਉਹ, ਤੇ ਨਾਲ ਨੇ ਆਰਦੀ ਬ੍ਰਹਮ। ਮੈਮ ਸਵਾਗਤ। ਹਾਂਜੀ, ਥੈਂਕ ਯੂ ਸੋ ਮਚ ਇੰਨਾ ਜ਼ਿਆਦਾ ਮਾਨ ਸਤਿਕਾਰ ਦੇਣ ਲਈ। ਉੱਚਾ ਕੋਈ ਨਹੀਂ ਹੁੰਦਾ, ਸਭ ਇੱਕ ਦੂਸਰੇ ਦੇ ਨਾਲ ਹੀ ਨੇ, ਤੇ ਤੁਹਾਡਾ ਵੀ ਉੱਡਾ ਹੀ ਸਤਿਕਾਰ ਹੈ। ਸੋ
ਪਰ ਜਿਹੜੇ ਕਿੱਤੇ ਦੇ ਵਿੱਚ ਜਿਹੜੇ ਪੇਸ਼ੇ ਦੇ ਵਿੱਚ ਅਸੀਂ ਹੈਗੇ ਆ ਤੇ ਉਸ ਪੇਸ਼ੇ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਉਹਨੂੰ ਜਾਣਦੇ ਹੈਗੇ ਹੋ, ਵਾਕਿਫ ਹੈਗੇ ਹੋ। ਬਿਲਕੁਲ ਬਿਲਕੁਲ ਹਾਂ, ਇਹ ਕਹਿ ਸਕਦੇ ਹਾਂ ਕਿ ਉਹ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਲਿਸ਼ਕਾਰਾਂ ਨੇ ਬਹੁਤ ਵੱਡੀ ਪਹਿਚਾਣ ਦਿੱਤੀ ਹੈ। ਹਾਂਜੀ ਹਾਂ, ਸੋ ਅੱਜ ਤੁਹਾਨੂੰ ਬਹੁਤ ਦੇਰ ਬਾਅਦ ਮਿਲਿਆ, ਬਹੁਤ ਵਧੀਆ ਲੱਗ ਰਿਹਾ ਹੈ। ਕੁਝ ਗੱਲਾਂ, ਕੁਝ ਇੰਟਰਵਿਊਜ਼ ਸਾਨੂੰ ਵੀ ਆਏ ਹੁੰਦਾ, ਕੁਝ ਇੰਟਰਵਿਊਜ਼ ਨਾ ਲੱਗਣ, ਉਹ ਗੱਲਾਂ ਬਾਤਾਂ ਹੀ ਹੋਣ, ਤੇ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੋ ਜਾਂਦੀ ਕਿ ਸਾਨੂੰ ਵੀ ਕੁਝ ਨਾ ਕੁਝ ਉਹਨਾਂ ਚੋਂ ਸਿੱਖਣ ਨੂੰ ਮਿਲਦਾ, ਸਾਨੂੰ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਹਾਂ ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਨਸਾਨ ਜਿਹੜਾ ਹੈ ਜਦੋਂ ਤੱਕ ਸਿੱਖਦਾ ਹੈ ਨਾ ਉਦੋਂ ਤੱਕ ਹੀ ਉਹ ਇੱਕ ਪਰਪੱਕ ਆਪਾਂ ਇਨਸਾਨ ਕਹਿੰਦੇ। ਜਿਸ ਦਿਨ ਉਹਨੇ ਸੋਚ ਲਿਆ ਕਿ ਮੈਂ ਸਭ ਕੁਝ ਅਚੀਵ ਕਰ ਲਿਆ, ਮੈਨੂੰ ਸਭ ਕੁਝ ਮਿਲ ਗਿਆ, ਜਾਂ ਮੈਂ ਸਭ ਕੁਝ ਮੈਨੂੰ ਆਉਂਦਾ, ਉਸ ਦਿਨ ਉਹ ਖਤਮ ਹੋ ਜਾਂਦਾ ਹੈ। ਸੋ ਜਰਨੀ ਨੂੰ ਜੇ ਤੁਸੀਂ ਜਾਰੀ ਰੱਖਣਾ ਤਾਂ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹੋ। ਅੱਜ ਸਬੱਬ ਜਿਹੜਾ ਬਣਿਆ ਹੈਗਾ ਰੰਜ ਮੂਵੀ ਦੇ ਕਰਕੇ, ਰੰਜ ਸ਼ਬਦ ਨੂੰ ਕਿਵੇਂ ਦੇਖਦੇ? ਜਿੱਦਾਂ ਕਿ ਮੈਂ ਪਹਿਲਾਂ ਵੀ ਉੱਥੇ ਦੱਸਿਆ ਸੀ ਕਿ ਰੰਜ ਜਿਹੜਾ ਸ਼ਬਦ ਹੈ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਵੀ ਰੰਜ, ਰੰਜਿਸ਼ ਹੈ ਨਾ, ਖੁੰਦਕ ਆਪਾਂ ਕਹਿੰਦੇ ਆ ਨਾ, ਔਰ ਇਸ ਫਿਲਮ ਦੇ ਵਿੱਚ ਉਹ ਚੀਜ਼ ਇਦਾਂ ਦੇਖਣ ਆਈ ਹੈ ਕਿ ਉਸ ਇਨਸਾਨ ਨੂੰ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਵਿੱਚ ਖੁੰਦਕ ਸੀ ਕਿ ਵੀ ਮੈਂ ਬਾਹਰ ਜਾ ਕੇ ਆਪਣਾ ਨਾਮ ਇੱਕ ਵੱਖਰਾ ਬਣਾਵਾਂ ਔਰ ਇਸ ਪਿੰਡ 'ਚ ਉੱਠ ਕੇ ਸ਼ਹਿਰ ਦੇ ਵਿੱਚ ਜਾ ਕੇ ਇੱਕ ਵੱਖਰੀ ਪਹਿਚਾਣ ਬਣਾਵਾਂ, ਉਸ ਚੀਜ਼ ਦੀ ਰੰਜਿਸ਼ ਨਾ ਕਿ ਆਪਣਾ ਨਾਮ ਬਣਾਉਣਾ ਆ। ਸੋ ਉਹ ਚੀਜ਼ ਇਸ ਫਿਲਮ ਦੇ ਵਿੱਚ ਵਧੀਆ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਆਈ ਹੋਪ ਕਿ ਤੁਸੀਂ ਵੀ 10 ਜੂਨ ਨੂੰ ਇਸ ਮੂਵੀ ਨੂੰ ਦੇਖੋਗੇ ਜਾ ਕੇ ਔਰ ਇੰਜੋਏ ਕਰੋਗੇ। ਸੋ ਸਾਰੀ ਸਟਾਰ ਕਾਸਟ ਨੂੰ, ਪ੍ਰੋਡਿਊਸਰ ਸਾਹਿਬ, ਡਾਇਰੈਕਟਰ ਜੀ ਨੂੰ ਮੇਰੇ ਵੱਲੋਂ ਬੈਸਟ ਵਿਸ਼ੇਸ ਨੇ। ਹਾਂਜੀ, ਸਾਡੇ ਪੰਜਾਬ ਦੇ ਵੀ ਮੁੰਡੇ ਕੁੜੀਆਂ ਜਦੋਂ ਪਿੰਡਾਂ ਦੇ ਵਿੱਚੋਂ ਉੱਠ ਕੇ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਜਾਂਦੇ ਹੈਗੇ ਆ ਤਾਂ ਰੋਜ਼ਗਾਰ ਦੀ ਭਾਲ ਲਈ ਜਾਂਦੇ ਹੈਗੇ ਆ, ਤੇ ਬਹੁਤ ਸਾਰੀਆਂ ਕਠਿਨਾਈਆਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ। ਇਹ ਸਾਰੇ ਘੇਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਸਾਨੂੰ ਪਿੰਡ ਦੇ ਵਿੱਚ ਹੀ ਆਪਦਾ ਇੱਕ ਕੁਝ ਬਣਾਉਣਾ ਚਾਹੀਦਾ ਜਾਂ ਸਾਨੂੰ ਰੋਜ਼ਗਾਰ ਲਈ ਬਾਹਰ ਜਾਣਾ ਸਹੀ ਹੈ? ਦੇਖੋ ਗੱਲ ਇੱਦਾਂ ਕਿ ਮੈਂ ਬਹੁਤ ਲੋਕਾਂ ਨੂੰ ਮਿਲੀ ਹਾਂ, ਕਿਉਂਕਿ 2006 ਦੇ ਵਿੱਚ ਮੈਂ ਦੂਰਦਰਸ਼ਨ ਜੁਆਇਨ ਕਰਿਆ ਸੀ। ਉਸ ਤੋਂ ਬਾਅਦ ਵਰਲਡ ਟੂਰ ਮੈਂ ਕਰ ਚੁੱਕੀ ਹਾਂ, ਬਹੁਤ ਲੋਕਾਂ ਨੂੰ ਮਿਲੀ ਹਾਂ ਔਰ ਕਾਫੀ ਲੋਕਾਂ ਨੇ ਮੈਨੂੰ ਇਹੀ ਕਿਹਾ ਕਿ ਜੇ ਤੁਸੀਂ ਕਾਮਯਾਬ ਹੋਣਾ ਹੈ ਤਾਂ ਤੁਸੀਂ ਜਿੱਥੇ ਰਹਿੰਦੇ ਹੋ ਨਾ ਉਸ ਚੀਜ਼ ਨੂੰ ਛੱਡ ਕੇ ਅੱਗੇ ਜਾਓ ਜੇ ਤੁਸੀਂ ਕਾਮਯਾਬ ਹੋਣਾ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਪਿੰਡ ਨੇ ਨਾ ਉਹ ਸਾਡੇ ਰਹਿਣ ਲਈ ਬਹੁਤ ਵਧੀਆ ਨੇ, ਕਿਉਂਕਿ ਐਟਮੋਸਫੇਅਰ ਪਿੰਡਾਂ ਦਾ ਬਹੁਤ ਹੈ। ਜੇ ਅਸੀਂ ਸਹੂਲਤਾਂ ਦੀ ਗੱਲ ਕਰੀਏ ਕਿ ਜੋ ਸਹੂਲਤਾਂ ਸ਼ਹਿਰਾਂ ਦੇ ਵਿੱਚ ਨੇ ਉਹ ਪਿੰਡਾਂ ਦੇ ਵਿੱਚ ਨਹੀਂ, ਪਰ ਜੇ ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਆ, ਤੁਸੀਂ ਟੈਕਨੋਲੋਜੀ ਦੇ ਨਾਲ ਜੁੜਨਾ ਚਾਹੁੰਦੇ ਹੋ, ਨਵੀਆਂ ਚੀਜ਼ਾਂ ਨੂੰ ਸਿੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਆ ਕੇ ਰਹਿਣਾ ਚਾਹੀਦਾ ਆ। ਮਤਲਬ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾਂਦਾ ਕਿ ਜਦੋਂ ਸ਼ਹਿਰ ਦੀ ਭੀੜ ਦੇ ਵਿੱਚ ਸਾਡੇ ਜਿਹੜੇ ਸਬਰ ਹੁੰਦਾ, ਸਾਡੀ ਜਿਹੜੀ ਸ਼ਾਂਤੀ ਹੁੰਦੀ ਹੈਗੀ ਆ, ਉਹ ਕਿਤੇ ਨਾ ਕਿਤੇ ਜ਼ਰੂਰ ਗਵਾਚ ਜਾਂਦੀ ਹੈਗੀ, ਕਿਉਂਕਿ ਜੋ ਮਿਲਦਾ ਉਹਦੇ ਤੋਂ ਉੱਤੇ ਹੀ ਕੁਛ ਨਾ ਕੁਛ ਚਾਹ ਰਿਹਾ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਵੀ ਪਿੰਡਾਂ 'ਚ ਉੱਠ ਕੇ ਆਏ ਹਾਂ, ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿ ਰਹੇ ਹਾਂ। ਸੋ ਕਿਤੇ ਨਾ ਕਿਤੇ ਸਾਨੂੰ ਵੀ ਇਸ ਚੀਜ਼ ਦੀ ਕਮੀ ਹੁੰਦੀ ਹੈ। ਜਦੋਂ ਅਸੀਂ ਸਕੂਨ ਭਾਲਣਾ ਹੁੰਦਾ ਉਦੋਂ ਅਸੀਂ ਘਰਾਂ ਨੂੰ ਮਿਲਦੇ ਹਾਂ, ਵਾਪਸ ਅਸੀਂ ਪਿੰਡ ਜਾਂਦੇ ਹਾਂ ਔਰ ਫਿਰ ਹਫਤਾ ਲਾ ਕੇ ਆਈਦਾ ਹੈ ਨਾ। ਸੋ ਇਹ ਚੀਜ਼ ਤਾਂ ਮੈਂ ਮੰਨਦੀ ਹਾਂ ਕਿ ਜਿਹੜਾ ਤੁਹਾਡਾ ਸਕੂਨ ਹੈ ਉਹ ਗਵਾਚ ਜਾਂਦਾ, ਫਿਰ ਬੰਦਾ ਸਿਰਫ ਇੱਕ ਕਠਪੁਤਲੀ ਬਣ ਕੇ ਰਹਿ ਜਾਂਦਾ, ਜਾਂ ਇਹ ਕਹਿ ਲਓ ਕਿ ਇੱਕ ਮਸ਼ੀਨ ਹੁੰਦੀ ਹੈ ਨਾ ਜਿਹੜੀ ਕਿ ਜਿਹਨੇ ਸਵੇਰੇ 9 ਵਜੇ ਚੱਲਣਾ ਤੇ ਰਾਤ ਨੂੰ 9-10 ਵਜੇ ਆ ਕੇ ਬੈੱਡ ਤੇ ਪੈਣਾ, ਸੌਣਾ, ਹੈ ਨਾ, ਉਹ ਹੋ ਜਾਂਦਾ। ਉਦੋਂ ਫਿਰ ਸਿਰਫ ਫੋਕਸ ਤੁਸੀਂ ਆਪਣੇ ਕੰਮ ਤੇ ਕਰਦੇ ਹੋ। ਜ਼ਿੰਦਗੀ ਜਿਹੜੀ ਕੀ ਹੈ, ਕਿ ਜ਼ਿੰਦਗੀ ਕਿਉਂ ਮਿਲੀ ਹੈ ਸਾਨੂੰ ਔਰ ਇਹਦਾ ਮੋਟਿਵ ਕੀ ਹੈ, ਸਾਡੀ ਇੰਟਰਨਲ ਆਤਮਾ ਨੂੰ ਜਿਹੜੀ ਸ਼ਾਂਤੀ ਚਾਹੁੰਦੇ ਹੋ, ਅਸੀਂ ਕਹਿੰਦੇ ਵੀ ਹਾਂ ਬਸ ਹੁਣ ਕੋਈ ਸਾਨੂੰ ਡਿਸਟਰਬ ਨਾ ਕਰੇ, ਉਹ ਚੀਜ਼ ਗਵਾਚ ਜਾਂਦੀ ਹੈ ਸ਼ਹਿਰਾਂ 'ਚ ਆ ਕੇ, ਮੈਨੂੰ ਐਂ ਲੱਗਦਾ। ਜਦੋਂ ਇਹ ਗੱਲ ਕਰਦੇ ਹਾਂ ਕਿ ਚੰਗੇ ਭਵਿੱਖ ਦੀ, ਉਜਵਲ ਭਵਿੱਖ ਦੀ, ਤਾਂ ਸਾਨੂੰ ਇਹ ਹੁੰਦਾ ਹੈਗਾ ਕਿ ਜੇ ਸ਼ਹਿਰ 'ਚ ਆਏ ਹਾਂ ਤਾਂ ਭਵਿੱਖ ਸਾਡਾ ਸੰਵਰ ਜੂਗਾ, ਪਰ ਉਹ ਪਿੰਡਾਂ ਵਾਲਿਆਂ ਲਈ ਜਿਹੜਾ ਸ਼ਹਿਰ ਹੈਗਾ ਉਹ ਵੀ ਵਿਦੇਸ਼ ਵਰਗਾ ਹੀ ਹੈ। ਤੇ ਫਿਰ ਇਹ ਕਿਉਂ ਕਿਹਾ ਜਾਂਦਾ ਹੈ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹ ਵਿਦੇਸ਼ਾਂ ਵੱਲ ਭੱਜ ਰਹੀ ਹੈ, ਤੇ ਉਹ ਮਾੜੀ ਗੱਲ? ਉਹ ਗੱਲ ਇੱਦਾਂ ਆ ਕਿ ਇਹ ਜਿਹੜੀਆਂ ਬਹੁਤ ਵੱਡੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਮੌਜੂਦਾ ਸਰਕਾਰਾਂ ਨੇ, ਔਰ ਕਿਉਂਕਿ ਬੱਚੇ, ਸਾਡੀ ਜਨਰੇਸ਼ਨ ਜਿਹੜੀ ਆ ਉਹ ਪੜ੍ਹ ਲਿਖ ਜ਼ਿਆਦਾ ਗਈ ਹੈ ਨਾ। ਪਹਿਲਾਂ ਇਹ ਗੱਲ ਮਤਲਬ ਪੜ੍ਹਾਈ ਜਿਹੜੀ ਐਜੂਕੇਸ਼ਨ ਇੰਨੀ ਜ਼ਿਆਦਾ ਨਹੀਂ ਸੀ ਹੁੰਦੀ, ਹੁਣ ਐਜੂਕੇਸ਼ਨ ਇੰਨੀ ਜ਼ਿਆਦਾ ਹੋ ਚੁੱਕੀ ਹੈ ਔਰ ਬੱਚੇ ਜਿਹੜੇ ਨੇ ਪੜ੍ਹ ਲਿਖ ਬਹੁਤ ਗਏ ਨੇ, ਬਟ ਐਜ਼ ਕੰਪੈਰੀਟਿਵਲੀ ਉਹਦੇ ਅਕੋਰਡਿੰਗ ਜਿਹੜੀਆਂ ਜੌਬ ਫੈਸਿਲਿਟੀਜ਼ ਨੇ ਨਾ, ਜਿੰਨਾ ਬੱਚਾ ਜਿੱਦਾਂ ਹੁਣ ਕਿਸੇ ਨੇ MBA ਕੀਤੀ ਹੈ ਫੋਰ ਐਗਜ਼ਾਮਪਲ, ਹੈ ਨਾ, ਕਿਸੇ ਨੇ ਮਾਸਟਰਸ ਕੀਤੀ ਹੈ, ਪਰ ਉਹਨੂੰ ਜੌਬ ਕੀ ਮਿਲਦੀ ਹੈ 10,000 12,000, ਉਹ ਨਹੀਂ ਕਰੂਗਾ ਕਿਉਂਕਿ ਉਹਦੀ ਪਰਸਨੈਲਿਟੀ ਨਹੀਂ ਉਹਨੂੰ ਅਲਾਉਡ ਕਰਦੀ, ਕਿਉਂਕਿ ਇੰਨਾ ਪੜ੍ਹ ਲਿਖ ਕੇ। ਸੋ ਉਸ ਕਰਕੇ ਫਿਰ ਉਹ ਜਿਹੜੀਆਂ ਜਦੋਂ ਓਪਰਚੁਨਿਟੀਜ਼ ਸਾਨੂੰ ਸਾਡੇ ਦੇਸ਼ ਦੇ ਵਿੱਚ ਨਹੀਂ ਮਿਲਦੀਆਂ ਫਿਰ ਉਹ ਬਾਹਰ ਜਾਂਦੇ ਨੇ। ਸੋ ਮੈਂ ਇਹ ਬਹੁਤ ਵਾਰੀ ਕਹਿੰਦੀ ਹੁੰਦੀ ਹਾਂ, ਕਿਉਂਕਿ ਅਸੀਂ NGO ਵੀ ਆਪਰੇਟ ਕਰਦੇ ਹਾਂ, ਸਮਾਜ ਸੇਵਾ ਵੀ ਕਰਦੇ ਹਾਂ, ਅਸੀਂ ਉੱਥੇ ਵੀ ਸਰਕਾਰਾਂ ਨੂੰ ਇਹੀ ਕਹਿੰਦੇ ਹੁੰਦੇ ਹਾਂ ਕਿ ਇੱਦਾਂ ਦੀਆਂ ਜੌਬ ਫੈਸਿਲਿਟੀਜ਼ ਇੱਥੇ ਹੋਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ, ਖਾਸ ਕਰਕੇ ਕਿ ਇੱਕ ਮਾਂ ਦਾ ਪੁੱਤ ਉਹਦੇ ਤੋਂ ਵੱਖ ਨਾ ਹੋਵੇ, ਇੱਕ ਮਾਂ ਦੀ ਧੀ ਉਹਦੇ ਤੋਂ ਵੱਖ ਨਾ ਹੋਵੇ, ਭੈਣ ਤੋਂ ਭਰਾ ਵੱਖ ਨਾ ਹੋਵੇ, ਕਿਉਂਕਿ ਬਹੁਤ ਸਰਕਮਟੈਂਸਿਸ ਅਜਿਹੇ ਆਉਂਦੇ ਨੇ ਜ਼ਿੰਦਗੀ 'ਚ ਕਿ ਮਜਬੂਰੀ ਬਣ ਜਾਂਦੀ ਹੈ ਕਿ ਬੱਚੇ ਬਾਹਰ ਬੈਠੇ ਨੇ ਤੇ ਘਰ ਦੇ ਵਿੱਚ ਐਡੀਆਂ ਪ੍ਰੋਬਲਮਸ ਆ ਗਈਆਂ। ਸੋ ਜੇ ਸਾਨੂੰ ਇੱਥੇ ਚੰਗਾ ਰੁਜ਼ਗਾਰ ਮਿਲੇ ਫਿਰ ਅਸੀਂ ਬਾਹਰ ਕਿਉਂ ਜਾਈਏ? ਜੇ ਤੁਹਾਡੇ ਸਫ਼ਰ ਦੀ ਗੱਲ ਕਰੀਏ, ਤੁਸੀਂ ਹੋਸਟਿੰਗ ਤੋਂ, ਐਂਕਰਿੰਗ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ, ਫਿਰ ਹੁਣ ਅੱਜ ਕੱਲ੍ਹ ਸਾਨੂੰ ਗੀਤ ਵੀ ਤੁਹਾਡੇ ਸੁਣਨ ਨੂੰ ਮਿਲ ਰਹੇ ਹੈਗੇ ਨੇ, ਤੇ ਉਹਨਾਂ ਦੋਨਾਂ ਪੱਖਾਂ ਨੂੰ ਕਿਵੇਂ ਦੇਖਦੇ ਹੋ, ਦੋਨੇ ਕਿੱਤਿਆਂ ਨੂੰ ਕਿਵੇਂ ਵੇਖਦੇ? ਐਕਚੁਅਲੀ ਗੱਲ ਤਾਂ ਕਲਾਕਾਰੀ ਨਾਲ ਹੀ ਜੁੜੀ ਹੋਈ ਹੈ।
ਪਹਿਲਾਂ ਬੋਲਾਂ ਨਾਲ ਐਂਟਰਟੇਨ ਕਰੀਦਾ ਸੀਗਾ, ਹੁਣ ਗੀਤਾਂ ਨਾਲ ਐਂਟਰਟੇਨ ਕਰਦੇ ਆ। ਬਟ ਇਹ ਲੱਗਦਾ ਵੀ ਜਿਹੜੀ ਪਹਿਚਾਣ ਮੈਨੂੰ ਦੂਰਦਰਸ਼ਨ ਨੇ ਦਿੱਤੀ ਹੈ ਉਹ ਇੱਕ ਐਂਕਰਿੰਗ ਦੇ ਵਿੱਚ ਹੀ ਮੈਨੂੰ ਮਿਲੀ ਆ, ਬਹੁਤ ਵੱਡੀ ਪਹਿਚਾਣ ਮਿਲੀ ਹੈ। ਸੋ ਉਸ ਪਹਿਚਾਣ ਨੂੰ ਮੈਂ ਮੇਨਟੇਨ ਕਰਨ ਦੇ ਲਈ ਸਿੰਗਿੰਗ ਦੇ ਵਿੱਚ ਆਈ ਹਾਂ। ਸੋ ਉਹਦੇ ਵਿੱਚ ਵੀ ਮੈਨੂੰ ਮੇਰੇ ਦਰਸ਼ਕਾਂ ਨੇ ਮਾਣ ਮੱਤਾ ਪਿਆਰ ਦਿੱਤਾ ਆ। ਸੋ ਦੋਨੋਂ ਚੀਜ਼ਾਂ ਬਹੁਤ ਵਧੀਆ ਨੇ, ਕਿਉਂਕਿ ਜਦੋਂ ਗਾਉਣ ਦਾ ਦਿਲ ਕਰਦਾ ਤਾਂ ਗਾ ਲੈਂਦੀ ਆ, ਜਦੋਂ ਸ਼ੇਰ ਸ਼ਾਇਰੀ ਦਾ ਦਿਲ ਕਰਦਾ ਤਾਂ ਗੱਲਾਂ ਕਰ ਲਈਦੀਆਂ ਨੇ। ਸੋ ਮੈਨੂੰ ਲੱਗਦਾ ਵਧੀਆ ਬੋਲਡਨੈਸ। ਮੈਂ ਅੱਜ ਇਹ ਸੋਚ ਰਹੀ ਸੀ, ਮੈਂ ਕਿਹਾ ਮੇਰਾ ਵਧੀਆ ਆ ਹੈ ਨਾ, ਅਤੇ ਕਿਤੇ ਕੋਈ ਇੱਦਾਂ ਦਾ ਸ਼ੋਅ ਹੁੰਦਾ ਮੈਨੂੰ ਉੱਥੇ ਵੀ ਇਨਵਾਈਟ ਕੀਤਾ ਜਾਂਦਾ ਹੈ, ਬਹਾਨੇ ਨਾਲ ਮਿਲ ਗਿਲ ਲਈਦਾ ਹੈ ਨਾ। ਮੈਂ ਕਿਹਾ ਜਿੱਥੇ ਸਿੰਗਿੰਗ ਨਾ ਹੁੰਦਾ ਉੱਥੇ ਵੀ ਹੋ ਜਾਂਦਾ ਆ। ਸੋ ਮੈਨੂੰ ਲੱਗਦਾ ਵੀ 2 in 1 ਵਧੀਆ ਆ। ਫਿਰ ਅਸੀਂ 2 ਕਬੋਲ ਹੋ ਜਾਂਦੀ ਗਾਇਕੀ ਵਾਲੇ ਸਾਨੂੰ ਰੰਗ ਦੇਖਣ ਨੂੰ ਮਿਲਦੇ। ਹਾਂਜੀ, ਮੇਰਾ ਨਾ ਲੇਟੈਸਟ ਹੀ ਗਾਣਾ ਰਿਲੀਜ਼ ਹੋਇਆ। ਜਿਵੇਂ ਤੁਸੀਂ ਕਿਹਾ ਵੀ ਮਾਹੌਲ ਦੇ ਨਾਲ ਜੁੜੀ ਹੋਈ ਗੱਲ ਕਰਨੀ ਚਾਹੀਦੀ ਹੈ। ਸੋ ਜਿਵੇਂ ਯੂਨੀਵਰਸਿਟੀਆਂ ਦੀ ਗੱਲ ਕਰੀਏ, ਕਾਲਜਿਸ ਦੀ, ਜਾਂ ਕੋਈ ਵੀ ਹੋਵੇ, ਪ੍ਰਧਾਨ ਦਾ ਰੁਤਬਾ ਬਹੁਤ ਵੱਡਾ ਹੁੰਦਾ ਨਾ। ਹਰ ਬੰਦਾ ਚਾਹੁੰਦਾ ਵੀ ਮੈਂ ਪ੍ਰਧਾਨ ਬਣਾ। ਸੋ ਪ੍ਰਧਾਨਗੀ ਦੇ ਉੱਤੇ ਗੀਤ ਸੀ ਮੇਰਾ, ਹੁਣੇ 10-15 ਦਿਨ ਹੋ ਗਏ ਰਿਲੀਜ਼ ਹੋਇਆ। ਉਹ ਗੱਭਰੂ ਸ਼ੌਕੀਨ ਮੁੰਡਾ ਪੁੱਤ ਜੱਟ ਦਾ, ਜਿੱਥੇ ਰੱਖ ਲੈਂਦਾ ਪੈਰ ਨਹੀਂ ਉਹ ਪਿੱਛੇ ਪੱਟਦਾ। ਉਹ ਥਾਣੇਦਾਰ ਉਹਨੂੰ ਨੇ ਸਲੂਟ ਮਾਰਦੇ, ਵੱਡੇ ਵੱਡੇ ਲੀਡਰਾਂ ਨਾਲ ਲਾਈਆਂ ਯਾਰੀਆਂ। ਚੁੰਮਦੀ ਆ ਪੈਰ ਉਹਦੇ ਪ੍ਰਧਾਨਗੀ, ਘੈਂਟ ਬੰਦਿਆਂ ਨਾਲ ਰੱਖਦਾ ਏ ਲਾ ਕੇ ਯਾਰੀਆਂ। ਚੁੰਮਦੀ ਆ ਪੈਰ ਉਹਦੇ ਪ੍ਰਧਾਨਗੀ, ਘੈਂਟ ਬੰਦਿਆਂ ਨਾਲ ਰੱਖਦਾ ਏ ਲਾ ਕੇ ਯਾਰੀਆਂ। ਕਿਆ ਬਾਤ। ਤੇ ਰਮਨ ਜੀ, ਜਾਂਦੇ ਜਾਂਦੇ ਦਰਸ਼ਕਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ? ਤੇ ਮੈਂ ਚਾਹੂੰਗਾ ਕਿ ਜਿਹੜੀ ਸਾਡੀ ਇੰਟਰਵਿਊ ਦੀ ਜਿਹੜੀ ਮੁਕਾ ਉਹ ਤੁਹਾਡੇ ਅੰਦਾਜ਼ 'ਚ ਹੋਵੇ, ਤੇ ਮੈਂ ਤੁਹਾਡੇ ਵੱਲ। ਹਾਂਜੀ, ਸੋ ਚਸਕਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ। ਸੋ ਗੱਲ ਇਹ ਹੈ ਵੀ ਸੁਨੇਹਾ ਮੈਨੂੰ ਇਹਨਾਂ ਨੇ ਕਿਹਾ ਦੇਣ ਲਈ, ਮੈਂ ਸਾਰੇ ਦਰਸ਼ਕਾਂ ਨੂੰ ਇਹੀ ਸੁਨੇਹਾ ਦਊਂਗੀ ਕਿ ਚੰਗੇ ਗੀਤ ਸੁਣੋ, ਚੰਗੀਆਂ ਵੀਡੀਓਜ਼ ਦੇਖੋ, ਚੰਗਾ ਫਿਲਮਾਂਕਣ ਜਿਹੜੀ ਵੀਡੀਓ 'ਚ ਹੋਵੇ। ਜੇ ਅਸੀਂ ਚੰਗੇ, ਤੁਸੀਂ ਚਾਹੁੰਦੇ ਹੋ ਨਾ ਕਿ ਕਲਾਕਾਰ ਜਿਹੜੇ ਹੁਣ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਵੀ ਲੱਚਰ ਗਾਇਕੀ ਖਤਮ ਹੋਵੇ, ਅਸੀਂ ਗੀਤ ਗਾਉਣੇ ਬੰਦ ਕਰ ਦਾਂਗੇ, ਪਰ ਤੁਸੀਂ ਵੀ ਵਾਅਦਾ ਕਰੋ ਕਿ ਤੁਸੀਂ ਵੀ ਚੰਗੇ ਗੀਤ ਸੁਣੋਗੇ, ਚੰਗੀਆਂ ਵੀਡੀਓਜ਼ ਦੇਖੋਗੇ, ਕਿਉਂਕਿ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ, ਇੱਕ ਤੇ ਇੱਕ 11 ਹੁੰਦੇ ਨੇ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ ਤਾਂ ਤੁਹਾਨੂੰ ਵੀ ਆਪਣੇ ਆਪ ਨੂੰ ਬਦਲਣਾ ਪੈਣਾ। ਜੇ ਅਸੀਂ ਚੰਗੇ ਗੀਤ ਗਾਵਾਂਗੇ, ਤੁਸੀਂ ਵਾਅਦਾ ਕਰੋ ਕਿ ਉਹਨਾਂ ਚੰਗੇ ਗੀਤਾਂ ਨੂੰ ਸੁਣੋਗੇ, ਉਹਨਾਂ ਚੰਗੇ ਗੀਤਾਂ ਨੂੰ ਪ੍ਰਮੋਟ ਕਰੋਗੇ। ਸੋ ਆਓ ਰਲ ਮਿਲ ਕੇ ਸਾਰੇ ਜਣੇ ਇੱਕ ਸੋਨੇ ਦੀ ਚਿੜੀ, ਜਿਹਨੂੰ ਪੰਜਾਬ ਕਹਿੰਦੇ ਸੀ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ ਹੈ ਨਾ, ਰੰਗਲਾ ਪੰਜਾਬ ਬਣਾਈਏ। ਆਓ ਰਲ ਮਿਲ ਕੇ ਸਾਰੇ ਇਹਨਾਂ ਖੂਬਸੂਰਤ ਬੋਲਾਂ ਦੇ ਨਾਲ ਤੁਹਾਡੇ ਤੋਂ ਵਿਦਾਈ ਲੈਣੀ ਹੈ ਜੀ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਚਸਕਾ ਟੀਵੀ, ਦੇਖਦੇ ਰਹੋ ਚਸਕਾ ਟੀਵੀ। अरे साले हरामजादे! ਤੁਹਾਡੇ ਤੇ ਨਾ ਗੁਲਾਬੀ ਰੰਗ ਬੜਾ ਭਾਵਦਾ ਗੀਤ ਹੋ। भाभी बुला रही है। ਤੁਸੀਂ ਹੋਰ ਵੀ ਇੱਥੇ ਕਰੇਂਗਾ ਕੀ ਤੂੰ ਹੈ? कद्दू तक तू इन डंगरा नाल मथा मारदा रहेगा है? ओ कोई बड़ा काम कर। गुस्सा तो हर वेले तेरे नखते ही बैठा रहंदा, किसी दिन किसी ਨੂੰ ਮਾਰ ਬੈਠੇਗਾ। He is the director, writer and director of the movie Ranj, Mr. Sunit Sinha. So बहुत ही ਉੱਘੇ ਇੱਕ ਥੀਏਟਰ ਪਰਸਨੈਲਿਟੀ ਨੇ। ਬਹੁਤ ਸਾਰੀਆਂ ਦੇ ਸ਼ਾਰਟ ਫਿਲਮਸ ਪਹਿਲਾਂ ਇੰਟਰਨੈਸ਼ਨਲ ਲੈਵਲ ਤੇ ਰਿਕਗਨਾਈਜ਼ ਹੋਈਆਂ ਨੇ। ਇਹ ਫਿਲਮ ਵੀ ਇੱਥੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਇੰਟਰਨੈਸ਼ਨਲ ਫੈਸਟੀਵਲ ਵਿੱਚ ਰਿਕਗਨਾਈਜ਼ ਹੋ ਚੁੱਕੀ ਹੈ, ਬਹੁਤ ਸਾਰੀ ਉੱਥੋਂ ਪ੍ਰੇਜ਼ ਮਿਲੀ ਹੈ ਜੀ। ਪਰ ਫੀਚਰ ਫਿਲਮ ਫਸਟ ਟਾਈਮ, ਜਿੱਦਾਂ ਕਿ ਮੇਰੀ ਸਰ ਨਾਲ ਗੱਲ ਹੋਈ ਸੀ, ਇਹਨਾਂ ਨੇ ਕਿਹਾ ਕਿ ਫਸਟ ਟਾਈਮ ਮੈਂ ਕੋਈ ਪੰਜਾਬੀ ਫੀਚਰ ਫਿਲਮ ਨੂੰ ਡਾਇਰੈਕਟ ਕੀਤਾ ਤੇ ਤੁਹਾਡੀ ਕਚਹਿਰੀ ਵਿੱਚ ਲੈ ਕੇ ਆਏ ਨੇ ਜੀ। ਆਦੇਸ਼ ਸਿੱਧੂ ਬਾਈ, ਜਿਨ੍ਹਾਂ ਦੇ ਬਾਰੇ ਮੈਂ ਜ਼ਿਕਰ ਕਰ ਚੁੱਕਿਆ, ਪ੍ਰੋਡਿਊਸਰ ਵੀ ਨੇ ਫਿਲਮ ਦੇ। तो बहुत शिद्दत नाल इन्हों ने इस प्रोजैक्ट के उत्ते काम किया, बहुत दिलों जुड़े हुए हैं इस प्रोजैक्ट के नाल। सो फस्ट टाइम ये भी एज अ पंजाबी फीचर फिल्म के जरिए तुहाडे रूबरू होणगे। एंड फिल्म की एक्ट्रैस एकता सोडी जी, वेलकम वंस अगेन। सो सारे आर्टिस्टां नूं तुसीं मे बी पहली दफ़ा आपां इत्थे देख रहे हैं, पर इन्हां दी मेहनत काफ़ी सालों तो, जिद्दां कि मेरी गल हो रही सी डायरैक्टर साहब नाल कि काफ़ी सालों तो बरकरार है, तो वो मेहनत फाइनली हुण तुहाडे सामने 10 जून नूं सिनेमा घर दे थ्रू तुहाडे सारिਆਂ तक पहुंचेगी जी। रंज शब्द के बारे आप पहला डिस्कस कर चुके हैं, पर हुण मैं पहला गुरकिरपाल सुरापुरी भाजी वाल जाना, क्योंकि ये वो चेहरे ने जिन्होंने आप बहुत अच्छी तरह वाकिफ है। रेशम अनमोल भाजी, सो इन्हों का इस टीम के नाल खड़ना अपने आप में बहुत कुछ कहेगा जी। सो सुरापुरी भाजी, मैं पहला माइक थोनों फड़ाउणा, इस फिल्म नूं लैके, पंजाबी स्टार लाइव नूं लैके की कहना चाहोगे? रंज शब्द सुनते की आउंदा ज़हन विच? सब तो पहला जिन्हें भी मीडिया, प्रिंट मीडिया, इलैक्ट्रॉनिक मीडिया, सारे वेलकम है जी। पंजाबी स्टार लाइव सणवीर गैरी ते हैरी जी जिन्होंने सारा यह प्लान किया, बहुत बधाई के पात्र ने। तो साड़ी आर्टिस्ट लाइन के विचों रमन जी,
ਰੇਸ਼ਨ ਮਲੋਲ ਜੀ। ਤੇ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਕਿਉਂਕਿ ਸ਼ਬਦ ਬਹੁਤ ਵਧੀਆ ਹੈ। ਰੰਜ ਦੁੱਖ ਜਿਹਨੂੰ ਕਹਿ ਸਕਦੇ ਆਪਾਂ, ਅੰਦਰੂਨੀ ਦੁੱਖ ਜਿਹੜਾ ਹੈ ਨਾ, ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਆਉਂਦੇ ਰਹਿੰਦੇ ਨੇ। ਪਰ ਜਿੰਨਾ ਕਿ ਵੀ ਮੈਂ ਟ੍ਰੇਲਰ ਦੇਖਿਆ ਉਹਦੇ ਮੁਤਾਬਕ ਬਹੁਤ ਸੋਹਣੀ ਮੂਵੀ ਆ, ਕਿਉਂਕਿ ਬਹੁਤ ਘੱਟ ਪ੍ਰੈਕਟੀਕਲ ਹੁੰਦੇ ਨੇ ਇੱਦਾਂ ਦੀਆਂ ਮੂਵੀਆਂ ਦੇ ਲਈ। ਉਹ ਚੰਗੇ ਡਾਇਰੈਕਟਰ ਹੀ ਇਹ ਕੋਸ਼ਿਸ਼ ਕਰ ਸਕਦੇ ਨੇ, ਚੰਗੇ ਪ੍ਰੋਡਿਊਸਰ ਹੀ ਇਹ ਕੋਸ਼ਿਸ਼ ਕਰ ਸਕਦੇ ਨੇ, ਚੰਗੇ ਐਕਟਰ ਹੀ ਕੋਸ਼ਿਸ਼ ਕਰ ਸਕਦੇ ਨੇ, ਕਿਉਂਕਿ ਐਂਟਰਟੇਨਮੈਂਟ, ਲਾਫਟਰ, ਇਹ ਸਾਰਾ ਕੁਝ ਚੱਲ ਰਿਹਾ ਇੰਡਸਟਰੀ ਦੇ ਵਿੱਚ। ਪਰ ਇਹੋ ਜਿਹੀਆਂ ਫਿਲਮਾਂ ਬਣਨੀਆਂ ਬਹੁਤ ਚੰਗੀ ਗੱਲ ਹੈ, ਕਿਉਂਕਿ ਸ਼ਾਰਟ ਮੂਵੀਜ਼ ਤੋਂ ਭਾਜੀ ਉਹਨਾਂ ਨੇ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫੀਚਰ ਫਿਲਮ ਹੈ ਔਰ ਸਾਡੀਆਂ ਬਲੈਸਿੰਗਸ ਨੇ ਔਰ ਪ੍ਰਮਾਤਮਾ ਇਹ ਫਿਲਮ ਸੁਪਰ ਡੁਪਰ ਹਿੱਟ ਹੋਵੇ। ਸਾਡੇ ਚੰਡੀਗੜ੍ਹ ਦਾ ਮੁੰਡਾ ਜੀ ਇੱਕ ਵਾਰੀ ਤਾੜੀਆਂ ਮਾਰੂ ਪਹਿਲੀ ਗੱਲ, ਕਿਉਂਕਿ ਅਸੀਂ ਇੱਥੇ ਹੀ ਪੜ੍ਹਿਆ, ਚਾਹੇ ਪਿੰਡਾਂ ਦੇ ਵਿੱਚੋਂ ਆ ਗਏ। ਇੰਡਸਟਰੀ ਸਾਡੀ ਇਹ ਇੰਨੀ ਗਰੋ ਕਰ ਰਹੀ ਹੈ ਕਿ ਬੰਬੇ ਅੱਗੇ ਜਾਣਾ ਪੈਂਦਾ ਸੀ, ਪਰ ਹੁਣ ਇੱਥੇ ਵੀ ਸਾਰੇ ਸਟੂਡੀਓਜ਼ ਨੇ ਬਣ ਗਏ ਨੇ। ਤੇ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ, ਮੈਡਮ ਸੋਢੀ ਜੀ ਨੂੰ। ਤੇ ਕਿਉਂਕਿ ਜਦੋਂ ਤੁਸੀਂ ਵੱਡੇ ਪਰਦੇ ਤੇ ਆਪਣੇ ਆਪ ਨੂੰ ਦੇਖਦੇ ਆ ਇੱਕ ਫੀਚਰ ਫਿਲਮ ਦੇ ਤੌਰ ਤੇ, ਉਹਦਾ ਇੱਕ ਅਲੱਗ ਐਕਸਪੀਰੀਅੰਸ ਹੁੰਦਾ। ਸਾਡਾ ਵੀਰ ਗੁਰਜੀਤ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਰੇਸ਼ਮ ਜੀ ਥੈਂਕ ਯੂ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਦੋਂ ਵੀ ਪੰਜਾਬੀ ਸਿਨੇਮਾ ਜਾਂ ਪੰਜਾਬੀ ਮਾਂ ਬੋਲੀ ਨਾਲ ਖੜਨ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਹੀ ਆਪਾਂ ਤਨ ਮਨ ਧਨ ਤੋਂ ਹਮੇਸ਼ਾ ਹੀ ਨਾਲ ਖੜੇ ਹਾਂ। ਔਰ ਪੰਜਾਬੀ ਸਟਾਰ ਲਾਈਵ ਨੇ ਜਦੋਂ ਸਾਨੂੰ ਇਨਵੀਟੇਸ਼ਨ ਦਿੱਤਾ, ਮਨਰਾਜ ਵੀਰੇ ਨੇ, ਗੈਰੀ ਸ਼ਰਮਾ ਔਰ ਹੈਰੀ ਜੀ ਜਿਹੜੇ USA ਬੈਠੇ ਨੇ, ਉਹਨਾਂ ਦਾ ਪੰਜਾਬੀ ਮਾਂ ਬੋਲੀ ਨਾਲ ਲਗਾਵ ਹੈ ਨਾ, ਮੈਨੂੰ ਸਪੈਸ਼ਲ ਇਨਵਾਈਟ ਕੀਤਾ ਕਿ ਪੰਜਾਬੀ ਮਾਂ ਬੋਲੀ ਦੇ ਲਈ ਜਿਹੜਾ ਬਹੁਤ ਵੱਡਾ ਇੱਕ ਮਾਈਗ੍ਰੇਸ਼ਨ ਦਾ ਦਰਦ ਹੈ ਕਿ ਆਪਾਂ ਆਪਣੇ ਰੁਜ਼ਗਾਰ ਦੇ ਲਈ, ਰੋਟੀ ਦੇ ਲਈ ਜਦੋਂ ਆਪਣਾ ਘਰ ਛੱਡ ਕੇ ਕਿਤੇ ਹੋਰ ਜਾਂਦੇ ਹਾਂ, ਉਹ ਇੱਕ ਦਰਦ, ਉਹ ਕਲਚਰ ਦਾ ਡਿਫਰੈਂਸ ਇਸ ਮੂਵੀ ਦੇ ਵਿੱਚ ਜਿਹੜਾ ਦਿਖਾਇਆ ਗਿਆ ਹੈ। ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜਿਹੜਾ ਪੰਜਾਬੀ ਸਿਨੇਮਾ ਹੈ ਗਰੋ ਕਰ ਰਿਹਾ ਹੈ। ਜਦੋਂ ਆਪਾਂ ਸਾਊਥ ਦੀ ਗੱਲ ਕਰਦੇ ਹਾਂ ਤਾਂ RRR, KFG2 ਵਰਗੀਆਂ, ਬਾਹੂਬਲੀ ਵਰਗੀਆਂ ਮੂਵੀਆਂ ਜਦੋਂ ਆਪਾਂ ਦੇਖਦੇ ਹਾਂ, ਹੈ ਨਾ, ਤਾਂ ਬਾਲੀਵੁੱਡ ਨੂੰ ਵੀ ਟੱਕਰ ਦੇ ਰਹੇ ਨੇ ਉਹ ਲੋਕ। ਅਤੇ ਸਾਡਾ ਫਰਜ਼ ਬਣਦਾ ਕਿ ਆਪਾਂ ਜਦੋਂ ਵੀ ਪੰਜਾਬੀ ਸਿਨੇਮੇ ਲਈ, ਪੰਜਾਬੀ ਮਾਂ ਬੋਲੀ ਦੇ ਲਈ ਕੋਈ ਕੰਮ ਕਰਦਾ ਤਾਂ ਹਮੇਸ਼ਾ ਉਹਦੀ ਬੈਕਬੋਨ ਕਰਕੇ, ਉਹਦਾ ਬੈਕਅਪ ਬਣ ਕੇ ਆਪਾਂ ਨਾਲ ਖੜੀਏ, ਉਹਦੇ ਇੱਕ ਦੂਜੇ ਦੀ ਟੰਗਾ ਨਾ ਖਿੱਚੀਏ। ਪਿੱਛੇ ਜਿਹੇ ਇੱਕ ਦੋ ਮੂਵੀ ਦੇ ਵਿੱਚ ਕਿੰਤੂ ਪਰੰਤੂ ਹੋਇਆ ਸੀ। ਸਾਡਾ ਫਰਜ਼ ਬਣਦਾ ਕਿਉਂਕਿ 47 ਦੇ ਵਿੱਚ ਪਹਿਲਾਂ ਹੀ ਸਾਨੂੰ ਲੱਗ ਕਰਕੇ ਸਾਡੀ ਇੰਡਸਟਰੀ ਅੱਧੀ ਕਰਤੀ ਗਈ ਹੈ। ਉਦੋਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਇਆ, ਪੰਜਾਬੀਅਤ ਦਾ ਹੋਇਆ। ਤਾਂ ਜਿਹੜਾ ਇਹ ਐਫਰਟ ਕੀਤਾ ਇਸ ਟੀਮ ਨੇ, ਸਿਨਹਾ ਸਾਹਿਬ, ਭਾਈ ਸਿੱਧੂ ਸਾਹਿਬ, ਇੱਕ ਤਾਂ ਮੈਮ ਰਮਨ ਜੀ ਪਹੁੰਚੇ ਆ ਸਪੋਰਟ ਦੇ ਲਈ, ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਔਰ ਗੁਰਜੀਤ ਵੀਰਾ ਸਾਡਾ ਸੋਹਣਾ ਸੁਨੱਖਾ ਗੱਭਰੂ ਔਰ ਬਹੁਤ ਅੱਛੇ ਇਨਸਾਨ ਵੀ ਨੇ, ਹਮੇਸ਼ਾ ਹੀ ਸਪੋਰਟ ਕਰ ਰਹੇ ਆ ਸਾਡੀ ਟੀਮ ਨੂੰ। ਮਨਰਾਜ ਜੀ ਆਏ ਨੇ ਔਰ ਪੰਜਾਬੀ ਸਟਾਰ ਲਾਈਵ ਦੀ ਸਾਰੀ ਟੀਮ ਹੈ ਉਹ ਵੀ ਪਹੁੰਚੀ ਹੈ। ਮੈਂ ਤਨ ਮਨ ਧਨ ਤੋਂ ਹਮੇਸ਼ਾ ਸਪੋਰਟ ਕਰਦਾ ਪੰਜਾਬੀ ਮਾਂ ਬੋਲੀ ਦੀ, ਪੰਜਾਬੀਅਤ ਦੀ। ਔਰ ਇਸ ਮੂਵੀ ਦੇ ਲਈ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਸਾਡੇ ਵੱਲੋਂ, ਦਿਲੋਂ ਮੁਬਾਰਕਾਂ। ਔਰ ਤੁਸੀਂ ਵੀ ਸਾਰੇ ਇਹਨੂੰ ਡਟ ਕੇ ਸਪੋਰਟ ਕਰੋ। ਥੈਂਕ ਯੂ ਗੁਰਜੀਤ ਜੀ। ਥੈਂਕ ਯੂ ਬਾਈ ਜੀ। ਤੇ ਆਪਾਂ ਕਿਉਂਕਿ ਜਿਹੜੇ ਜਾਣੇ ਪਹਿਚਾਣੇ ਚਿਹਰੇ ਨੇ, ਕਿਉਂਕਿ ਇਹਨਾਂ ਨੇ ਹੁਣ ਫਿਲਮ ਦੇ ਜ਼ਰੀਏ ਜਾਣ ਪਛਾਣ ਆਪਣੀ ਵਧਾਉਣੀ ਆ ਸਾਰਿਆਂ ਦੇ ਨਾਲ। ਉਸ ਤੋਂ ਪਹਿਲਾਂ ਆਪਾਂ ਇੱਧਰ ਮਸਤਾਨੀ ਬੈਂਡ ਤੋਂ ਨੇ ਜੀ ਮੈਮ ਪ੍ਰੀਤ ਜੀ, ਹੈ ਨਾ ਜੀ। ਸੋ ਅਸੀਂ ਇਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ। ਕੀ ਕਹਿਣਾ ਚਾਹੋਗੇ ਤੁਸੀਂ ਮੂਵੀ ਨੂੰ ਲੈ ਕੇ ਜੀ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਸਤਾਨੀ, ਐਕਚੁਅਲੀ ਮੇਰਾ ਨਾਮ ਹੈ ਪ੍ਰੀਤ ਕੌਰ, ਬਟ ਇੰਡਸਟਰੀ 'ਚ ਇੰਨੀ ਸੀ ਪ੍ਰੀਤ ਕਿ ਮੈਂ ਸੋਚਿਆ ਕਿ ਕੁਝ ਡਿਫਰੈਂਟ ਕੀਤਾ ਜਾਏ, ਹੈ ਨਾ ਨੇਮ। ਸੋ ਮੈਂ ਆਪਣਾ ਨੇਮ ਐਜ਼ ਅ ਮਤਲਬ ਮਸਤਾਨੀ ਆਏਗਾ ਹੁਣ ਜਿੰਨੇ ਵੀ ਟਰੈਕ ਹੋਣਗੇ ਮੇਰੇ। ਔਰ ਮੇਰਾ ਮਸਤਾਨੀ ਬੈਂਡ ਹੈ, ਮੈਂ ਚੰਡੀਗੜ੍ਹ 'ਚ ਲਾਈਵ ਸ਼ੋਜ਼ ਕਰਦੀ ਹਾਂ। ਔਰ ਸਭ ਤੋਂ ਪਹਿਲਾਂ ਮੈਂ ਗੈਰੀ ਸਰ ਔਰ ਮਨਰਾਜ ਸਰ ਨੂੰ ਥੈਂਕਸ ਬੋਲਣਾ ਚਾਹੂੰਗੀ ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇਸ ਪਲੇਟਫਾਰਮ 'ਤੇ ਆ ਸਕੀ। ਔਰ ਮੂਵੀ ਦੀ ਅਗਰ ਗੱਲ ਕਰੀਏ ਤਾਂ ਮੈਂ ਸਾਰੀ ਟੀਮ ਨੂੰ ਬਹੁਤ ਕੰਗ੍ਰੈਚੁਲੇਟ ਕਰਨਾ ਚਾਹੂੰਗੀ ਕਿ ਬਹੁਤ ਅੱਛੀ ਮੂਵੀ ਹੈ। ਟ੍ਰੇਲਰ ਦੇਖਿਆ, ਇੱਦਾਂ ਦੀ ਮੂਵੀਜ਼ ਬਹੁਤ ਘੱਟ ਬਣਦੀ ਹੈ ਐਕਚੁਅਲੀ। ਜੋ ਹਾਲਾਤ ਚੱਲ ਰਹੇ ਹੈ ਇਸ ਟਾਈਮ, ਉਸ ਤਰ੍ਹਾਂ ਦੀ ਮੂਵੀਜ਼ ਅੱਜ ਕੱਲ੍ਹ ਘੱਟ ਬਣ ਰਹੀ ਹੈ ਔਰ ਉਹ ਬਹੁਤ ਅੱਛੀ ਮੂਵੀ ਹੈ। ਤਾਂ ਦਿਲੋਂ ਸਪੋਰਟ ਹੈ ਸਾਰਿਆਂ ਨੂੰ। ਥੈਂਕ ਯੂ ਜੀ। ਸੋ ਰਮਨ ਜੀ ਨੂੰ ਵੀ ਮੈਂ ਚਾਹੁੰਦਾ ਕਿ ਇਹ ਵੀ ਚੰਦ ਲਫ਼ਜ਼ ਇਸ ਮੂਵੀ ਬਾਰੇ, ਪੰਜਾਬੀ ਸਟਾਰ ਲਾਈਵ ਦੀ ਟੀਮ ਬਾਰੇ, ਉਹਨਾਂ ਨਾਲ ਜਿਹੜੀ ਇਹਨਾਂ ਦੀ ਨੇੜਤਾ ਹੈਗੀ ਹੈ, ਇਸ ਮੂਵੀ ਦੇ ਨਾਲ ਜਿਹੜੀ ਨੇੜਤਾ ਹੈਗੀ ਹੈ, ਉਹਦੇ ਬਾਰੇ ਸਾਂਝੇ ਕਰਨ। ਹਾਂਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕਸ, ਤੁਹਾਨੂੰ ਮੁਬਾਰਕਾਂ। ਪਿਆਰੀ ਜੀ ਬੇਟੀ ਹੈ, ਇੱਕ ਵਾਰ ਬੇਟੀ ਲਈ ਬਹੁਤ ਜ਼ੋਰਦਾਰ ਤਾੜੀਆਂ ਚਾਓ। ਕਹਿੰਦੇ
ਪੁੱਤ ਜੰਮੇ ਤਾਂ ਲੱਡੂ ਵੰਡੀਏ, ਧੀ ਜੰਮੇ ਤਾਂ ਬਰਫੀ। ਪੁੱਤ ਜੰਮੇ ਤਾਂ ਲੱਡੂ ਵੰਡੀਏ, ਧੀ ਜੰਮੇ ਤਾਂ ਬਰਫੀ। ਹੁਣ ਨੇ ਸਭ ਦੇ ਹੱਕ ਬਰਾਬਰ, ਗੱਲ ਰਹੀ ਨਾ ਇੱਕ ਤਰਫੀ। ਹੁਣ ਸਾਰਿਆਂ ਦੇ ਹੱਕ ਬਰਾਬਰ ਨੇ। ਬਹੁਤ ਬਹੁਤ ਮੁਬਾਰਕਾਂ ਦਿਲੋਂ ਦਿੰਦੀ ਹਾਂ ਜੀ ਤੁਹਾਨੂੰ। ਔਰ ਸਭ ਤੋਂ ਪਹਿਲਾਂ ਮੈਂ ਗੁਰਕਿਰਪਾਲ ਸੁਰਾਪੁਰੀ ਜੀ, ਸਾਡੇ ਬਹੁਤ ਸੀਨੀਅਰ ਆਰਟਿਸਟ, ਔਰ ਰੇਸ਼ਮ ਅਨਮੋਲ ਜੀ, ਮਨਰਾਜ ਜੀ, ਆਦੇਸ਼ ਜੀ ਔਰ ਏਕਤਾ ਜੀ ਤੇ ਮੈਡਮ ਮਸਤਾਨੀ ਜੀ, ਤੁਹਾਡਾ ਵੈਲਕਮ ਕਰਦੀ ਹਾਂ ਤੇ ਤੁਹਾਨੂੰ ਮੂਵੀਜ਼ ਦੀ ਜਿਹੜੀ ਹੈ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਕਿਉਂਕਿ ਜਿੰਨਾ ਗੈਰੀ ਭਾਜੀ ਦੀ ਗੱਲ ਕਰੀਏ ਕਿ ਕਹਿੰਦੇ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ, ਉਹ ਕੰਮ ਹੋ ਜਾਂਦਾ ਜਦੋਂ ਗੈਰੀ ਭਾਜੀ ਸਾਨੂੰ ਬੁਲਾਉਂਦੇ ਨੇ, ਫਿਰ ਅਸੀਂ ਜਵਾਬ ਦੇ ਦਈਏ, ਇਹ ਹੋ ਨਹੀਂ ਸਕਦਾ। ਕਿਉਂਕਿ ਸਾਡੇ ਬਹੁਤ ਜ਼ਿਆਦਾ ਸ਼ੋਜ਼ ਉਹਨਾਂ ਨੇ ਆਰਗੇਨਾਈਜ਼ ਕਰਵਾਏ ਨੇ। ਰੇਸ਼ਮ ਜੀ ਬੈਠੇ ਨੇ, ਇਹ ਤਾਂ ਹੁਣ ਘੁੰਮ ਫਿਰ ਕੇ ਆਏ ਨੇ ਬਾਹਰ ਦੁਬਈ, ਤੇ ਮੈਂ ਵੀ ਲਾਂਭਾ ਦਿੱਤਾ ਹੈ ਹੁਣ ਹੈਰੀ ਭਾਜੀ ਨੂੰ, ਮੈਂ ਕਿਹਾ ਇਹਨਾਂ ਨੂੰ ਘੁਮਾਈ ਜਾਂਦੇ, ਸਾਨੂੰ ਵੀ ਲੈ ਕੇ ਜਾਓ। ਕਿਉਂ ਸੁਰਾਪੁਰੀ ਭਾਜੀ, ਅਸੀਂ ਰਹਿ ਗਏ, ਠੀਕ ਹੈ ਨਾ, ਹੁਣ ਅਸੀਂ ਵੀ ਜਾਣਾ ਸਾਰਿਆਂ ਨੇ। ਸੋ ਗੱਲ ਕਰਦੀ ਹਾਂ ਜੀ ਮੂਵੀ ਦੀ, ਕਿਉਂਕਿ ਮੈਂ ਥੋੜਾ ਲੇਟ ਹੋ ਗਈ ਹਾਂ, ਟ੍ਰੇਲਰ ਦੇਖ ਨਹੀਂ ਪਾਈ। ਜਿੰਨਾ ਕਿ ਵੀ ਮੈਂ ਸੁਣਿਆ ਤਾਂ ਗੱਲ ਇਹ ਹੈ ਵੀ ਗੱਲ ਪੰਜਾਬੀਅਤ ਦੀ ਹੋਈ ਹੈ। ਰੰਜ ਇੱਕ ਪੰਜਾਬੀ ਦਾ ਉਹ ਵਰਡ ਜਿਹਨੂੰ ਆਪਾਂ ਕਹਿ ਦਈਏ ਕਿ ਮਨ ਦੇ ਵਿੱਚ ਇੱਕ ਰੰਜਿਸ਼ ਅਸੀਂ ਪੈਦਾ ਕਰਕੇ ਵੀ, ਜਾਂ ਇੱਕ ਇਹ ਕਹਿ ਦਈਏ ਇੱਕ ਜਨੂਨ ਲੈ ਕੇ ਚੱਲਦੇ ਹਾਂ ਕਿ ਅਸੀਂ ਇਹ ਕੰਮ ਕਰਨਾ ਆ। ਸੋ ਮੈਨੂੰ ਲੱਗਦਾ ਕਿ ਇੱਦਾਂ ਦਾ ਹੀ ਕੁਛ ਫਿਲਮ ਦੇ ਵਿੱਚ ਹੋਏਗਾ। ਸੋ ਮਨਰਾਜ ਜੀ ਔਰ ਆਦੇਸ਼ ਜੀ, ਏਕਤਾ ਜੀ, ਜਿੱਦਾਂ ਗੱਲ ਪੰਜਾਬੀਅਤ ਦੀ ਕੀਤੀ ਹੈ, ਕਹਿੰਦੇ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ। ਵੇ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ, ਵੇ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। ਪਰ ਜਦੋਂ ਤੱਕ ਪੰਜਾਬੀ ਸਿਨੇਮਾ ਘਰ, ਪੰਜਾਬੀ ਇੰਡਸਟਰੀ ਜਿਹੜੀ ਹੈ, ਪੰਜਾਬੀ ਗੀਤ ਸੰਗੀਤ ਹੈਗੇ, ਪੰਜਾਬੀ ਲੋਕ ਗੀਤ ਨੇ, ਉਦੋਂ ਤੱਕ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਜਿਉਂਦੀ ਰਹੂਗੀ। ਸੋ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਰਹੀ ਹਾਂ, ਕਿਉਂਕਿ ਅਸੀਂ ਸਾਰਿਆਂ ਨੇ ਰਲ ਕੇ ਪੰਜਾਬੀਅਤ ਦੀ ਸੇਵਾ ਕੀਤੀ ਹੈ। ਸੋ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰਾਂਗੀ ਕਿ ਜ਼ਰੂਰ ਇਸ ਮੂਵੀ ਨੂੰ ਦੇਖ ਕੇ ਆਓ, ਕਿਉਂਕਿ ਸਾਨੂੰ ਚਾਹੀਦਾ ਕਿ ਸਾਡੀ ਮਾਂ ਬੋਲੀ ਦੇ ਵਿੱਚ ਇਹ ਫਿਲਮ ਹੈ। ਸੋ ਸਭ ਤੋਂ ਪਹਿਲਾਂ ਫਰਜ਼ ਸਾਡਾ ਬਣਦਾ ਹੈ ਕਿ ਅਸੀਂ ਇਸ ਫਿਲਮ ਨੂੰ ਦੇਖੀਏ। ਸੋ ਵਨਸ ਅਗੇਨ ਥੈਂਕ ਯੂ। ਥੈਂਕ ਯੂ ਸੋ ਮਚ ਮੈਮ, ਬਹੁਤ ਬਹੁਤ ਧੰਨਵਾਦ। ਇਹ ਵੈਸੇ ਜਦੋਂ ਵੀ ਆਪਾਂ ਪੰਜਾਬੀ ਸਟਾਰ ਲਾਈਵ ਨਾਲ ਜੁੜਦੇ ਹਾਂ, ਇੱਕ ਪਰਿਵਾਰਕ ਜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਇੱਥੇ, ਹੈ ਨਾ। ਸੋ ਇਹ ਫਿਲਮ ਦੇ ਬਾਰੇ ਤਾਂ ਤੁਸੀਂ ਆਪਾਂ ਸਾਰੇ ਇਕੱਠੇ ਹੋਏ, ਇੱਕ ਬਹਾਨਾ ਬਣ ਜਾਂਦਾ ਇਕੱਠੇ ਹੋਣ ਦਾ, ਇੱਥੇ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ। ਤੁਸੀਂ ਵੀ ਆਪਣੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਿਓ। ਆਪਾਂ ਗੱਲਬਾਤ ਕਰਾਵਾਂਗੇ ਸਟਾਰ ਕਾਸਟ ਦੇ ਨਾਲ, ਉਸ ਤੋਂ ਬਾਅਦ ਇੱਕ ਟ੍ਰੇਲਰ ਪਲੇ ਕਰਾਂਗੇ ਆਪਾਂ ਫਿਲਮ ਦਾ। ਸੋ ਟ੍ਰੇਲਰ ਨੂੰ ਤੁਸੀਂ, ਕਿਉਂਕਿ ਗੱਲਾਂ ਬਾਤਾਂ ਤੋਂ ਬਾਅਦ ਜਦੋਂ ਦੇਖੋਗੇ ਟ੍ਰੇਲਰ ਨੂੰ, ਤਾਂ ਇੱਕ ਹੋਰ ਸੋਚ ਉੱਭਰਦੀ ਆਈ। ਉਹ ਸੋਚ ਨੂੰ ਲੈ ਕੇ ਜੋ ਵੀ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਆਇਆ ਹੋਵੇ, ਤੁਸੀਂ ਆਪਾਂ ਟੀਮ ਨੂੰ ਇੱਥੇ ਕਰ ਸਕਦੇ ਹੋ। ਜਿੱਥੇ ਤੱਕ ਪੰਜਾਬੀ ਸਿਨੇਮੇ ਦੀ ਗੱਲ ਹੈ, ਤਾਂ ਵਾਕਈ ਇਹ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ ਕਿ ਜਿਹੜੀ ਆ ਕਰੋਨਾ ਵੇਵ ਚੱਲੀ ਆ, ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬੀ ਸਿਨੇਮਾ ਹਰਿਆ ਭਰਿਆ ਜਿਹਾ ਨਜ਼ਰ ਆ ਰਿਹਾ। ਸੋ ਕੋਈ ਕਹਿੰਦਾ ਕਿ 3-3 ਫਿਲਮਾਂ ਰਿਲੀਜ਼ ਹੋ ਰਹੀਆਂ ਇੱਕ ਦਿਨ, ਕੋਈ ਕਹਿੰਦਾ ਕਿ 2-2 ਫਿਲਮਾਂ ਰਿਲੀਜ਼ ਹੋ ਰਹੀਆਂ। ਕੰਪੀਟੀਸ਼ਨ ਕਾਹਤੋਂ ਦੇ ਰਹੇ ਹੋ? ਮੇਰੇ ਹਿਸਾਬ ਨਾਲ ਤਾਂ 10-10 ਫਿਲਮਾਂ ਹੋਣੀਆਂ ਚਾਹੀਦੀਆਂ ਜੀ ਇੱਕ ਦਿਨ 'ਚ ਰਿਲੀਜ਼। ਸੋ ਇੰਨੀ ਚੜ੍ਹਦੀ ਕਲਾ ਵਿੱਚ ਹੋਵੇ। ਹੁਣ ਤਾਂ ਆਪਾਂ ਤਾਂਘ ਨਾਲ ਵੇਟ ਕਰ ਰਹੇ ਹਾਂ ਕਿ ਬਸ ਫਿਲਮਾਂ ਆਈ ਜਾਣ ਤੇ ਅਸੀਂ ਸਿਨੇਮੇ 'ਚ ਜਾ ਕੇ ਦੇਖੀਏ। ਚੰਗੇ ਸਿਨੇਮੇ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁਬਾਰਕਬਾਦ ਸਾਰੀ ਆਡੀਅנס ਨੂੰ ਹੈ, ਸਾਰੇ ਵਿਊਅਰਸ ਨੂੰ, ਜਿਨ੍ਹਾਂ ਤੱਕ ਇਹ ਗੱਲ ਪਹੁੰਚ ਰਹੀ ਹੋਗੀ ਕਿ ਚੰਗਾ ਸਿਨੇਮਾ ਦੇਖਣਾ ਸ਼ੁਰੂ ਕਰਤਾ, ਚੰਗੇ ਆਰਟਿਸਟਾਂ ਨੂੰ ਸਰਾਹੁਣਾ ਸ਼ੁਰੂ ਕਰ ਦਿੱਤਾ, ਨਵੇਂ ਆਰਟਿਸਟਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਜੀ। ਇਸੇ ਕੜੀ ਦੇ ਵਿੱਚ ਨਵੇਂ ਆਰਟਿਸਟ ਜੁੜ ਰਹੇ ਨੇ ਜੀ ਫਿਲਮ ਰੰਜ ਦੇ ਨਾਲ। 10 ਜੂਨ ਨੂੰ ਫਿਲਮ ਰਿਲੀਜ਼ ਹੋਣੀ ਹੈ ਤੇ ਮੈਂ ਹੁਣ ਚਾਹੁੰਦਾ ਕੈਪਟਨ ਆਫ ਦ ਸ਼ਿਪ ਮਿਸਟਰ ਸੁਨੀਤ ਸਿਨਹਾ, ਜਿਹੜੇ ਕਿ ਰਾਈਟਰ ਵੀ ਨੇ, ਜਿਨ੍ਹਾਂ ਨੇ ਬਹੁਤ ਸ਼ਿੱਦਤ ਨਾਲ, ਬਹੁਤ ਦਿਲੋਂ ਇਸ ਪ੍ਰੋਜੈਕਟ ਨੂੰ ਲਿਖਿਆ। ਹਾਲਾਂਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਪੰਜਾਬੀ ਸਮਝ ਲੈਂਦਾ ਪਰ ਬੋਲ ਨਹੀਂ ਪਾਉਂਦਾ ਹੈਗਾ ਉਹਨਾਂ, ਪਰ ਫਿਰ ਵੀ ਉਹਦੇ ਬਾਵਜੂਦ ਵੀ ਇਹਨਾਂ ਨੇ ਪੰਜਾਬੀ ਕਨਸੈਪਟ, ਉਹ ਵੀ ਪਿੰਡ ਨਾਲ ਜੁੜਿਆ ਹੋਇਆ ਕਨਸੈਪਟ ਹੈ, ਉਹਨੂੰ ਚੱਕਿਆ ਤੇ ਉਹਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ। ਇਹ ਬਹੁਤ ਵੱਡੀ ਗੱਲ ਹੈ ਜੀ। ਮਤਲਬ ਪੰਜਾਬੀ ਕਹਿੰਦੇ ਮੈਂ ਬੋਲ ਨਹੀਂ ਪਾਉਂਦਾ, ਕਈ ਵਾਰ ਸਮਝਣ ਵਿੱਚ ਵੀ ਮੈਨੂੰ ਕੁਝ ਸ਼ਬਦਾਂ ਵਿੱਚ ਆਉਂਦੀ ਹੈ ਦਿੱਕਤ, ਪਰ ਮੈਂ ਜੁੜਿਆ ਹੋਇਆ ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ। ਸੋ ਸਰ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਐਂਡ ਮੁਬਾਰਕਾਂ ਵੀ ਨੇ ਤੁਹਾਨੂੰ ਬਹੁਤ ਬਹੁਤ ਇਸ ਫਿਲਮ ਨੂੰ ਸਾਹਮਣੇ ਲੈ ਕੇ ਆਉਣ ਦੇ ਲਈ। थैंक यू सो मच। बड़ी मेहनत लगती है फिल्म बनाने में, ये सबको पता है, मतलब आपको भी पता है। और रंज हैज़ बिन आवर लेबर ऑफ लव। और हम 2 साल हमने इंतज़ार किया कि फ़िल्म को हम ऑडियंस के बीच ले जा पाएँ, और उसके लिए हम शुक्रगुजार हैं ओम जी सिने वर्ल्ड का, पंजाब स्टार लाइफ का, जो कि हमारी सहायता कर रहे हैं लोगों के बीच हम फिल्म ले जा सके। और पंजाबी स्टार लाइफ जिस तरह से प्रमोट कर रहे हैं फिल्म को, हम उम्मीद करते हैं कि एक किस्म का एक पॉजिटिव वाइब जो है ये फिल्म को लेकर बनेगा। साथ ही साथ जो यहाँ जो सज्जन आए हुए हैं पंजाबी फिल्म इंडस्ट्री से, पंजाबी म्यूज़िक इंडस्ट्री से,
मैं उनका भी शुक्रगुजार हूँ कि आप यहाँ आके हम प्रोत्साहन आपने दिया और हमें इनकरेज किया, और फिल्म को सपोर्ट जो आप कर रहे हैं ये हमारे लिए काफ़ी बड़ी बात है। जहाँ तक फिल्म के विषय को लेकर अगर मैं कुछ कहूँ तो बहुत ही सरल भाषा में अगर देखा जाए, इन सिंपलिस्टिक टर्म्स, तो एक ऐसे नवयुवक की कहानी है जो कि एक पंजाब के गांव में है, और वो एक स्मॉल मार्जिनल फार्मर के परिवार से वो आता है, और उसके पास एक रोज़गार की जो ऑल्टरनेटिव होती है वो गांव में नहीं है। उस वजह से उसको शहर जाना पड़ता है, और शहर अपनी ज़मीन छोड़कर जो शहर जाना पड़ता है तो एक सेंस ऑफ डिस्प्लेसमेंट, एक सेंस ऑफ एलिनेशन जो वो शहर में फील करता है, जो एक्सपीरियंस करता है, उसके ऊपर मोटे तौर पे कहा जाए तो फिल्म उस बारे में है। लेकिन अगर हम थोड़े से अगर डीप जाएं इसमें तो कहीं ना कहीं फिल्म जो है एक डुअलिटी, बेसिकली दो सच को बयान करती है फिल्म। एक सच ये कि छोटे गांव से या शहर से, छोटे शहर से बड़े शहर में जाना रोज़गार के लिए कोई नई बात नहीं है, और ये सिर्फ पंजाब की बात नहीं है, ये सिर्फ दूसरे स्टेट की बात नहीं है, ये दुनिया भर में है। इट्स अ नॉर्म कि लोग छोटे गांव से शहर, छोटे शहर से बड़े शहर में जाते हैं रोज़गार की तलाश में। लेकिन साथ ही साथ ये भी है, पहला सच ये है कि हम इसको एज अ साइन ऑफ प्रोग्रेस देखने लगते हैं। हम बोलते हैं कि अच्छा वो इस बड़े शहर में ये काम कर रहा है, ये कोशिश कर रहा है, वो सारा कुछ है। दूसरा सच ये है कि जो एक रूटलेसनेस है, जो आप कल्चरली अपने रूट से, मतलब कि आप अलग हो जाते हैं, एक जिसको बोलते हैं जड़हीन महसूस करना, और इस पीड़ा के साथ, इस रूटलेसनेस के साथ आप ना चाह के भी जीवन भर आप है जो जूझते रहते हैं, स्ट्रगल करते रहते हैं। हर कोई सक्सेसफुल नहीं होता है बड़े शहर में जाके, कई लोग स्ट्रगल करते रहते हैं। तो ये एक ऐसे ही चरित्र की कहानी है जो कि स्ट्रगल करता रहता है, वो नहीं जाना चाहता है, मजबूरन उसको जाना पड़ता है, और वो अंत में वो वापस गांव जाता है। लेकिन तब तक गांव जो है उसके आगे निकल चुका है, क्योंकि जैसे कहते हैं कि ये टाइम एंड प्लेस इवॉल्व, प्लेस एंड पीपल इवॉल्व विद टाइम। तो वैसे ही है, जब वो वापस गांव जाता है वो देखता है कि गांव आगे निकल चुका है, गांव में कुछ तब्दीलियां आ गई हैं, परिस्थितियां बदल गई हैं, और उसके लिए एक नया चैलेंज सामने है। तो ये मोटे तौर पे ये फिल्म का जो सब्जेक्ट है वो ये है। बाकी ट्रेलर देख के आपको एक अंदाज़ा मिलेगा, ट्रेलर से आपको एक मूड का अंदाज़ा मिलता है। बाकी तो जब आप फिल्म देखेंगे तो डिटेल में आपको उसके बारे में मालूम चलेगा। सो थैंक यू सो मच यहाँ पे जो जितने भी पत्रकार आए हैं, जितने भी सज्जन वहाँ पे बैठे हुए हैं, सभी लोग, उनका भी आप सबका धन्यवाद कि आप सपोर्ट करने के लिए यहाँ पे आए हैं फिल्म रंज को। थैंक यू सो मच। ਐਂਡ ਸੁਨੀਤ ਜੀ, ਪੱਤਰਕਾਰਾਂ ਦੀ ਜਿਹੜੀ ਗੱਲ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਬਾਬਾ ਬੋੜ ਨੇ ਜੀ ਸਾਰੇ ਜਣੇ। ਇਹਨਾਂ ਨੇ ਸਿਨੇਮੇ ਨੂੰ, ਮੇਰੇ ਖਿਆਲ 'ਚ ਇਹਨਾਂ ਵਿੱਚੋਂ ਕਈ ਬਜ਼ੁਰਗ ਇੱਦਾਂ ਦੇ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮੇ ਨੂੰ ਪੈਦਾ ਹੁੰਦੇ ਵੀ ਦੇਖਿਆ, ਫਿਰ ਪੰਜਾਬੀ ਸਿਨੇਮੇ ਨੂੰ ਸ਼ਾਂਤ ਖਤਮ ਹੁੰਦੇ ਵੀ ਦੇਖਿਆ, ਫਿਰ ਦੁਬਾਰਾ ਤੋਂ ਰੀਬਰਥ ਹੋਇਆ ਪੰਜਾਬੀ ਸਿਨੇਮੇ ਦਾ, ਉਹਨੂੰ ਵੀ ਦੇਖਿਆ ਤੇ ਉਹਨੂੰ ਵੀ ਅੱਗੇ ਲੈ ਕੇ ਗਏ ਨੇ। ਮੇਰੇ ਖਿਆਲ 'ਚ ਆਪਾਂ ਨੂੰ ਤਾੜੀਆਂ ਨਾਲ ਹੀ ਮਾਰਨੀਆਂ ਚਾਹੀਦੀਆਂ ਨੇ ਜੀ। ਸੋ ਆਈ ਹੋਲ ਹਾਰਟਡਲੀ, ਜਦੋਂ ਵੀ ਕਿਸੇ ਫਿਲਮ ਜ਼ਰੀਏ ਆਪਾਂ ਮਿਲਦੇ ਹਾਂ ਜਾਂ ਕਦੇ ਸਾਡਾ ਵੀ ਆਪਦਾ ਪ੍ਰੋਜੈਕਟ ਆਇਆ ਜਾਂ ਵੈਸੇ ਵੀ ਕਦੇ ਇਕੱਠੇ ਹੁੰਦੇ ਆ ਪ੍ਰੈਸ ਲਈ, ਤਾਂ ਦਿਲੋਂ ਬਹੁਤ ਰਿਸਪੈਕਟ ਆਉਂਦੀ ਹੈ। ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਆ ਕੇ ਕੈਪਚਰ ਹੀ ਕਰਦੇ ਹੋ। ਮੈਂ ਚਾਹੁੰਦਾ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਹੋਵੇ ਜਦੋਂ ਅਸੀਂ ਖਾਸ ਤੌਰ 'ਤੇ ਟਰਾਈ ਸਿਟੀ, ਕਿਉਂਕਿ ਸਾਡੇ ਲਾਗੇ ਨੇੜੇ ਟਰਾਈ ਸਿਟੀ ਹੈ ਨਾ, ਆਪਾਂ ਪੰਜਾਬ, ਪੰਚਕੂਲਾ, ਚੰਡੀਗੜ੍ਹ, ਹਰਿਆਣਾ ਇੱਧਰ ਦੇ ਹੈਗੇ ਆ, ਤਾਂ ਅਸੀਂ ਕਦੇ ਪ੍ਰੈਸ ਲਈ ਵੀ ਆਪਣਾ ਗੈਰੀ ਭਾਜੀ ਕੋਈ ਇੱਦਾਂ ਦਾ ਪ੍ਰੋਗਰਾਮ ਰੱਖੀਏ ਕਿ ਜਿੱਥੇ ਸਨਮਾਨਿਤ ਸਿਰਫ ਪ੍ਰੈਸ ਵਾਲੇ ਨੂੰ ਕੀਤਾ ਜਾਵੇ। ਇਹ ਗੱਲ ਇਸ ਕਰਕੇ ਆ, ਮੈਂ ਉੱਥੇ ਪਿੱਛੇ ਬੈਠਾ ਸੀ, ਆਪਾਂ ਸਾਰੀ ਵੈਸੇ ਤਾਂ ਟੀਮ ਸਾਰੇ ਆ ਗਏ ਸੀਗੇ ਆਪਾਂ, ਪਰ ਵੇਟ ਕਰ ਰਹੇ ਸੀ ਕਿ ਸਾਰਾ ਇੱਕ ਵਾਰ ਮਾਹੌਲ ਜਾਂ ਮੇਲਾ ਭਰ ਜਾਵੇ, ਹੈ ਨਾ। ਕੁਝ ਸ਼ਖਸ ਸੀਗੇ ਉੱਥੇ ਗੱਲ ਕਰਦੇ, ਕਹਿੰਦੇ ਯਾਰ ਜਦੋਂ ਵੀ ਆਈਦਾ ਬਹਿ ਜਾਈਦਾ, ਇੱਥੇ ਵੇਟ ਕਰੀਦਾ, 11:30 ਦਾ ਟਾਈਮ ਹੁੰਦਾ, ਫਿਰ ਵੀ 12:30 ਵੱਜ ਜਾਂਦੇ ਆ ਜਾਂ 1 ਵੱਜ ਜਾਂਦੇ ਆ, ਦਿਹਾੜੀ ਲੱਗ ਜਾਂਦੀ ਹੈ, ਜਾਣਾ ਹੁੰਦਾ, ਹੋਰ ਕੰਮ ਵੀ ਹੁੰਦੇ ਨੇ। ਉਹ ਗੱਲਾਂ ਬਿਲਕੁਲ ਜਾਇਜ਼ ਨੇ ਸਾਰਿਆਂ ਦੀਆਂ।
ਪਰ ਗੱਲ ਇਹ ਹੈ ਕਿ ਸਲੂਟ ਵੀ ਆ ਤੁਹਾਨੂੰ ਕਿ ਤੁਸੀਂ ਸਾਡੇ ਕੋਲ ਇੱਕ ਜ਼ਰੀਆ ਹੈਗਾ ਜਿਹਦੇ ਤੱਕ ਅਸੀਂ ਆਪਣੀ ਗੱਲ ਪਹੁੰਚਾ ਸਕਦੇ ਹਾਂ। ਤੁਸੀਂ ਇੱਕ ਜ਼ਰੀਆ ਜਿਹਨੂੰ ਅਸੀਂ ਬਾਰ-ਬਾਰ ਦੇਖ ਕੇ ਸਾਡੇ ਚਿਹਰੇ ਤੇ ਥੋੜੀ ਜਿਹੀ ਇੱਕ ਰੇ ਆਫ ਹੋਪ ਨਜ਼ਰ ਆਉਂਦੀ ਹੈ ਸਾਨੂੰ ਕਿ ਸਾਡੀ ਗੱਲ ਕਿਤੇ ਨਾ ਕਿਤੇ ਤੱਕ ਪਹੁੰਚੂਗੀ ਜਾ ਕੇ, ਹੈ ਨਾ। ਇੱਥੋਂ ਚੱਲੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਪਹੁੰਚੂਗੀ। ਸੋ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦਾ, ਦਿਲੋਂ ਧੰਨਵਾਦੀ ਹਾਂ ਜੀ। ਸੋ ਹੁਣ ਮੈਂ ਚਾਹੁੰਦਾ ਕਿ ਫਿਲਮ ਦੇ ਲੀਡ ਐਕਟਰ ਆਦੇਸ਼ ਸਿੱਧੂ ਭਾਈ ਕਿ ਉਹ ਵੀ ਦੱਸਣ ਕਿ ਕੀ ਸਟੋਰੀ ਹੈ ਤੁਹਾਡਾ ਇਸ ਫਿਲਮ ਨਾਲ ਜੁੜਨਾ ਐਜ਼ ਅ ਪ੍ਰੋਡਿਊਸਰ, ਐਜ਼ ਐਨ ਐਕਟਰ ਕਿਵੇਂ ਬਣਿਆ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਕਮਿੰਗ। ਥੈਂਕ ਯੂ ਜੀ, ਥੈਂਕ ਯੂ ਜੀ। ਮੈਂ ਚੰਡੀਗੜ੍ਹ ਤੋਂ ਹੀ ਹੈਗਾ ਅਤੇ ਮੇਰੀ ਪੜ੍ਹਾਈ ਲਿਖਾਈ ਇੱਥੋਂ ਦੀ ਹੈ ਅਤੇ ਹਾਂਜੀ ਜੀ, ਮੇਰੀ ਪੜ੍ਹਾਈ ਲਿਖਾਈ ਇੱਥੋਂ ਦੀ ਹੈ। ਪਰ ਮੈਂ ਜੀ, ਮੇਰਾ ਇੱਕ ਬਹੁਤ ਹੀ ਯੂਨੀਕ ਕੇਸ ਹੈਗਾ। ਮੈਂ ਪਿੰਡ ਵੀ ਬਹੁਤ ਰਿਹਾ, ਤਾਂ ਮੈਂ ਜਿਹੜੀ ਦੋਨੋਂ ਦੁਨੀਆ ਹੈਗੀਆਂ ਉਹ ਵੇਖੀਆਂ ਹੋਈਆਂ, ਅਤੇ ਜਿਹੜਾ ਡਿਫਰੈਂਸ ਹੈਗਾ ਦੋਨੋਂ ਦੁਨੀਆ ਦਾ ਉਹ ਵੇਖਿਆ ਹੋਇਆ। ਸੋ ਓਪਰਚੁਨਿਟੀਜ਼ ਨੂੰ ਲੈ ਕੇ ਬਹੁਤ ਫਰਕ ਹੈਗਾ ਜੀ, ਐਜੂਕੇਸ਼ਨ ਨੂੰ ਲੈ ਕੇ, ਅਨਇੰਪਲੋਇਮੈਂਟ ਨੂੰ ਲੈ ਕੇ। ਸੋ ਇਸ ਕਰਕੇ ਇਹ ਫਿਲਮ ਮੇਰੇ ਵਾਸਤੇ ਬਹੁਤ ਡੀਅਰ ਹੈਗੀ ਹੈ। ਹਾਂਜੀ, ਅਤੇ ਮੈਂ ਸੁਨੀਤ ਸਰ ਦੀ ਥੀਏਟਰ ਗਰੁੱਪ ਵਿੱਚ ਸੀਗਾ ਅਤੇ 5 ਸਾਲ ਇਹਨਾਂ ਨਾਲ ਥੀਏਟਰ ਕੀਤਾ। ਫਿਰ ਮੈਨੂੰ ਲੱਗਿਆ ਕਿ ਮੈਂ ਸਟੈਗਨੇਟ ਕਰ ਰਿਹਾ। ਫਿਰ ਮੈਂ ਗਿਆ ਜੀ ਡਰਾਮਾ ਸਕੂਲ ਲੰਡਨ। ਉਹਦੇ ਬਾਅਦ ਮੈਂ ਬੰਬੇ ਗਿਆ, ਇੱਕ ਵੈਬ ਸੀਰੀਜ਼ ਕੀਤੀ। ਇਹ ਵੈਬ ਸੀਰੀਜ਼ ਆਈ ਥਿੰਕ ਸਰ ਨੇ ਦੇਖ ਲਈ ਹੋਣੀ ਹੈ, ਅਤੇ ਆਫਟਰ ਦੈਟ ਹੀ ਸੈਡ ਆਪਾਂ ਫਿਲਮ ਕਰਦੇ ਹਾਂ। ਸੋ ਇਹ ਐਕਚੁਅਲੀ 2013 ਵਿੱਚ ਇਹਨਾਂ ਨੇ ਸ਼ਾਰਟ ਸਟੋਰੀ ਬਣਾਉਣੀ ਸੀ, ਅਤੇ ਆਏ ਚੰਡੀਗੜ੍ਹ ਆਏ ਅਤੇ ਫਿਰ ਆਏ ਪਿੰਡ। ਅਤੇ ਉਹਨਾਂ ਨੇ ਕਿਹਾ ਮੇਰੇ ਕੋਲ ਨਾ ਇੱਕ ਕੈਰੈਕਟਰ ਹੈਗਾ ਜਿਹਦਾ ਇਸ ਕੈਰੈਕਟਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਅਤੇ ਉਹਨਾਂ ਨੇ ਕਿਹਾ ਸ਼ੋ ਮੀ ਪੰਜਾਬ, ਮੈਨੂੰ ਥੋੜ੍ਹਾ ਜਿਹਾ ਦੱਸੋ ਕਿ ਪੰਜਾਬ ਦੇ ਹਾਲਾਤ ਕੀ ਨੇ, ਇਸ ਟਾਈਮ ਕੀ ਹੈ। ਤਾਂ ਮੈਂ ਉਹਨਾਂ ਨੂੰ ਪਿੰਡ ਲੈ ਕੇ ਗਿਆ, ਥੋੜ੍ਹੇ ਜਿਹੇ ਹੋਰ ਪਿੰਡਾਂ 'ਚ ਲੈ ਕੇ ਗਿਆ। ਫਿਰ ਉਹਨਾਂ ਨੂੰ ਥੋੜ੍ਹੀ ਜਿਹੀ ਕਹਾਣੀ ਸਮਝ ਆਈ, ਜਿਹੜੀ ਹਰ ਏਰੀਆ ਦੀ ਇੱਕ ਸਮੈਲ ਹੁੰਦੀ ਹੈ, ਇੱਕ ਕੈਰੈਕਟਰ ਹੁੰਦਾ ਹੈ, ਉਹ ਸਾਰਾ ਉਹਨਾਂ ਨੇ ਦੇਖਿਆ। ਉਹਦੇ ਬਾਅਦ ਉਹ ਤਾਂ ਮਤਲਬ ਵਾਪਸ ਚਲੇ ਗਏ ਅਤੇ ਮੈਂ ਆਪਦੇ ਕੰਮ 'ਚ ਲੱਗ ਗਿਆ। 2 ਸਾਲ ਬਾਅਦ ਇੱਕ ਸਕ੍ਰਿਪਟ ਤਿਆਰ ਸੀਗੀ, ਕਹਿੰਦੇ ਤੂੰ ਇਹ ਸਕ੍ਰਿਪਟ ਕਰਨਾ, ਤੂੰ ਇਸ ਫਿਲਮ 'ਚ ਕੰਮ ਕਰਨਾ। ਅਤੇ ਮੈਂ ਕਿਹਾ ਦਿਸ ਇਜ਼ ਸੋ ਗੁੱਡ, ਅਤੇ ਥੈਂਕ ਯੂ ਸਰ ਫॉर दैट। ਅਤੇ ਆਫਟਰ ਦੈਟ ਕੰਮ ਸ਼ੁਰੂ ਕਰ ਲਿਆ ਜੀ। ਪ੍ਰੀ ਪ੍ਰੋਡਕਸ਼ਨ ਹੋਈ 2017-18 'ਚ, ਅਤੇ 2017 ਐਂਡ 18 'ਚ ਅਸੀਂ ਸ਼ੂਟ ਕੀਤੀ, ਐਡਿਟ ਚੱਲਿਆ ਸਾਲ। Then the film went to film festivals all around the world. It went to Chicago, it went to Melbourne, it went to the Mumbai Film Festival. ਹਾਂਜੀ, ਐਂਡ ਇਹੋ ਜਿਹੇ ਬਹੁਤ ਡਿਫਰੈਂਟ ਫੈਸਟੀਵਲ 'ਚ ਗਈ ਸੀ ਫਿਲਮ। ਅਸੀਂ 2020 'ਚ ਜੀ ਇਹ ਫਿਲਮ ਰਿਲੀਜ਼ ਕਰਨੀ ਸੀ, ਐਂਡ ਦ ਫਿਲਮ ਡਿਡਨਟ ਰਿਲੀਜ਼ ਬਿਕੋਜ਼ ਆਫ ਕਰੋਨਾ। ਸੋ ਅਸੀਂ ਜੀ 2 ਸਾਲ ਵੇਟ ਕੀਤਾ, ਬਿਕੋਜ਼ ਦ ਵੇ ਦ ਫਿਲਮ ਇਜ਼ ਸ਼ॉट ਵੀ ਵਾਂਟਿਡ ਕਿ ਜੀ ਇਹ ਸਿਨੇਮਾ 'ਚ ਹੀ ਦਿਖੇ ਪਿਕਚਰ। ਸੋ ਉਸ ਕਰਕੇ ਅਸੀਂ ਵੇਟ ਕੀਤਾ, ਬਹੁਤ ਪੇਸ਼ੈਂਟਲੀ ਅਸੀਂ ਵੇਟ ਕੀਤਾ। ਹਾਂਜੀ, ਬਹੁਤ ਚੀਜ਼ਾਂ ਹੋਈਆਂ। ਫਿਰ ਜੀ ਮੈਂ ਗੈਰੀ ਭਾਜੀ ਨੂੰ ਮਿਲਿਆ ਫਰੋਮ ਪੰਜਾਬੀ ਸਟਾਰ ਲਾਈਵ। ਹਾਂਜੀ, ਹੀ ਇੰਟਰੋਡਿਊਸ ਮੀ ਟੂ ਪੀਪਲ। ਅਤੇ ਫਿਰ ਮਨਰਾਜ ਭਾਜੀ ਨੂੰ ਮਿਲਿਆ। ਤਾਂ ਬਹੁਤ ਵੱਡੀ ਜਰਨੀ ਰਹੀ ਹੈ ਜੀ ਇਸ ਫਿਲਮ ਦੀ। ਸੋ ਆਈ ਵੁੱਡ ਲਵ ਫॉर ਯੂ ਟੂ ਵਾਚ ਦਿਸ ਫਿਲਮ ਪਲੀਜ਼, ਐਂਡ ਦੈਟਸ ਆਲ ਆਈ ਹੈਵ ਟੂ ਸੇ ਫॉर ਨਾਓ, ਐਂਡ ਥੈਂਕ ਯੂ। ਥੈਂਕ ਯੂ ਜੀ। ਅਸੀਂ ਹੁਣ ਚਾਹੁੰਦੇ ਕਿ ਏਕਤਾ ਸੋਢੀ ਜੀ ਜਿਹੜੇ ਕਿ ਫਿਲਮ ਇੱਕ ਜੀ ਸੌਰੀ ਬਟ ਆਈ ਹੈਵ ਟੂ ਥੈਂਕ ਮਾਈ ਪੇਰੈਂਟਸ ਫॉर ਦ ਸਪੋਰਟ। ਦੇ ਆ ਜੀ, ਉਹ ਪਿੱਛੇ ਬੈਠੇ ਨੇ, ਐਂਡ ਮਾਈ ਸਿਸਟਰ ਐਂਡ ਬ੍ਰਦਰ ਇਨ ਲॉ। ਹਾਂਜੀ, ਅਤੇ ਆਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ। ਮੈਂ ਏਕਤਾ ਸੋਢੀ, very not known face and name. Thanks to Sunit sir for selecting me for the character. And ਜਦੋਂ ਮੇਰਾ audition ਹੋਇਆ ਸੀ, was very particular about the look and the language of the character ਕਿ ਉਸ region ਨੂੰ belong ਕਰਦੀ ਹੈ, and ਉਹਦੀ language, ਉਹਦਾ accent ਜੋ ਹੈ original ਹੋਣਾ ਚਾਹੀਦਾ। And ਮੈਂ ਮੁਕਤਸਰ ਤੋਂ ਹਾਂ basically, born and brought up. So that played a great role for getting the film, for that natural accent and all. And yes, it was a great fun. ਅਸੀਂ 2 schedules 'ਚ film ਨੂੰ shoot ਕੀਤਾ, Delhi and Punjab 'ਚ, and it was really a good script to work on, and I feel blessed for being a part of and being introduced like this. I hope and request you all give it a chance. I think ਜਿੰਨਾ ਕੁ ਹਿੰਦੀ ਇੰਡਸਟਰੀ ਦੇ ਵਿੱਚ ਪੈਰਲਲ ਕੰਮ ਚੱਲ ਰਿਹਾ ਹੈ ਆਰਟ ਨੂੰ ਲੈ ਕੇ ਐਂਡ ਆਲ, ਸੋ ਇਹ ਉਸੇ ਤਰ੍ਹਾਂ ਦੀ ਉਸੇ ਜਨਰੇ ਦੀ ਇੱਕ ਮੂਵੀ ਹੈ। ਇਟਸ ਨੋਟ ਦੈਟ ਕਮਰਸ਼ੀਅਲ, ਤੁਹਾਨੂੰ ਇਹਦੇ 'ਚ ਸ਼ਾਇਦ ਉਹ ਰੋਮਾਂਟਿਕ ਸੌਂਗਸ ਔਰ ਉਹ ਸਭ ਨਾ ਮਿਲੇ, ਬਟ ਇਟ ਹੈਜ਼ ਲੋਟ ਮੋਰ ਟੂ ਡੂ ਵਿਦ ਦ ਰਿਐਲਿਟੀ ਆਫ ਪੰਜਾਬ ਐਂਡ Delhi and the migrants and all.
So that's all for now. Let's see what happens. Go and watch. Thank you. ਸੋ 10 ਜੂਨ ਇੱਕ ਵਾਰ ਫਿਰ ਤੋਂ ਮੈਂ ਚੇਤੇ ਕਰਾ ਦਾਂ ਕਿ 10 ਜੂਨ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਸਾਰੇ ਸਿਨੇਮਾ ਘਰਾਂ ਦੇ ਵਿੱਚ। ਓਮ ਜੀ ਸਟਾਰ ਪ੍ਰੋਡਕਸ਼ਨ ਆਪਣੇ ਡਿਸਟ੍ਰੀਬਿਊਸ਼ਨ ਵੱਲੋਂ ਤੇ ਪੰਜਾਬੀ ਸਟਾਰ ਲਾਈਵ ਇਹਨਾਂ ਦੇ ਚੈਨਲ ਪਾਰਟਨਰ ਨੇ। ਟ੍ਰੇਲਰ ਤੁਸੀਂ ਦੇਖਿਆ ਸਾਰਿਆਂ ਨੇ ਕਿ ਨਹੀਂ ਜੀ? ਆਪਾਂ ਇੱਕ ਵਾਰ ਪਲੇ ਕਰ ਦਈਏ ਟ੍ਰੇਲਰ, ਤੋਂ ਬਾਅਦ ਤੁਹਾਡੇ ਕੋਈ ਸਵਾਲ ਹੋਣਗੇ ਮੇਰੇ ਖਿਆਲ 'ਚ, ਹੈ ਨਾ? ਇਹ ਆਪਾਂ ਪਲੇ ਕਰ ਦਿੰਦੇ ਹਾਂ ਨਾ। ਸੋ ਆਓ ਜੀ ਆਪਾਂ ਇੱਕ ਵਾਰ ਟ੍ਰੇਲਰ ਸਾਰੇ ਜਣੇ ਦੇਖਦੇ ਹਾਂ, ਉਸ ਤੋਂ ਬਾਅਦ ਤੁਹਾਡੇ ਜਿਹੜੇ ਵੀ ਸਵਾਲ ਹੋਣਗੇ ਤੁਸੀਂ ਸਟਾਰ ਕਾਸਟ ਤੋਂ ਬਿਲਕੁਲ ਕਰ ਸਕਦੇ ਹੋ। गरीबों के लिए ना यो शहर है ही ना। नहीं करना काम ते छड़ दे ते बुंड ना मरा इत्थे। ਬ੍ਰਾਈਡ ਐਂਡ ਗਰੂਮ ਤੇ ਵਿਆਹ ਦੇ ਬਾਅਦ ਹੋਣਗੇ ਭਾਈ। ਪਿੰਡਾਂ 'ਚ ਜਾ ਕੇ ਲੋਕਾਂ ਨੂੰ ਭੜਕਾਉਣ ਦਾ ਠੇਕਾ ਲਿਆ ਤੁਸੀਂ। ਮੈਂ ਤੁਹਾਡੇ ਹੀ ਪਿੰਡ ਦਾ ਸਰ ਜੀ। ਕੰਜਰ ਸਾਲਾ। ਹੁਣ ਇੱਕ ਵੱਡੀ ਕੰਪਨੀ 'ਚ ਨੌਕਰੀ ਹੈ, ਤਨਖਾਹ ਵੀ ਵਧੀਆ ਹੈ, 2 ਕਮਰੇ ਦਾ ਘਰ ਹੈ, ਤੈਨੂੰ ਘੁਮਾਉਣ ਲਈ ਮੈਂ ਮੋਟਰਸਾਈਕਲ ਵੀ ਲੈਤੀ ਹੈ। ਬਿਨਾਂ ਮੇਕਅਪ ਤੋਂ ਬਹੁਤ ਅੱਛਾ ਸਿਨਾ ਸਾਹਿਬ ਤੁਸੀਂ ਕਰਾਇਆ। ਸਰ ਕੋਈ ਇੱਕ ਅੱਧਾ ਅੱਛਾ ਕਰੈਕਟਰ ਹੋਰ ਵੱਡਾ ਕਰੈਕਟਰ ਲੈਣ ਦੀ ਨਹੀਂ ਸੋਚੀ ਤੁਸੀਂ ਵਿੱਚ ਫਿਲਮ ਦੇ? ਤੇ ਦੂਸਰਾ ਇਹ ਸਟੋਰੀ ਦੇ ਟ੍ਰੇਲਰ ਦੇ ਵਿੱਚ ਸਮਝ ਨਹੀਂ ਆ ਰਿਹਾ ਵੀ ਕੀ ਹੈ ਸਟੋਰੀ। जी सर हिंदी में बताऊं? हाँ नहीं, एक तो आखिरी क्वेश्चन तो समझ में आ गया कि आपने कहा कि ट्रेलर से कहानी पूरी नहीं कहानी का पता नहीं चलता है पूरा, जो कि जायज़ है क्योंकि ट्रेलर में क्या होता है कि ट्रेलर में अगर कहानी हम पूरी रिवील करते हैं, गिव अवे पे कर ले, तो वो भी एक प्रॉब्लम है। सो कहानी से आपको जो उसका थीम है और जो उसका मूड है और एक फिल्म का फील क्या है वो मालूम चलता है। ट्रेलर का रोल ये होता है कि आप के अंदर वो इच्छा वो जगाए कि आप फिल्म देखना चाहें। तो पूरी फिल्म की कहानी जो पूरी है वो तो फिल्म देख के उसका अंदाज़ा लगेगा। लेकिन जैसा कि पहले मैंने आपको कहा था संक्षेप में कि कहानी जो फिल्म की है वो एक ऐसे पात्र की है जो छोटे से पंजाब के गांव में है और वहाँ से मजबूरन उसको शहर जाना पड़ता है रोज़गार की तलाश में, क्योंकि वो एम्प्लॉयमेंट ऑल्टरनेटिव नहीं है उसके गांव में। तो वहाँ जाके जो एक सेंस ऑफ रूटलेसनेस, जो जड़हीन होना, जो मैंने कहा कि आप अपने ज़मीन से अलग हो जाते हैं, आप कल्चरली अलग हो जाते हैं अपनी जगह से और एक नई जगह पे एक नए सिरे से अपने आप को आप स्थापित करने की कोशिश करते हैं और वो कोशिश में जो संघर्ष है उसके ऊपर फिल्म है। और ख़ासकर जैसे कि गांव से, पंजाब के गांव से, जैसे कि हमने जो मेरा पूरा रिसर्च है फिल्म का, जो पंजाब के गांव का और जहां हमने शूट भी किया वो मुक्तसर डिस्ट्रिक्ट में सिंग्याला गांव है वहाँ पे और उसके आसपास के गांव में रह के हमने किया। तो उस गांव का अपना एक कैरेक्टर है। वैसे ही दिल्ली शहर हमने चुना कि वो दिल्ली जाता है तो दिल्ली का भी अपना एक कैरेक्टर है। तो दिल्ली शहर खुद में काफ़ी रूथलेस हो सकता है, बहुत बड़ा शहर है, अलग अलग स्टेट से, अलग अलग गांव से, छोटे शहरों से, अलग अलग भाषाएं बोलने वाले, अलग अलग कल्चरली मतलब डाइवर्स वो एक मेट्रोपोलिस है। और वहाँ पे है जो किसी भी एक नए व्यक्ति के लिए जो एक कहा जाए कि एक निचले तबके से आ रहा है उठ के, हाँ, उसके लिए अपने आप को वहाँ पे नए सिरे से इस्टेब्लिश करना बहुत मुश्किल है। तो कहीं ना कहीं कहानी कैरेक्टर ड्रिवन है, पूरी उसी कैरेक्टर को लेके हम चलते हैं, उसके स्ट्रगल को लेके चलते हैं और कैसे वो अपनी परिस्थितियों से जूझ रहा है और कैसे उसके मॉरल अपने कॉन्फ्लिक्ट्स होते हैं और कैसे वो अपने लिए कोई एक रास्ता ढूंढ पाता है। और फिल्म में वो रास्ता जो वो चुनता है अनफॉर्चुनेटली वो है वायलेंस का। एक पॉइंट के बाद जाके वो एक एक्सप्लोजन तो नहीं बोलेंगे लेकिन हाँ एक
हाँ वो सेल्फ डिस्ट्रक्टिव पाथ पे वो निकल पड़ता है, वो एक कैरेक्टर की जर्नी है जो हम फिल्म में दर्शाने की हमने कोशिश की है। सो यू हैव शोन गन्स एंड रोजेस बोथ। मैं मैम से पूछना चाहता हूँ, एक्चुअली उनका तो पता लग गया कि एक्टिंग बहुत सीखी है उन्होंने, आपसे भी सीखी है और लंदन से भी सीखी है। सर आपने बहुत अच्छी एक्टिंग की है। मैम आपने एक्टिंग सीखी है कहीं पे, मतलब मुक्तसर से तो आप आते हो, आपके एरिया की स्टोरी हो गई जी सर। विदाउट मेकअप, बहुत अच्छी एक्टिंग है आपकी, मतलब ट्रेलर में। जी सर, एक्टिंग मैंने चंडीगढ़ में ही सीखी है। मैंने काफ़ी प्लेस किए हैं। वन ऑफ द प्ले दिल्ली रोड थे हादसा विद पाली भूपिंदर सिंह। सो एज मेन लीड मैंने काफ़ी प्लेस किए हैं और एक वेब सीरीज़ ऑलरेडी मेरी रिलीज़ हो चुकी है इक्सी किसान नाम से, वाइट हिल प्रोडक्शन से। ठीक है, लेकिन ये शूट हमने पहले किया था, वो मैंने बाद में की थी। सो टेक्निकली दिस इज़ माय फर्स्ट प्रोजेक्ट ऑन लाइक तो कैमरा। सर को कैसे पता था आपके स्किल्स? सर को ये मतलब खुद में ही बहुत ही इंटरेस्टिंग एक है। मैं आदेश को तो मैं पर्सनली जानता था कई सालों से, और मैं दिल्ली में ही कोशिश कर रहा था कि पंजाबी स्पीकिंग कोई एक्ट्रेस हो तो उनको कास्ट किया जाए, तो वो कोशिश हमने लंबे समय तक की और मैं काफ़ी उतने ही लंबे समय तक मैं जो है डिससेटिस्फाइड था, जो भी डिसीजन तो हम ले नहीं पा रहे थे। तो फाइनली मैंने जो कि आपके चंडीगढ़ में ही रहती हैं, बहुत ही जानी मानी नीलम मान सिंह जो थिएटर की वो है, तो उनसे क्योंकि मेरा जान पहचान रहा है तो मैंने उनको फ़ोन किया। मैंने कहा कि आपकी मदद चाहिए। सो मैं एक फ़िल्म बना रहा हूँ, फीचर फिल्म है, और मुझे एक न्यू फेस चाहिए, कोई नोन उस तरह का नहीं, और लेकिन कलाकार अच्छा होना चाहिए और थिएटर का हो तो फिर बहुत अच्छा है, क्योंकि एक बेसिक ग्राउंडिंग, एक ट्रेनिंग ऑलरेडी मिलता है। तो उनके ज़रिए मैं एकता तक पहुंच पाया। तो एकता से बात हुई तो फिर मैं ट्रैवल किया, चंडीगढ़ आया, एकता का हमने एक लुक टेस्ट कह ले या स्क्रीन टेस्ट कह ले वो रखा। तो उसके मतलब बाद ही मतलब कि हमने ये डिसीजन लिया कि ठीक है एकता के साथ ये फिल्म करनी चाहिए। मैं filmwala.com से YPS चौहान हूँ। सिद्धू साहब ਤੁਹਾਡੇ ਤੋਂ ਇੱਕ ਕੁਐਸਚਨ ਹੈਗਾ ਬੜਾ, ਇਹ ਕਮਰਸ਼ੀਅਲ ਫਿਲਮ ਨਹੀਂ ਹੈਗੀ ਹੈ ਜੀ, ਅਵਾਰਡ ਵਿਨਰ ਫਿਲਮ ਹੈਗੀ ਹੈ ਸਰ। ਕਈ ਜਗ੍ਹਾ ਬਹੁਤ ਸਾਰੇ ਦੁਨੀਆ ਦੇ ਵਿੱਚ ਫੈਸਟੀਵਲਸ ਦੇ ਵਿੱਚ ਤੁਸੀਂ ਲੈ ਕੇ ਗਏ ਹੋ। ਪੰਜਾਬੀ ਸਿਨੇਮਾ ਦੇ ਵਿੱਚ ਜਿਹੜੀਆਂ ਮਤਲਬ ਅਵਾਰਡ ਵਿਨਰ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਸ ਮੂਵੀਜ਼ ਹੈਗੀਆਂ ਬਹੁਤ ਘੱਟ ਬਣੀਆਂ ਹੈਗੀਆਂ। ਆਪਾਂ ਨੂੰ ਟਿਪਸ ਦੇ ਉੱਪਰ ਹੀ ਯਾਦ ਹੈ, ਜਾਂ ਸਤਲੁਜ ਦੇ ਕੰਢੇ ਲੈ ਲਓ 62 ਚ ਬਣੀ ਜੱਗਾ ਡਾਕੂ ਲੈ ਲਓ, ਜਾਂ ਚੰਨ ਪਰਦੇਸੀ। ਉਸ ਤੋਂ ਬਾਅਦ ਮੇਰੇ ਖਿਆਲ ਤੁਹਾਡੀ ਰੰਜ ਫਿਲਮ ਹੀ ਹੈ, ਔਰ ਸਾਰੀਆਂ ਕਾਮਯਾਬ ਹੋਈਆਂ। ਆਪਾਂ ਵੀ ਚਾਹਾਂਗੇ ਕਿ ਇਹ ਵੀ ਉਸੇ ਤਰ੍ਹਾਂ ਹੀ ਕਾਮਯਾਬ ਹੋਵੇ ਜੀ। ਤੇ ਸਰ ਤੁਹਾਨੂੰ ਇਹਦੇ ਵਿੱਚ ਦਿੱਕਤ ਮੁਸ਼ਕਲਾਂ ਕੀ ਆਈਆਂ ਸਾਡੇ, ਥੋੜਾ ਸ਼ੇਅਰ ਕਰੋਗੇ ਇਹਦੇ ਵਿੱਚ ਸਰ? ਜੀ ਮਤਲਬ ਪਹਿਲੀ ਗੱਲ ਤਾਂ ਇੱਕ ਮਤਲਬ ਐਨਰਜੀ ਹੁੰਦੀ ਹੈ ਮਤਲਬ ਹਰ ਇੰਡਸਟਰੀ ਦੀ। ਇਸ ਟਾਈਮ ਤੇ ਕਾਫੀ ਕਾਮੇਡੀ ਬਣ ਰਹੀ ਹੈ ਪੰਜਾਬ ਵਿੱਚ ਐਂਡ ਆਲ ਵਿਚ ਇਜ਼ ਗ੍ਰੇਟ, ਬਟ ਸਾਡਾ ਥਾਟ ਪ੍ਰੋਸੈਸ ਥੋੜਾ ਜਿਹਾ ਹੋਰ ਸੀ, ਐਟਲੀਸਟ ਮੇਰਾ ਵੈਨ ਇਟ ਕਮਸ ਟੂ ਦਿਸ ਫਿਲਮ। ਮੇਰਾ ਇਹ ਸੀ ਕਿ ਜੀ ਜਿਹੜੇ ਪੰਜਾਬੀ ਹੈਗੇ ਕਾਫੀ ਪ੍ਰੋਗਰੈਸਿਵ ਨੇ, ਹਰ ਥਾਂ ਤੇ ਨੇ, ਤਾਂ ਵਾਈ ਡੋਂਟ ਵੀ ਹੈਵ ਆਲ ਕਾਈਂਡਸ ਆਫ ਸਿਨੇਮਾ ਇਨ ਪੰਜਾਬ। ਮਤਲਬ ਕਿੰਨੀ ਦੇਰ ਤੱਕ ਵੀ ਕੈਨ ਓਨਲੀ ਡੂ ਵਨ ਕਾਈਂਡ ਆਫ ਸਿਨੇਮਾ। डोंट गेट मी रॉन्ग, मैं आगे जाके कॉमेडी भी होपफुली करूँगा, बट देयर शुड बी डिफरेंट काइंड्स ऑफ सिनेमा इन पंजाब। सो वी शुड स्टॉप आवरसेल्व्स कि नहीं जी मतलब यही चल रहा है तो यही करना चाहिए, तो यही बनाना चाहिए। ऑब्वियसली दिक्कत आई हैं जी, मतलब इन द सेंस कि फंड्स इकट्ठे करने ये सारा सौखा नहीं होंदा। मतलब कोई ऐ नहीं पैसे ला दिंदा कि जी कोई जानता नहीं। सारे मतलब आई वोंट से नवे बंदे ने, पर सारे थिएटर एक्टर्स ने, सो नो वन नोज देम। ਹੁਣ ਜਿਵੇਂ ਆਈ ਡੋਂਟ ਥਿੰਕ ਯੂ ਮੈਟ ਮੀ ਬਿਫੋਰ ਮੈਟ ਏਕਤਾ ਬਿਫੋਰ, ਸੋ ਹੈਗਾ ਜੀ। ਸੋ ਬਟ ਵਾਈ ਦੈਟ ਆਲਸੋ ਹੈਪਨਡ ਵਾਜ਼ ਬਿਕੋਜ਼ ਆਫ ਸਰ ਵਾਂਟਡ ਕੈਰੈਕਟਰਸ ਵਿਚ ਆਰ ਟਰੂ ਟੂ ਦੋਜ਼ ਪਰਟੀਕੂਲਰ ਰੋਲਸ। ਹੀ ਕੁਡ ਹੈਵ ਈਜ਼ਲੀ ਟੇਕਨ ਸਮਨ ਕਿ ਜੀ ਅਸੀਂ ਸਟਾਰ ਲੈ ਲੈਣੇ, ਸਾਨੂੰ ਕੀ ਲੋੜ ਹੈ ਇਸ ਪੈਨ ਜੀ ਇਸ ਪੈਨ ਦੀ, ਉਦੋਂ ਹੀ ਆ ਜਾਣੇ ਸੀ ਜੀ ਫੰਡਸ। ਸੋ ਹੀ ਹੈਡ ਦੈਟ ਥਿੰਗ ਵਿਦ ਹਿਜ਼ ਐਕਟਰਸ ਕਿ ਆਈ ਐਮ ਸਪੋਰਟਿੰਗ ਯੂ, ਪਲੀਜ਼ ਡੂ ਯੋਰ ਜੌਬ, ਠੀਕ ਹੈ। ਸੋ ਇਹ ਸਾਰਾ ਮਤਲਬ ਓਬਵੀਅਸਲੀ ਪ੍ਰੋਬਲਮ ਸੀ ਦੈਨ, ਬਿਕੋਜ਼ ਫੰਡਸ ਵਿੱਚ ਦਿੱਕਤ ਸੀਗੀ, ਦੈਨ ਪ੍ਰੋਡਕਸ਼ਨ ਖੜੀ ਕਰਨੀ ਸੌਖੀ ਨਹੀਂ ਹੁੰਦੀ। ਉਹ ਸਾਰਾ ਕੀਤਾ ਜੀ। ਮਤਲਬ ਆਫਟਰ ਦੈਟ ਪੋਸਟ ਪ੍ਰੋਡਕਸ਼ਨ ਵਿੱਚ ਪ੍ਰੋਬਲਮ, ਠੀਕ ਹੈ। ਦੇ ਵਾਂਟ ਪ੍ਰੋਬਲਮਸ ਕਿ ਫੰਡਸ ਦਾ ਇਹ ਦਿੱਕਤ ਨਹੀਂ ਸੀ ਕਿ ਜੀ ਉਹ ਫੰਡਸ ਖਤਮ ਹੋ ਗਏ ਸੀ, ਬਟ ਟੂ ਕ੍ਰੀਏਟ ਫੰਡਸ ਫॉर ਅ ਪ੍ਰੋਡਕਟ, ਇਫ ਯੂ ਟਾਕਿੰਗ ਅਬਾਊਟ ਦ ਬਿਜ਼ਨਸ ਵਿਚ ਯੂ ਡੂ ਨਾਟ ਨੋ ਅਬਾਊਟ, ਉੱਥੇ ਚੱਕਰ ਪੈਂਦਾ।
ਸੋ ਯੂ ਹੈਵ ਟੂ ਬੀ ਵੈਰੀ ਸ਼ੋਰ ਕਿ ਤੁਸੀਂ ਕਰ ਕੀ ਰਹੇ ਹੋ, ਐਂਡ ਦੈਨ ਇਨਵੋਲਵਿੰਗ ਦ ਰਾਈਟ ਪੀਪਲ, ਇਨਵੋਲਵਿੰਗ ਦ ਪੀਪਲ ਹੂ ਹੈਵ ਦ ਕਰੈਕਟ ਐਟੀਟਿਊਡ ਟੂਵਰਡਸ ਦੈਟ ਫਿਲਮ। ਹੁਣ ਤੁਸੀਂ ਐਡੀਟਰ ਜੇ ਗਲਤ ਲੈ ਲਓ ਫॉर ਅ ਫਿਲਮ ਲਾਈਕ ਦਿਸ, ਉੱਥੇ ਪ੍ਰੋਬਲਮ ਹੋ ਜਾਣੀ ਹੈ। ਤੁਸੀਂ ਕਲਰਿਸਟ ਅੱਡ ਲੈ ਲਓ ਫॉर ਅ ਫਿਲਮ ਲਾਈਕ ਦਿਸ, ਪ੍ਰੋਬਲਮ ਹੋ ਜਾਣੀ ਹੈ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ with those kind of things. So I think problem was about decisions more than anything else. Thank you जी। मैं इस पे कुछ जोड़ना चाहूँगा। जैसे कि आपका सवाल था कि इस तरह की कोशिश जो है वो कम होती है, तो कोशिश होनी चाहिए और होनी चाहिए, डेफिनेटली होनी चाहिए, और सिर्फ पंजाबी सिनेमा को लेकर नहीं और भाषाओं को लेकर भी होनी चाहिए। कोशिशें कम होती हैं लेकिन कोशिशें और होनी चाहिए, डेफिनेटली होनी चाहिए। आप पंजाबी लिटरेचर की बात कर लीजिए, पंजाबी लिटरेचर शुरू से इतना ज़्यादा रिच रहा है, चाहे वो हमारे जो उपन्यासकार हैं, हमारे पंजाब के जो कवि हैं, वो शुरू से रहे हैं। मैंने तो ट्रांसलेशन पढ़ा है, जो पंजाब के लोग हैं वो तो ओरिजिनल वो लैंग्वेज में पढ़ के, तो इतना मतलब कि रिच एक ट्रेडिशन है लिटरेचर का। तो सिनेमा में भी वो कोशिश पहले हुई है, पहले काफ़ी हुई है कोशिश, अभी इधर कम हो गया है क्योंकि मुख्य धारा की फिल्में आमतौर पे वो एक ट्रेंड फॉलो करती हैं और अभी कर रही हैं, खासकर वो OTT बूम के बाद। लेकिन इस तरह की कोशिशें डेफिनेटली होनी चाहिए। और हाँ जी, एक जी मेन चीज़ हैगी है, वट आई फील, आई वोंट से कि जी कमर्शियल फिल्म हैगी है, बट एट द सेम टाइम इट्स नॉट जस्ट फॉर द फेस्टिवल्स। आई फील वी एक्चुअली बिलीव दैट इस फिल्म दी ऑडियंस हैगी है, एंड यू नो इट विल कनैक्ट विद द ऑडियंस। इन्ना तो सानू कॉन्फिडेंस है। हुण किस लेवल ते करे, क्वेश्चनस की ने लोगों नू, यू नो वो डिफरेंट क्वेश्चनस होंगे। समवन मे टेक इट इन दिस वे, समवन मे टेक इट इन दैट वे, इट्स नॉट लीनियर, यू नो। सो ये गल हैगी है जी। जैसे दुनिया के जापान के बहुत बड़े मतलब कि एक फिल्म मेकर थे कुरोसावा, तो उनका ये कहना था कि फिल्में दो तरह की होती हैं, दे आर गुड फिल्म्स एंड बैड फिल्म्स। दो ही तरह की फिल्में होती हैं। जो अच्छी फिल्में होती हैं वो एंगेजिंग होती हैं, आपको वो एंगेज करते हैं अपनी कहानी में। तो ये हमारी ये उम्मीद है, इस उम्मीद को लेकर हम आगे बढ़ रहे हैं कि हमारी फिल्म रंग जो है वो ऑडियंस को एंगेज करेगी राइट फ्रॉम द बिगनिंग। सर मेरा सवाल है जी ਤੁਹਾਡੇ ਤੋਂ ਹੀ, ਮੈਂ ਸੋਨੂ ਜਾਂਸਲਾ ਪ੍ਰਵਾਸੀ ਟੀਵੀ ਤੋਂ। ਸਰ ਅਕਸਰ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ, ਪਰ ਉਸ ਸੋਨੇ ਦੀ ਚਿੜੀ ਨੂੰ ਬਾਹਰ ਲੈ ਜਾਇਆ ਜਾਂਦਾ, ਪਰ ਸੋਨੇ ਦੀ ਚਿੜੀ ਅੱਜ ਰਹੀ ਨਹੀਂ ਹੈਗੀ। ਕਹਿੰਦੇ ਪੰਜਾਬ ਅਕਸਰ ਫਿਲਮਾਂ ਦੇ ਵਿੱਚ ਨਸ਼ਾ ਦੇਖਿਆ ਜਾਂਦਾ, ਬਹੁਤ ਕੁਝ ਦੇਖਿਆ ਜਾਂਦਾ, ਗੈਂਗਵਾਰ ਦੇਖਿਆ ਜਾਂਦਾ। ਇਦਾਂ ਦਾ ਕਦ ਮਾਹੌਲ ਆਵੇਗਾ ਕਿ ਪੰਜਾਬ ਨੂੰ ਐਂਡ ਦੇ ਵਿੱਚ ਸੋਨੇ ਦੀ ਚਿੜੀ ਕਿਹਾ ਜਾਏਗਾ, ਐਂਡ ਸਹੀ ਹੋਵੇ। ਔਰ ਦੂਜੀ ਗੱਲ, ਇਸ ਫਿਲਮ ਦੇ ਵਿੱਚ ਕਿੱਦਾਂ ਦਾ ਮਿਊਜ਼ਿਕ ਰਹੇਗਾ, ਕਿਹੜੇ ਸਿੰਗਰਾਂ ਨੇ ਗੀਤ ਗਾਏ ਨੇ? ਆਰਦੀਪ ਦੀ ਬੈਠੇ ਨੇ, ਉਹਨਾਂ ਦਾ ਵੀ ਸੌਂਗ ਹੈ ਜੀ। ਗੀਤ ਹੈ ਨਹੀਂ ਇਸ ਫਿਲਮ ਵਿੱਚ, ਇਟਸ ਅ ਵੈਰੀ ਰੀਅਲ ਫਿਲਮ, ਤੇ बैकग्राउंड में म्यूजिक है, एंड देयर इज वन सॉन्ग व्हिच इज़ नॉट इन द फिल्म, इट इज़ इन द एंड क्रेडिट्स। बट गल ये हैगी है जी, जी तुसीं गल कर रहे हो ना, what you're talking about Nashi and gang wars, what this film is talking about is like the backdrop of the film। ये कहने की कोशिश कर रही है कि ਇਹਦਾ cause ਕੀ ਹੋ ਸਕਦਾ ਹੈ। ਜ਼ਮੀਨਾਂ ਟੁੱਟੀ ਜਾਂਦੀਆਂ ਲੋਕਾਂ ਦੀਆਂ, ਠੀਕ ਹੈ, opportunities ਘੱਟ ਨੇ। so if you start thinking ਜਿਹੜੀ ਵੀ ਚੀਜ਼ ਹੁੰਦੀ ਹੈ ਜੀ, you have to go back to the source of it। so ਇਹਦਾ source ਕੀ ਹੈ, we have to go back to that ਕਿ ਜੀ opportunities ਘੱਟ ਨੇ, ਜ਼ਮੀਨਾਂ ਟੁੱਟੀ ਜਾਂਦੀਆਂ ਨੇ, ਲੋਕ ਬਾਹਰ ਮਾਈਗ੍ਰੇਟ ਕਰ ਰਹੇ ਨੇ, ਜਿਹੜੇ ਐਜੂਕੇਟਡ ਨੇ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੇ, ਤਾਂ ਫਿਰ ਜੀ ਓਬਵੀਅਸਲੀ ਤੁਸੀਂ ਆਪਦੇ ਟਾਈਮ ਨਾਲ ਕੁਛ ਤਾਂ ਕਰੋਗੇ, ਯੂ ਨੋ। ਸੋ ਐਟ ਦ ਬੈਕਡ੍ਰੌਪ ਵੀ ਆਰ ਟਾਕਿੰਗ ਅਬਾਊਟ ਦੈਟ ਆਲਸੋ ਕਿ ਯੂ ਨੋ ਦੈਟ ਇਹ ਚੀਜ਼ਾਂ ਪੰਜਾਬ ਵਿੱਚ ਦਿਸ ਇਜ਼ ਅ ਪ੍ਰੋਬਲਮ ਰਾਈਟ ਨਾਓ, ਬਟ ਵੀ ਹੈਵਨਟ ਸਪੋਕਨ ਅਬਾਊਟ ਦ ਪ੍ਰੋਬਲਮਸ ਆਫ ਪੰਜਾਬ, we just have it as a backdrop. This film is about migration and urban isolation, and of course it's a love story also, but not in a regular way ji। haan ji, matlab it's a lot of thing is happening in the character's imagination because it's a character driven film। so it is ki ji tusi character nu follow kar rahe ho, character kar ki ਰਿਹਾ ਹੈ, then ਜਿਵੇਂ ਮਤਲਬ ਦਿੱਲੀ ਸ਼ਹਿਰ ਕਿਵੇਂ ਦਿਖਾਇਆ ਹੋਇਆ ਹੈ ਤੇ ਆਪਣੇ ਪਿੰਡ ਕਿਵੇਂ ਦਿਖਾਏ ਹੋਏ ਨੇ, the difference is that ਕੀ ਲੋੜ ਹੈਗੀ ਆਪਾਂ ਨੂੰ ਮਤਲਬ ਬਾਹਰ ਭੱਜਣ ਦੀ, ਯੂ ਨੋ,
ਕਿਉਂਕਿ ਪੰਜਾਬ 'ਚ ਇੰਨਾ ਕੁਝ ਹੈਗਾ, ਠੀਕ ਹੈ, ਮਤਲਬ ਜੀ ਓਪਰਚੁਨਿਟੀਜ਼ ਹੋਣ। ਸੋ ਇਹ ਸਾਰਾ ਬੈਕਡ੍ਰੌਪ ਵਿੱਚ ਹੈਗਾ, ਵਿੱਚ ਵਨਸ ਯੂ ਸੀ ਦ ਫਿਲਮ ਉਹ ਫਿਰ ਇਹ ਕਨਵਰਸੇਸ਼ਨਸ ਆਪਾਂ ਹੋਰ ਡਿਟੇਲਸ ਕਰ ਸਕਦੇ ਹਾਂ। ਇਸ ਫਿਲਮ ਤੋਂ ਲੋਕਾਂ ਨੂੰ ਮੈਸੇਜ ਕੀ ਜਾਏਗਾ ਜੀ? ਕਿੱਦਾਂ ਦਾ ਮੈਸੇਜ ਰਹੇਗਾ ਇਸ ਫਿਲਮ ਦੇ ਵਿੱਚ? ਅਕਸਰ ਕੁਝ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਐਂਡ ਦੇ ਵਿੱਚ ਕੋਈ ਮੈਸੇਜ ਮਿਲਦਾ ਹੈ ਕਿ ਇਹ ਮਿਲਿਆ, ਪੰਜਾਬ ਦੇ ਲੋਕਾਂ ਨੂੰ ਕਿੱਦਾਂ ਦਾ ਲੱਗੇਗਾ? ਕੀ ਮੈਸੇਜ ਆਏਗਾ ਇਸ ਫਿਲਮ ਤੋਂ? ਜੀ ਆਈ ਵੁੱਡ ਜਸਟ ਸੀ ਇਟ ਐਜ਼ ਕਿ ਆਹ ਸਿਚੁਏਸ਼ਨ ਹੈਗੀ ਹੈ, ਬਟ ਬਿਕੋਜ਼ ਪੰਜਾਬੀ ਇੰਨਾ ਹਾਰਡ ਵਰਕਿੰਗ ਹੈਗਾ, ਜੇ ਓਪਰਚੁਨਿਟੀ ਦਿੱਤੀ ਜਾਵੇ ਦੇਰ ਸਟਿਲ ਹੋਪ ਆਫ ਡੂਇੰਗ ਰੀਅਲੀ ਵੈਲ, ਠੀਕ ਹੈ ਜੀ। ਐਂਡ ਇਹਦੇ 'ਚ ਪੈਰੈਂਟਸ ਦਾ ਵੀ ਦਿਖਾਇਆ ਜਾਂਦਾ ਹੈ, ਦੇ ਆਲਸੋ ਹੈਵ ਕਿ ਬੱਚੇ ਚੰਗਾ ਕਰਨ, ਉਹ ਸਾਰਾ ਦਿਖਾਇਆ ਜਾਂਦਾ ਹੈ ਇਸ ਫਿਲਮ ਵਿੱਚ। ਸੋ one it is about cinema, good cinema, different kinds of cinema coming into the ਪੰਜਾਬੀ industry। ਜਿਵੇਂ ਇਹ ਇੱਕ ਜਨਰ ਹੋ ਗਿਆ, ਹੋਪਫੁਲੀ ਅੱਡ ਜਨਰਸ ਵੀ ਆਣਗੇ ਪੰਜਾਬ 'ਚ। ਸੋ ਦੈਟ ਇਜ਼ ਦ ਵਨ ਥਿੰਗ ਜੀ। ਐਂਡ ਵਨ ਇਜ਼ ਦੈਟ we as a society, if you love Punjab, what would you want to do in the future, for our community, as Punjabis? Sir, one-on-one कर दें please, one-on-one कर दें sir। हाँ जी, one-to-one talks। हाँ जी, ਥੈਂਕ ਯੂ ਜੀ, ਇੱਕ ਵਾਰ ਫਿਰ ਤੋਂ ਧੰਨਵਾਦ। बिना मेकअप तो बहुत अच्छा सिन्हा साहब ਤੁਸੀਂ ਕਰਾਇਆ। ਸਰ ਕੋਈ ਇੱਕ ਅੱਧਾ ਅੱਛਾ ਕਰੈਕਟਰ, ਹੋਰ ਵੱਡਾ ਕਰੈਕਟਰ ਲੈਣ ਦੀ ਨਹੀਂ ਸੋਚੀ ਤੁਸੀਂ ਵਿੱਚ ਫਿਲਮ ਦੇ? ਤੇ ਦੂਸਰਾ ਇਹ ਸਟੋਰੀ ਦੇ ਟ੍ਰੇਲਰ ਦੇ ਵਿੱਚ ਸਮਝ ਨਹੀਂ ਆ ਰਿਹਾ ਵੀ ਕੀ ਹੈ ਸਟੋਰੀ। जी सर हिंदी में बताऊं? हाँ नहीं, एक तो आखिरी क्वेश्चन तो समझ में आ गया कि आपने कहा कि ट्रेलर से कहानी पूरी नहीं, कहानी का पता नहीं चलता है पूरा, जो कि जायज़ है, क्योंकि ट्रेलर में क्या होता है कि ट्रेलर में अगर कहानी हम पूरी रिवील करते गिव अवे पे कर ले तो वो भी एक प्रॉब्लम है। सो कहानी से आपको जो उसका थीम है और जो उसका मूड है और एक फिल्म का फील क्या है वो मालूम चलता है। ट्रेलर का रोल ये होता है कि आप के अंदर वो इच्छा वो जगाए कि आप फिल्म देखना चाहें। तो पूरी फिल्म की कहानी जो पूरी है वो तो फिल्म देख के उसका अंदाज़ा लगेगा। लेकिन जैसा कि पहले मैंने आपको कहा था संक्षेप में कि कहानी जो फिल्म की है वो एक ऐसे पात्र की है जो छोटे से पंजाब के गांव में है और वहाँ से मजबूरन उसको शहर जाना पड़ता है रोज़गार की तलाश में, क्योंकि वो एम्प्लॉयमेंट ऑल्टरनेटिव नहीं है उसके गांव में। तो वहाँ जाके जो एक सेंस ऑफ रूटलेसनेस, जो जड़हीन होना, जो मैंने कहा कि आप अपने ज़मीन से अलग हो जाते हैं, आप कल्चरली अलग हो जाते हैं अपनी जगह से, और एक नई जगह पे एक नए सिरे से अपने आप को आप स्थापित करने की कोशिश करते हैं, और वो कोशिश में जो संघर्ष है उसके ऊपर फिल्म है। और ख़ासकर जैसे कि गांव से, पंजाब के गांव से, जैसे कि हमने जो मेरा पूरा रिसर्च है फिल्म का, जो पंजाब के गांव का, और जहां हमने शूट भी किया वो मुक्तसर डिस्ट्रिक्ट में सिंग्याला गांव है वहाँ पे, और उसके आसपास के गांव में रह के हमने किया। तो उस गांव का अपना एक कैरेक्टर है। वैसे ही दिल्ली शहर हमने चुना कि वो दिल्ली जाता है, तो दिल्ली का भी अपना एक कैरेक्टर है। तो दिल्ली शहर खुद में काफ़ी रूथलेस हो सकता है, बहुत बड़ा शहर है, अलग अलग स्टेट से, अलग अलग गांव से, छोटे शहरों से, अलग अलग भाषाएं बोलने वाले, अलग अलग कल्चरली मतलब डाइवर्स वो एक मेट्रोपोलिस है। और वहाँ पे है जो किसी भी एक नए व्यक्ति के लिए जो एक कहा जाए कि एक निचले तबके से आ रहा है उठ के, हाँ, उसके लिए अपने आप को वहाँ पे नए सिरे से इस्टेब्लिश करना बहुत मुश्किल है। तो कहीं ना कहीं कहानी कैरेक्टर ड्रिवन है पूरी, उसी कैरेक्टर को लेके हम चलते हैं, उसके स्ट्रगल को लेके चलते हैं, और कैसे वो अपनी परिस्थितियों से जूझ रहा है, और कैसे उसके मॉरल अपने कॉन्फ्लिक्ट्स होते हैं, और कैसे वो अपने लिए कोई एक रास्ता ढूंढ पाता है। और फिल्म में वो रास्ता जो वो चुनता है अनफॉर्चुनेटली वो है वायलेंस का। एक पॉइंट के बाद जाके वो एक एक्सप्लोजन तो नहीं बोलेंगे, लेकिन हाँ, एक
हाँ वो सेल्फ डिस्ट्रक्टिव पाथ पे वो निकल पड़ता है, वो एक कैरेक्टर की जर्नी है जो हम फिल्म में दर्शाने की हमने कोशिश की है। सो यू हैव शोन गन्स एंड रोजेस बोथ। मैं मैम से पूछना चाहता हूँ, एक्चुअली उनका तो पता लग गया कि एक्टिंग बहुत सीखी है उन्होंने, आपसे भी सीखी है और लंदन से भी सीखी है। सर आपने बहुत अच्छी एक्टिंग की है। मैम आपने एक्टिंग सीखी है कहीं पे, मतलब मुक्तसर से तो आप आते हो, आपके एरिया की स्टोरी हो गई जी सर। विदाउट मेकअप, बहुत अच्छी एक्टिंग है आपकी, मतलब ट्रेलर में जी सर, एक्टिंग मैंने चंडीगढ़ में ही सीखी है। मैंने काफ़ी प्लेस किए हैं। वन ऑफ द प्ले दिल्ली रोड थे हादसा विद पाली भूपिंदर सिंह। सो एज मेन लीड मैंने काफ़ी प्लेस किए हैं और एक वेब सीरीज़ ऑलरेडी मेरी रिलीज़ हो चुकी है इक्सी किसान नाम से, वाइट हिल प्रोडक्शन से। ठीक है, लेकिन ये शूट हमने पहले किया था, वो मैंने बाद में की थी। सो टेक्निकली दिस इज़ माई फर्स्ट प्रोजेक्ट ऑन लाइक तो कैमरा। सर को कैसे पता था आपके स्किल्स? सर को ये मतलब खुद में ही बहुत ही इंटरेस्टिंग एक है। मैं आदेश को तो मैं पर्सनली जानता था कई सालों से, और मैं दिल्ली में ही कोशिश कर रहा था कि पंजाबी स्पीकिंग कोई एक्ट्रेस हो तो उनको कास्ट किया जाए। तो वो कोशिश हमने लंबे समय तक की और मैं काफ़ी उतने ही लंबे समय तक मैं जो है डिससेटिस्फाइड था, जो भी डिसीजन तो हम ले नहीं पा रहे थे। तो फाइनली मैंने जो कि आपके चंडीगढ़ में ही रहती हैं, बहुत ही जानी मानी नीलम मान सिंह जो थिएटर की वो हैं, तो उनसे क्योंकि मेरा जान पहचान रहा है तो मैंने उनको फ़ोन किया। मैंने कहा कि आपकी मदद चाहिए। सो मैं एक फ़िल्म बना रहा हूँ, फीचर फिल्म है, और मुझे एक न्यू फेस चाहिए, कोई नोन उस तरह का नहीं, और लेकिन कलाकार अच्छा होना चाहिए और थिएटर का हो तो फिर बहुत अच्छा है, क्योंकि एक बेसिक ग्राउंडिंग, एक ट्रेनिंग ऑलरेडी मिलता है। तो उनके ज़रिए मैं एकता तक पहुंच पाया। तो एकता से बात हुई तो फिर मैं ट्रैवल किया, चंडीगढ़ आया। एकता का हमने एक लुक टेस्ट कह ले या स्क्रीन टेस्ट कह ले वो रखा। तो उसके मतलब बाद ही मतलब कि हमने ये डिसीजन लिया कि ठीक है एकता के साथ ये फिल्म करनी चाहिए। मैं filmwala.com से YPS चौहान हूँ। सिद्धू साहब ਤੁਹਾਡੇ ਤੋਂ ਇੱਕ ਕੁਐਸਚਨ ਹੈਗਾ ਬੜਾ, ਇਹ ਕਮਰਸ਼ੀਅਲ ਫਿਲਮ ਨਹੀਂ ਹੈਗੀ, ਹਾਂਜੀ ਅਵਾਰਡ ਵਿਨਰ ਫਿਲਮ ਹੈਗੀ ਹੈ ਸਰ। ਕਈ ਜਗ੍ਹਾ ਬਹੁਤ ਸਾਰੇ ਦੁਨੀਆ ਦੇ ਵਿੱਚ ਫੈਸਟੀਵਲਸ ਦੇ ਵਿੱਚ ਤੁਸੀਂ ਲੈ ਕੇ ਗਏ ਹੋ। ਪੰਜਾਬੀ ਸਿਨੇਮਾ ਦੇ ਵਿੱਚ ਜਿਹੜੀਆਂ ਮਤਲਬ ਅਵਾਰਡ ਵਿਨਰ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਸ ਮੂਵੀਜ਼ ਹੈਗੀਆਂ ਬਹੁਤ ਘੱਟ ਬਣੀਆਂ ਹੈਗੀਆਂ। ਆਪਾਂ ਨੂੰ ਟਿਪਸ ਦੇ ਉੱਪਰ ਹੀ ਯਾਦ ਹੈ, ਜਾਂ ਸਤਲੁਜ ਦੇ ਕੰਢੇ ਲੈ ਲਓ 62 ਚ ਬਣੀ ਜੱਗਾ ਡਾਕੂ ਲੈ ਲਓ, ਜਾਂ ਚੰਨ ਪਰਦੇਸੀ। ਉਸ ਤੋਂ ਬਾਅਦ ਮੇਰੇ ਖਿਆਲ ਤੁਹਾਡੀ ਰੰਜ ਫਿਲਮ ਹੀ ਹੈ, ਔਰ ਸਾਰੀਆਂ ਕਾਮਯਾਬ ਹੋਈਆਂ। ਆਪਾਂ ਵੀ ਚਾਹਾਂਗੇ ਕਿ ਇਹ ਵੀ ਉਸੇ ਤਰ੍ਹਾਂ ਹੀ ਕਾਮਯਾਬ ਹੋਵੇ ਜੀ। ਤੇ ਸਰ ਤੁਹਾਨੂੰ ਇਹਦੇ ਵਿੱਚ ਦਿੱਕਤ ਮੁਸ਼ਕਲਾਂ ਕੀ ਆਈਆਂ ਸਾਡੇ, ਥੋੜਾ ਸ਼ੇਅਰ ਕਰੋਗੇ ਇਹਦੇ ਵਿੱਚ ਸਰ? ਜੀ ਮਤਲਬ ਪਹਿਲੀ ਗੱਲ ਤਾਂ ਇੱਕ ਮਤਲਬ એનર્ਜੀ ਹੁੰਦੀ ਹੈ ਮਤਲਬ ਹਰ ਇੰਡਸਟਰੀ ਦੀ। ਇਸ ਟਾਈਮ ਤੇ ਕਾਫੀ ਕਾਮੇਡੀ ਬਣ ਰਹੀ ਹੈ ਪੰਜਾਬ ਵਿੱਚ ਐਂਡ ਆਲ ਵਿਚ ਇਜ਼ ਗ੍ਰੇਟ, ਬਟ ਸਾਡਾ ਥਾਟ ਪ੍ਰੋਸੈਸ ਥੋੜਾ ਜਿਹਾ ਹੋਰ ਸੀ। ਐਟਲੀਸਟ ਮੇਰਾ ਵੈਨ ਇਟ ਕਮਸ ਟੂ ਦਿਸ ਫਿਲਮ ਮੇਰਾ ਇਹ ਸੀ ਕਿ ਜੀ ਜਿਹੜੇ ਪੰਜਾਬੀ ਹੈਗੇ ਕਾਫੀ ਪ੍ਰੋਗਰੈਸਿਵ ਨੇ ਹਰ ਥਾਂ ਤੇ ਨੇ, ਤਾਂ ਵਾਈ ਡੋਂਟ ਵੀ ਹੈਵ ਆਲ ਕਾਈਂਡਸ ਆਫ ਸਿਨੇਮਾ ਇਨ ਪੰਜਾਬ। ਮਤਲਬ ਕਿੰਨੀ ਦੇਰ ਤੱਕ ਵੀ ਕੈਨ ਓਨਲੀ ਡੂ ਵਨ ਕਾਈਂਡ ਆਫ ਸਿਨੇਮਾ। डोंट गेट मी रॉन्ग, मैं आगे जाके कॉमेडी भी होपफुली करूँगा, बट देयर शुड बी डिफरेंट काइंड्स ऑफ सिनेमा इन पंजाब। सो वी शुड स्टॉप आवरसेल्व्स कि नहीं जी मतलब यही चल रहा है तो यही करना चाहिए तो यही बनाना चाहिए। ऑब्वियसली दिक्कत ही है जी, मतलब इन द सेंस कि फंड्स इकट्ठे करने ये सारा सौखा नहीं होता। मतलब कोई ऐ नहीं पैसे ला दिंदा कि जी कोई जानता नहीं। सारे मतलब आई वोंट से नवे बंदे ने पर सारे थिएटर एक्टर्स ने सो नो वन नोज देम। हुण जिवें आई डोंट थिंक बिफोर met Ekta before, so हैगा जी। So but that also happened was because of Sir. Sir wanted characters which are true to those particular roles. He could have easily taken someone कि जी ਅਸੀਂ ਸਟਾਰ ਲੈਣੇ ਨੇ, ਸਾਨੂੰ ਕੀ ਲੋੜ ਹੈ ਇਸ ਪੈਨ ਜੀ ਇਸ ਪੈਨ ਦੀ, ਉਦੋਂ ਹੀ ਆ ਜਾਣੇ ਸੀ ਜੀ ਫੰਡਸ। So he had that thing with his actors कि I am supporting you, please do your job, ठीक है। So ये सारा मतलब obviously problem ਸੀ then because funds ਵਿੱਚ ਦਿੱਕਤ ਸੀਗੀ, then प्रोडक्शन खड़ी करनी सौखी नहीं होंगी वो सारा किया जी। मतलब आफ्टर दैट पोस्ट प्रोडक्शन विच प्रॉब्लम, ठीक है दे वांट प्रॉब्लम्स के फंड दा है दिक्कत नहीं, बट टू क्रिएट फंड्स फॉर अ प्रोडक्ट इफ यू टॉकिंग अबाउट द बिजनेस विच यू डू नॉट नो अबाउट, उत्थे चक्कर पैंदा है।
ਸੋ ਯੂ ਹੈਵ ਟੂ ਬੀ ਵੈਰੀ ਸ਼ੋਰ ਕਿ ਤੁਸੀਂ ਕਰ ਕੀ ਰਹੇ ਹੋ ਐਂਡ ਦੈਨ ਇਨਵੋਲਵਿੰਗ ਦ ਰਾਈਟ ਪੀਪਲ ਇਨਵੋਲਵਿੰਗ ਦ ਪੀਪਲ ਹੂ ਹੈਵ ਦ ਕਰੈਕਟ ਐਟੀਟਿਊਡ ਟੁਵਰਡ ਦੈਟ। ਹੁਣ ਤੁਸੀਂ ਐਡੀਟਰ ਜੇ ਗਲਤ ਲੈ ਲਓ ਫॉर ਅ ਫਿਲਮ ਲਾਈਕ ਦਿਸ, ਉੱਥੇ ਪ੍ਰੋਬਲਮ ਹੋ ਜਾਣੀ ਹੈ। ਤੁਸੀਂ ਕਲਰਿਸਟ ਅੱਡ ਲੈ ਲਓ ਫॉर ਅ ਫਿਲਮ ਲਾਈਕ ਦਿਸ, ਪ੍ਰੋਬਲਮ ਹੋ ਜਾਣੀ ਹੈ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ with those kind of things. So I think problem was about decisions more than anything else. Thank you. मैं इस पे कुछ जोड़ना चाहूँगा। जैसे कि आपका सवाल था कि इस तरह की कोशिश जो है वो कम होती है, तो कोशिश होनी चाहिए और होनी चाहिए, डेफिनेटली होनी चाहिए, और सिर्फ पंजाबी सिनेमा को लेकर नहीं और भाषाओं को लेकर भी होनी चाहिए। कोशिशें कम होती हैं लेकिन कोशिशें और होनी चाहिए, डेफिनेटली होनी चाहिए। आप पंजाबी लिटरेचर की बात कर लीजिए, पंजाबी लिटरेचर शुरू से इतना ज़्यादा रिच रहा है, चाहे वो हमारे जो उपन्यासकार हैं, हमारे पंजाब के जो कवि हैं, वो शुरू से रहे हैं। मैंने तो ट्रांसलेशन पढ़ा है, जो पंजाब के लोग हैं वो तो ओरिजिनल वो लैंग्वेज में पढ़ के, तो इतना मतलब कि रिच एक ट्रेडिशन है लिटरेचर का। तो सिनेमा में भी वो कोशिश पहले हुई है, पहले काफ़ी हुई है कोशिश, अभी इधर कम हो गया है क्योंकि मुख्य धारा की फिल्में आमतौर पे वो एक ट्रेंड फॉलो करती हैं और अभी कर रही हैं, खासकर वो OTT बूम के बाद। लेकिन इस तरह की कोशिशें डेफिनेटली होनी चाहिए। और हाँ जी, एक ਜਿਹੜੀ ਮੇਨ ਚੀਜ਼ ਹੈਗੀ ਹੈ what I feel, I won't say ਕਿ ਜੀ commercial film ਹੈਗੀ ਹੈ, but at the same time it's not just for the festivals. I feel we actually believe that ਇਸ film ਦੀ audience ਹੈਗੀ ਹੈ and you know it will connect with the audience. ਇੰਨਾ ਤਾਂ ਸਾਨੂੰ confidence ਹੈਗਾ। ਹੁਣ ਕਿਸ ਲੈਵਲ ਤੇ ਕਰੇ, questions ਕੀ ਨੇ ਲੋਕਾਂ ਨੂੰ, you know ਉਹ different questions ਹੋਣਗੇ। Someone may take it in this way, someone may take it in that way. It's not linear, you know. सो ये गल है जी। दुनिया के जापान के बहुत बड़े मतलब कि एक फिल्म मेकर हैं थे कुरोसावा, तो उनका ये कहना था कि फिल्में दो तरह की होती हैं, दे आर गुड फिल्म्स एंड बैड फिल्म्स। दो ही तरह की फिल्में होती हैं। जो अच्छी फिल्में होती हैं वो एंगेजिंग होती हैं, आपको वो एंगेज करते हैं अपनी कहानी में। तो ये हमारी उम्मीद है, इस उम्मीद को लेकर हम आगे बढ़ रहे हैं कि हमारी फिल्म रन जो है वो ऑडियंस को एंगेज करेगी right from the beginning. ਸਰ ਮੇਰਾ ਸਵਾਲ ਹੈ ਜੀ ਤੁਹਾਡੇ ਤੋਂ ਹੀ। ਮੈਂ ਸੋਨੂ ਜਾਂਸਲਾ ਪ੍ਰਵਾਸੀ ਟੀਵੀ ਤੋਂ। ਸਰ ਅਕਸਰ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ, ਪਰ ਉਸ ਸੋਨੇ ਦੀ ਚਿੜੀ ਨੂੰ ਬਾਹਰ ਲੈ ਜਾਇਆ ਜਾਂਦਾ, ਪਰ ਸੋਨੇ ਦੀ ਚਿੜੀ ਅੱਜ ਰਹੀ ਨਹੀਂ ਹੈਗੀ। ਕਹਿੰਦੇ ਪੰਜਾਬ ਅਕਸਰ ਫਿਲਮਾਂ ਦੇ ਵਿੱਚ ਨਸ਼ਾ ਦੇਖਿਆ ਜਾਂਦਾ, ਬਹੁਤ ਕੁਝ ਦੇਖਿਆ ਜਾਂਦਾ, ਗੈਂਗਵਾਰ ਦੇਖਿਆ ਜਾਂਦਾ। ਇਦਾਂ ਦਾ ਕਦ ਮਾਹੌਲ ਆਵੇਗਾ ਕਿ ਪੰਜਾਬ ਨੂੰ ਐਂਡ ਦੇ ਵਿੱਚ ਸੋਨੇ ਦੀ ਚਿੜੀ ਕਿਹਾ ਜਾਏਗਾ, ਐਂਡ ਸਹੀ ਹੋਵੇ। ਔਰ ਦੂਜੀ ਗੱਲ, ਇਸ ਫਿਲਮ ਦੇ ਵਿੱਚ ਕਿੱਦਾਂ ਦਾ ਮਿਊਜ਼ਿਕ ਰਹੇਗਾ, ਕਿਹੜੇ ਸਿੰਗਰਾਂ ਨੇ ਗੀਤ ਗਾਏ ਨੇ? ਆਰਦੀਪ ਦੀ ਬੈਠੇ ਨੇ, ਉਹਨਾਂ ਦਾ ਵੀ ਸੌਂਗ ਹੈ ਜੀ। ਗੀਤ ਹੈ ਨਹੀਂ ਇਸ ਫਿਲਮ ਵਿੱਚ, ਇਟਸ ਅ ਵੈਰੀ ਰੀਅਲ ਫਿਲਮ ਤੇ ਬੈਕਗ੍ਰਾਉਂਡ में म्यूजिक है and there's one song which is not in the film, it is in the end credits, but ਗੱਲ ਇਹ ਹੈਗੀ ਹੈ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, what you're talking about Nashi and gang was, what this film is talking about is like the backdrop of the film। ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਦਾ ਕਾਜ਼ ਕੀ ਹੋ ਸਕਦਾ ਹੈ। ਜ਼ਮੀਨਾਂ ਟੁੱਟੀ ਜਾਂਦੀਆਂ ਲੋਕਾਂ ਦੀਆਂ, ਠੀਕ ਹੈ, ਓਪਰਚੁਨਿਟੀਜ਼ ਘੱਟ ਨੇ। ਸੋ ਇਫ ਯੂ ਸਟਾਰਟ ਥਿੰਕਿੰਗ, ਜਿਹੜੀ ਵੀ ਚੀਜ਼ ਹੁੰਦੀ ਹੈ ਜੀ, ਯੂ ਹੈਵ ਟੂ ਗੋ ਬੈਕ ਟੂ ਦ ਸੋਰਸ ਆਫ ਇਟ। ਸੋ ਇਹਦਾ ਸੋਰਸ ਕੀ ਹੈ? ਵੀ ਹੈਵ ਟੂ ਗੋ ਬੈਕ ਟੂ ਦੈਟ ਕਿ ਜੀ ਓਪਰਚੁਨਿਟੀਜ਼ ਘੱਟ ਨੇ, ਜ਼ਮੀਨਾਂ ਟੁੱਟੀ ਜਾਂਦੀਆਂ ਨੇ, ਲੋਕ ਬਾਹਰ ਮਾਈਗ੍ਰੇਟ ਕਰ ਰਹੇ ਨੇ, ਜਿਹੜੇ ਐਜੂਕੇਟਡ ਨੇ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੇ, ਤਾਂ ਫਿਰ ਜੀ ਓਬਵੀਅਸਲੀ ਤੁਸੀਂ ਆਪਦੇ ਟਾਈਮ ਨਾਲ ਕੁਛ ਤਾਂ ਕਰੋਗੇ, ਯੂ ਨੋ। ਸੋ ਐਟ ਦ ਬੈਕਡ੍ਰੌਪ ਵੀ ਆਰ ਟਾਕਿੰਗ ਅਬਾਊਟ ਦੈਟ ਆਲਸੋ ਕਿ ਯੂ ਨੋ ਦੈਟ ਇਹ ਚੀਜ਼ਾਂ ਪੰਜਾਬ ਵਿੱਚ ਦਿਸ ਇਜ਼ ਅ ਪ੍ਰੋਬਲਮ ਰਾਈਟ ਨਾਓ, ਬਟ ਵੀ ਹੈਵਨਟ ਸਪੋਕਨ ਅਬਾਊਟ ਦ ਪ੍ਰੋਬਲਮਸ ਆਫ ਪੰਜਾਬ, we just have it as a backdrop. This film is about migration and urban isolation, and of course it's a love story also, but not in a regular way ji. Matlab it's a lot of thing is happening in the character's imagination because it's a character driven film. So it is ki ji tusi character nu follow kar rahe ho, character kar ki ਰਿਹਾ ਹੈ, then ਜਿਵੇਂ ਮਤਲਬ ਦਿੱਲੀ ਸ਼ਹਿਰ ਕਿਵੇਂ ਦਿਖਾਇਆ ਹੋਇਆ ਹੈ ਤੇ ਆਪਣੇ ਪਿੰਡ ਕਿਵੇਂ ਦਿਖਾਏ ਹੋਏ ਨੇ, the difference is that ਕੀ ਲੋੜ ਹੈਗੀ ਆਪਾਂ ਨੂੰ ਮਤਲਬ ਬਾਹਰ ਭੱਜਣ ਦੀ, you know,
ਕਿਉਂਕਿ ਪੰਜਾਬ 'ਚ ਇੰਨਾ ਕੁਝ ਹੈਗਾ, ਠੀਕ ਹੈ, ਮਤਲਬ ਜੀ ਓਪਰਚੁਨਿਟੀਜ਼ ਹੋਣ। ਸੋ ਇਹ ਸਾਰਾ ਬੈਕਡ੍ਰੌਪ ਵਿੱਚ ਹੈਗਾ, ਵਿੱਚ ਵਨਸ ਯੂ ਸੀ ਦ ਫਿਲਮ ਉਹ ਫਿਰ ਇਹ ਕਨਵਰਸੇਸ਼ਨਸ ਆਪਾਂ ਹੋਰ ਡਿਟੇਲਸ ਕਰ ਸਕਦੇ ਹਾਂ। ਇਸ ਫਿਲਮ ਤੋਂ ਲੋਕਾਂ ਨੂੰ ਮੈਸੇਜ ਕੀ ਜਾਏਗਾ ਜੀ? ਕਿੱਦਾਂ ਦਾ ਮੈਸੇਜ ਰਹੇਗਾ ਇਸ ਫਿਲਮ ਦੇ ਵਿੱਚ? ਅਕਸਰ ਕੁਝ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਐਂਡ ਦੇ ਵਿੱਚ ਕੋਈ ਮੈਸੇਜ ਮਿਲਦਾ ਹੈ ਕਿ ਇਹ ਮਿਲਿਆ, ਪੰਜਾਬ ਦੇ ਲੋਕਾਂ ਨੂੰ ਕਿੱਦਾਂ ਦਾ ਲੱਗੇਗਾ? ਕੀ ਮੈਸੇਜ ਆਏਗਾ ਇਸ ਫਿਲਮ ਤੋਂ ਜੀ? ਆਈ ਵੁੱਡ ਜਸਟ ਸੀ ਇਟ ਐਜ਼ ਕਿ ਆਹ ਸਿਚੁਏਸ਼ਨ ਹੈਗੀ ਹੈ, ਬਟ ਬਿਕੋਜ਼ ਪੰਜਾਬੀ ਇੰਨਾ ਹਾਰਡ ਵਰਕਿੰਗ ਹੈਗਾ, ਜੇ ਓਪਰਚੁਨਿਟੀ ਦਿੱਤੀ ਜਾਵੇ ਦੇयर ਸਟਿਲ ਹੋਪ ਆਫ ਡੂਇੰਗ ਰੀਅਲੀ ਵੈਲ, ਠੀਕ ਹੈ ਜੀ। ਐਂਡ ਇਹਦੇ 'ਚ ਪੈਰੈਂਟਸ ਦਾ ਵੀ ਦਿਖਾਇਆ ਜਾਂਦਾ ਹੈ, ਦੇ ਆਲਸੋ ਹੈਵ ਕਿ ਬੱਚੇ ਚੰਗਾ ਕਰਨ, ਉਹ ਸਾਰਾ ਦਿਖਾਇਆ ਜਾਂਦਾ ਹੈ ਇਸ ਫਿਲਮ ਵਿੱਚ। ਸੋ ਵਨ ਇਟ ਇਜ਼ ਅਬਾਊਟ ਸਿਨੇਮਾ, ਗੁੱਡ ਸਿਨੇਮਾ, ਡਿਫਰੈਂਟ ਕਾਈਂਡਸ ਆਫ ਸਿਨੇਮਾ ਕਮਿੰਗ ਇਨ ਟੂ ਦ ਪੰਜਾਬੀ ਇੰਡਸਟਰੀ। ਜਿਵੇਂ ਇਹ ਇੱਕ ਜਨਰ ਹੋ ਗਿਆ, ਹੋਪਫੁਲੀ ਅੱਡ ਜਨਰਸ ਵੀ ਆਉਣਗੇ ਪੰਜਾਬ 'ਚ। ਸੋ ਦੈਟ ਇਜ਼ ਦ ਵਨ ਥਿੰਗ ਜੀ। ਐਂਡ ਵਨ ਇਜ਼ ਦੈਟ we as a society, if you love Punjab, what would you want to do in the future, for our community, as Punjabis? सर वन ऑन वन करते हैं, बस वन ऑन वन करते हैं सर, बिना मेकअप तो बहुत अच्छा सिन्हा साहब तुसीं कराया। सर कोई एक अच्छा ਕਰੈਕਟਰ ਹੋਰ ਵੱਡਾ ਕਰੈਕਟਰ ਲੈਂਦੀ ਨਹੀਂ ਸੋਚੀ ਤੁਸੀਂ ਵਿੱਚ ਫਿਲਮ ਦੇ? ਤੇ ਦੂਸਰਾ ਇਹ ਸਟੋਰੀ ਦੇ ਟ੍ਰੇਲਰ ਦੇ ਵਿੱਚ ਸਮਝ ਨਹੀਂ ਆ ਰਿਹਾ ਵੀ ਕੀ ਹੈ ਸਟੋਰੀ जी। सर हिंदी में बताऊं? हाँ नहीं, एक तो आखिरी क्वेश्चन तो समझ में आ गया कि आपने कहा कि ट्रेलर से कहानी पूरी नहीं, कहानी का पता नहीं चलता है पूरा, जो कि जायज़ है, क्योंकि ट्रेलर में क्या होता है कि ट्रेलर में अगर कहानी हम पूरी रिवील करते, गिव अवे कर ले, तो वो भी एक प्रॉब्लम है। सो कहानी से आपको जो उसका थीम है और जो उसका मूड है और एक फिल्म का फील क्या है वो मालूम चलता है। ट्रेलर का रोल ये होता है कि आप के अंदर वो इच्छा वो जगाए कि आप फिल्म देखना चाहें। तो पूरी फिल्म की कहानी जो पूरी है वो तो फिल्म देख के उसका अंदाज़ा लगेगा। लेकिन जैसा कि पहले मैंने आपको कहा था संक्षेप में कि कहानी जो फिल्म की है वो एक ऐसे पात्र की है जो छोटे से पंजाब के गांव में है और वहाँ से मजबूरन उसको शहर जाना पड़ता है रोज़गार की तलाश में, क्योंकि वो एम्प्लॉयमेंट ऑल्टरनेटिव नहीं है उसके गांव में। तो वहाँ जाके जो एक सेंस ऑफ रूटलेसनेस, जो जड़हीन होना, जो मैंने कहा कि आप अपने ज़मीन से अलग हो जाते हैं, आप कल्चरली अलग हो जाते हैं अपनी जगह से, और एक नई जगह पे एक नए सिरे से अपने आप को आप स्थापित करने की कोशिश करते हैं, और वो कोशिश में जो संघर्ष है उसके ऊपर फिल्म है। और ख़ासकर जैसे कि गांव से, पंजाब के गांव से, जैसे कि हमने जो मेरा पूरा रिसर्च है फिल्म का, जो पंजाब के गांव का, और जहां हमने शूट भी किया वो मुक्तसर डिस्ट्रिक्ट में सिंगयाला गांव है, वहाँ पे, और उसके आसपास के गांव में रह के हमने किया। तो उस गांव का अपना एक कैरेक्टर है। वैसे ही दिल्ली शहर हमने चुना कि वो दिल्ली जाता है, तो दिल्ली का भी अपना एक कैरेक्टर है। तो दिल्ली शहर खुद में काफ़ी रूथलेस हो सकता है, बहुत ही बड़ा शहर है, अलग अलग स्टेट से, अलग अलग गांव से, छोटे शहरों से, अलग अलग भाषाएं बोलने वाले, अलग अलग कल्चरली मतलब डाइवर्स वो एक मेट्रोपोलिस है। और वहाँ पे है जो किसी भी एक नए व्यक्ति के लिए जो एक कहा जाए कि एक निचले तबके से आ रहा है उठ के, हाँ, उसके लिए अपने आप को वहाँ पे नए सिरे से इस्टेब्लिश करना बहुत मुश्किल है। तो कहीं ना कहीं कहानी कैरेक्टर ड्रिवन है पूरी, उसी कैरेक्टर को लेके हम चलते हैं, उसके स्ट्रगल को लेके चलते हैं, और कैसे वो अपनी परिस्थितियों से जूझ रहा है, और कैसे उसके मॉरल अपने कॉन्फ्लिक्ट्स होते हैं, और कैसे वो अपने लिए कोई एक रास्ता ढूंढ पाता है। और फिल्म में वो रास्ता जो वो चुनता है अनफॉर्चुनेटली वो है वायलेंस का। एक पॉइंट के बाद जाके वो एक एक्सप्लोजन तो नहीं बोलेंगे, लेकिन हाँ एक वो सेल्फ डिस्ट्रक्टिव पाथ पे वो निकल पड़ता है। वो एक कैरेक्टर की जर्नी है जो हम फिल्म में दर्शाने की हमने कोशिश की है। So you've shown Guns and Roses both.
मैं मैम से पूछना चाहता हूँ एक्चुअली उनका तो पता लग गया कि एक्टिंग बहुत सीखी है उन्होंने, आपसे भी सीखी है और लंदन से भी सीखी है। सर आपने बहुत अच्छी एक्टिंग की है। मैम आपने एक्टिंग सीखी है कहीं पे, मतलब मुक्तसर से तो आप आते हो, आपके एरिया की स्टोरी हो गई जी विदाउट, एक बहुत अच्छी एक्टिंग है आपकी, मतलब ट्रेलर में जी सर, एक्टिंग मैंने चंडीगढ़ में ही सीखी है। मैंने काफ़ी प्लेस किए हैं। वन ऑफ द प्लेस दिल्ली रोड थे हादसा विद पाली भूपिंदर सिंह। सो एज मेन लीड मैंने काफ़ी प्लेस किए हैं और एक वेब सीरीज़ ऑलरेडी मेरी रिलीज़ हो चुकी है इक्सी किसान नाम से, वाइट हिल प्रोडक्शन से, ठीक है। लेकिन ये शूट हमने पहले किया था, वो मैंने बाद में की थी। सो टेक्निकली दिस इज़ माई फर्स्ट प्रोजेक्ट ऑन लाइक तो कैमरा। सर को कैसे पता था आपके स्किल्स? सर को ये मतलब खुद में ही बहुत ही इंटरेस्टिंग एक है। मैं आदेश को तो मैं पर्सनली जानता था कई सालों से, और मैं दिल्ली में ही कोशिश कर रहा था कि पंजाबी स्पीकिंग कोई एक्ट्रेस हो तो उनको कास्ट किया जाए। तो वो कोशिश हमने लंबे समय तक की और मैं काफ़ी उतने ही लंबे समय तक मैं जो है डिससेटिस्फाइड था। जो भी डिसीजन तो हम ले नहीं पा रहे थे। तो फाइनली मैंने जो कि आपके चंडीगढ़ में ही रहती हैं, बहुत ही जानी मानी नीलम मान सिंह जो थिएटर की वो है, तो उनसे क्योंकि मेरा जान पहचान रहा है तो मैंने उनको फ़ोन किया। मैंने कहा कि आपकी मदद चाहिए। मैं एक फ़िल्म बना रहा हूँ, फीचर फिल्म है, और मुझे एक न्यू फेस चाहिए, कोई नोन उस तरह का नहीं, और लेकिन कलाकार अच्छा होना चाहिए और थिएटर का हो तो फिर बहुत अच्छा है, क्योंकि एक बेसिक ग्राउंडिंग, एक ट्रेनिंग ऑलरेडी मिलता है। तो उनके ज़रिए मैं एकता तक पहुंच पाया। तो एकता से बात हुई तो फिर मैं ट्रैवल किया, चंडीगढ़ आया। एकता का हमने एक लुक टेस्ट कह ले या स्क्रीन टेस्ट कह ले वो रखा। तो उसके मतलब बाद ही मतलब कि हमने ये डिसीजन लिया कि ठीक है एकता के साथ ये फिल्म करनी चाहिए। मैं filmwala.com से YPS चौहान हूँ। सिद्धू साहब ਤੁਹਾਡੇ ਤੋਂ ਇੱਕ ਕੁਐਸਚਨ ਹੈਗਾ ਬੜਾ, ਇਹ ਕਮਰਸ਼ੀਅਲ ਫਿਲਮ ਨਹੀਂ ਹੈਗੀ, ਹਾਂਜੀ, ਅਵਾਰਡ ਵਿਨਰ ਫਿਲਮ ਹੈਗੀ ਹੈ ਸਰ। ਕਈ ਜਗ੍ਹਾ ਬਹੁਤ ਸਾਰੇ ਦੁਨੀਆ ਦੇ ਵਿੱਚ ਫੈਸਟੀਵਲਸ ਦੇ ਵਿੱਚ ਤੁਸੀਂ ਲੈ ਕੇ ਗਏ ਹੋ। ਪੰਜਾਬੀ ਸਿਨੇਮਾ ਦੇ ਵਿੱਚ ਜਿਹੜੀਆਂ ਮਤਲਬ ਅਵਾਰਡ ਵਿਨਰ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਸ ਮੂਵੀਜ਼ ਹੈਗੀਆਂ ਬਹੁਤ ਘੱਟ ਬਣੀਆਂ ਹੈਗੀਆਂ। ਆਪਾਂ ਨੂੰ ਟਿਪਸ ਦੇ ਉੱਪਰ ਹੀ ਯਾਦ ਹੈ, ਜਾਂ ਸਤਲੁਜ ਦੇ ਕੰਢੇ ਲੈ ਲਓ 62 ਚ ਬਣੀ ਸੀ, ਜੱਗਾ ਡਾਕੂ ਲੈ ਲਓ, ਜਾਂ ਚੰਨ ਪਰਦੇਸੀ। ਉਸ ਤੋਂ ਬਾਅਦ ਮੇਰੇ ਖਿਆਲ ਤੁਹਾਡੀ ਰੰਜ ਫਿਲਮ ਹੀ ਹੈ, ਔਰ ਸਾਰੀਆਂ ਕਾਮਯਾਬ ਹੋਈਆਂ। ਆਪਾਂ ਵੀ ਚਾਹਾਂਗੇ ਕਿ ਇਹ ਵੀ ਉਸੇ ਤਰ੍ਹਾਂ ਹੀ ਕਾਮਯਾਬ ਹੋਵੇ ਜੀ। ਤੇ ਸਰ ਤੁਹਾਨੂੰ ਇਹਦੇ ਵਿੱਚ ਦਿੱਕਤ ਮੁਸ਼ਕਲਾਂ ਕੀ ਆਈਆਂ ਸਾਡੇ, ਥੋੜਾ ਸ਼ੇਅਰ ਕਰੋਗੇ ਇਹਦੇ ਵਿੱਚ? ਜੀ ਮਤਲਬ ਪਹਿਲੀ ਗੱਲ ਤਾਂ ਇੱਕ ਮਤਲਬ ਐਨਰਜੀ ਹੁੰਦੀ ਹੈ ਮਤਲਬ ਹਰ ਇੰਡਸਟਰੀ ਦੀ। ਇਸ ਟਾਈਮ ਤੇ ਕਾਫੀ ਕਾਮੇਡੀ ਬਣ ਰਹੀ ਹੈ ਪੰਜਾਬ ਵਿੱਚ ਐਂਡ ਆਲ ਵਿਚ ਇਜ਼ ਗ੍ਰੇਟ, ਬਟ ਸਾਡਾ ਥਾਟ ਪ੍ਰੋਸੈਸ ਥੋੜਾ ਜਿਹਾ ਹੋਰ ਸੀ, ਐਟਲੀਸਟ ਮੇਰਾ ਵੈਨ ਇਟ ਕਮਸ ਟੂ ਦਿਸ ਫਿਲਮ। ਮੇਰਾ ਇਹ ਸੀ ਕਿ ਜੀ ਜਿਹੜੇ ਪੰਜਾਬੀ ਹੈਗੇ ਕਾਫੀ ਪ੍ਰੋਗਰੈਸਿਵ ਨੇ ਹਰ ਥਾਂ ਤੇ ਨੇ, ਤਾਂ ਵਾਈ ਡੋਂਟ ਵੀ ਹੈਵ ਆਲ ਕਾਈਂਡਸ ਆਫ ਸਿਨੇਮਾ ਇਨ ਪੰਜਾਬ। ਮਤਲਬ ਕਿੰਨੀ ਦੇਰ ਤੱਕ ਵੀ ਕੈਨ ਓਨਲੀ ਡੂ ਵਨ ਕਾਈਂਡ ਆਫ ਸਿਨੇਮਾ। डोंट गेट मी रॉन्ग, मैं आगे जाके कॉमेडी भी होपफुली करूँगा, बट देयर शुड बी डिफरेंट काइंड्स ऑफ सिनेमा इन पंजाब। सो वी शुड स्टॉप आवरसेल्व्स कि नहीं जी मतलब यही चल रहा है तो यही करना चाहिए तो यही बनाना चाहिए। ऑब्वियसली दिक्कतें आई हैं जी, मतलब इन द सेंस कि फंड्स इकट्ठे करने ये सारा सौखा नहीं होता। मतलब कोई ऐ नहीं पैसे ला दिंदा कि जी कोई जानता नहीं। सारे मतलब आई वोंट से नवे बंदे ने तो सारे थिएटर एक्टर्स ने, सो नो वन नोज दैम। ਹੁਣ ਜਿਵੇਂ ਆਈ ਡੋਂਟ ਥਿੰਕ ਯੂ ਮੈਟ ਮੀ ਬਿਫੋਰ ਮੈਟ ਏਕਤਾ ਬਿਫੋਰ, ਸੋ ਹੈਗਾ ਜੀ। ਸੋ ਬਟ ਵਾਈ ਦੈਟ ਆਲਸੋ ਹੈਪਨ ਵਾਜ਼ ਬਿਕੋਜ਼ ਆਫ ਸਰ ਵਾਂਟਡ ਕੈਰੈਕਟਰਸ ਵਿਚ ਆਰ ਟਰੂ ਟੂ ਦੋਜ਼ ਪਾਰਟਿਕੂਲਰ ਰੋਲਸ। ਹੀ ਕੁਡ ਹੈਵ ਈਜ਼ਲੀ ਟੇਕਨ ਸਮਨ ਕਿ ਜੀ ਅਸੀਂ ਸਟਾਰ ਲੈਣੀ ਹੈ, ਸਾਨੂੰ ਕੀ ਲੋੜ ਹੈ ਇਸ ਪੈਨ ਜੀ ਇਸ ਪੈਨ ਦੀ, ਉਦੋਂ ਹੀ ਆ ਜਾਣੇ ਸੀ ਜੀ ਫੰਡਸ। ਸੋ ਹੀ ਹੈਡ ਦੈਟ ਥਿੰਗ ਵਿਦ ਹਿਜ਼ ਐਕਟਰਸ ਕਿ ਆਈ ਐਮ ਸਪੋਰਟਿੰਗ ਯੂ, ਪਲੀਜ਼ ਡੂ ਯੋਰ ਜੌਬ, ठीक है। सो ये सारा मतलब ऑब्वियसली प्रॉब्लम सी, दैन बिकॉज फंड्स विच दिक्कत सी, दैन प्रोडक्शन खड़ी करनी सौखी नहीं होंगी, वो सारा किया जी। मतलब आफ्टर दैट पोस्ट प्रोडक्शन विच प्रॉब्लम, ठीक है, दे वांट प्रॉब्लम्स के फंड्स दा ऐ दिक्कत नहीं सी कि जी वो फंड्स खत्म हो गए सी, बट टू क्रिएट फंड्स फॉर अ प्रोडक्ट इफ यू टॉकिंग अबाउट द बिजनेस विच यू डू नॉट नो अबाउट, उत्थे चक्कर पैंदा। So you have to be very sure कि तुसी कर की रहे हो, and then involving the right people, involving the people who have the correct attitude towards that film. ਹੁਣ ਤੁਸੀਂ editor ਜੇ ਗਲਤ ਲੈ ਲਓ for a film like this,
ਉੱਥੇ ਪ੍ਰੋਬਲਮ ਹੋ ਜਾਣੀ ਹੈ। ਤੁਸੀਂ ਕਲਰਿਸਟ ਅੱਡ ਲੈ ਲਓ ਫॉर ਅ ਫਿਲਮ ਲਾਈਕ ਦਿਸ, ਪ੍ਰੋਬਲਮ ਹੋ ਜਾਣੀ ਹੈ। ਸੋ ਵੀ ਹੈਡ ਟੂ ਬੀ ਵੈਰੀ ਕੇਅਰਫੁਲ ਵਿਦ ਦੋਜ਼ ਕਾइंड ऑफ थिंग्स। सो आई थिंक प्रॉब्लम वाज अबाउट डिसीजंस मोर देन एनीथिंग एल्स। थैंक यू जी। मैं इस पे कुछ जोड़ना चाहूँगा। जैसे कि आपका सवाल था कि इस तरह की कोशिश जो है वो कम होती है, तो कोशिश होनी चाहिए और होनी चाहिए, डेफिनेटली होनी चाहिए, और सिर्फ पंजाबी सिनेमा को लेकर नहीं और भाषाओं को लेकर भी होनी चाहिए। कोशिशें कम होती हैं लेकिन कोशिशें और होनी चाहिए, डेफिनेटली होनी चाहिए। आप पंजाबी लिटरेचर की बात कर लीजिए, पंजाबी लिटरेचर शुरू से इतना ज़्यादा रिच रहा है, चाहे वो हमारे जो उपन्यासकार हैं, हमारे पंजाब के जो कवि हैं, वो शुरू से रहे हैं। मैंने तो ट्रांसलेशन पढ़ा है। जो पंजाब के लोग हैं वो तो ओरिजिनल वो लैंग्वेज में पढ़ के, तो इतना मतलब कि रिच एक ट्रेडिशन है लिटरेचर का। तो सिनेमा में भी वो कोशिश पहले हुई है, पहले काफ़ी हुई है कोशिश, अभी इधर कम हो गया है क्योंकि मुख्य धारा की फिल्में आम तौर पे वो एक ट्रेंड फॉलो करती हैं और अभी कर रही हैं, खासकर वो OTT बूम के बाद। लेकिन इस तरह की कोशिशें डेफिनेटली होनी चाहिए। और हाँ जी, एक जी मेन चीज़ हैगी है व्हाट आई फील, आई वोंट से कि जी कमर्शियल फिल्म हैगी है, बट एट द सेम टाइम इट्स नॉट जस्ट फॉर द फेस्टिवल्स। आई फील वी एक्चुअली बिलीव दैट इस फिल्म दी ऑडियंस हैगी है एंड यू नो इट विल कनेक्ट विद द ऑडियंस। इन्ना तो सानू कॉन्फिडेंस है हम किस लेवल ते करें। क्वेश्चंस की ने लोगों ਨੂੰ यू नो वो डिफरेंट क्वेश्चंस होंगे। someone may take it in this way, someone may take it in that way. It's not linear, you know. So ये गल है ये। दुनिया के जापान के बहुत बड़े मतलब कि एक फिल्म मेकर हैं थे कुरोसावा, तो उनका ये कहना था कि फिल्में दो तरह की होती हैं, दे आर गुड फिल्म्स एंड बैड फिल्म्स। दो ही तरह की फिल्में होती हैं। जो अच्छी फिल्में होती हैं वो एंगेजिंग होती हैं, आपको वो एंगेज करते हैं अपनी कहानी में। तो ये हमारी ये उम्मीद है, इस उम्मीद को लेकर हम आगे बढ़ रहे हैं कि हमारी फिल्म रन जो है वो ऑडियंस को एंगेज करेगी राइट फ्रॉम द बिगनिंग। सर मेरा सवाल है जी ਤੁਹਾਡੇ ਤੋਂ ਹੀ। मैं सोनू ਜਾਂਸਲਾ ਪ੍ਰਵਾਸੀ ਟੀਵੀ ਤੋਂ। ਸਰ ਅਕਸਰ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ, ਪਰ ਉਸ ਸੋਨੇ ਦੀ ਚਿੜੀ ਨੂੰ ਬਾਹਰ ਲੈ ਜਾਇਆ ਜਾਂਦਾ ਹੈ, ਪਰ ਸੋਨੇ ਦੀ ਚਿੜੀ ਅੱਜ ਰਹੀ ਨਹੀਂ ਹੈਗੀ। ਕਹਿੰਦੇ ਪੰਜਾਬ ਅਕਸਰ ਫਿਲਮਾਂ ਦੇ ਵਿੱਚ ਨਸ਼ਾ ਦੇਖਿਆ ਜਾਂਦਾ ਹੈ, ਬਹੁਤ ਕੁਝ ਦੇਖਿਆ ਜਾਂਦਾ, ਗੈਂਗਵਾਰ ਦੇਖਿਆ ਜਾਂਦਾ। ਇੱਦਾਂ ਦਾ ਕਦ ਮਾਹੌਲ ਆਵੇਗਾ ਕਿ ਪੰਜਾਬ ਨੂੰ ਐਂਡ ਦੇ ਵਿੱਚ ਸੋਨੇ ਦੀ ਚਿੜੀ ਕਿਹਾ ਜਾਏਗਾ, ਐਂਡ ਸਹੀ ਹੋਵੇ। ਔਰ ਦੂਜੀ ਗੱਲ, ਇਸ ਫਿਲਮ ਦੇ ਵਿੱਚ ਕਿੱਦਾਂ ਦਾ ਮਿਊਜ਼ਿਕ ਰਹੇਗਾ, ਕਿਹੜੇ ਸਿੰਗਰਾਂ ਨੇ ਗੀਤ ਗਾਏ ਨੇ? ਆਰਦੀਪ ਦੀ ਬੈਠੇ ਨੇ, ਉਹਨਾਂ ਦਾ ਵੀ ਸੌਂਗ ਹੈ जी। गीत है नहीं इस फिल्म विच, इट्स अ वेरी रेयर फिल्म ते बैकग्राउंड में म्यूजिक है एंड देयर इज वन सॉन्ग व्हिच इज नॉट इन द फिल्म, इट इज इन द एंड क्रेडिट्स। बट गल ये हैगी जी जी तुसी गल कर रहे हो ना, व्हाट यू टॉकिंग अबाउट नशे एंड गैंग वॉर्स, what this film is talking about is like the backdrop of the film। ये कहने की कोशिश कर रही है कि ਇਹਦਾ cause ਕੀ ਹੋ ਸਕਦਾ ਹੈ। ਜ਼ਮੀਨਾਂ ਟੁੱਟੀ ਜਾਂਦੀਆਂ ਲੋਕਾਂ ਦੀਆਂ, ਠੀਕ ਹੈ, ਓਪਰਚੁਨਿਟੀਜ਼ ਘੱਟ ਨੇ। ਸੋ ਇਫ ਯੂ ਸਟਾਰਟ ਥਿੰਕਿੰਗ ਜਿਹੜੀ ਵੀ ਚੀਜ਼ ਹੁੰਦੀ ਹੈ ਜੀ, ਯੂ ਹੈਵ ਟੂ ਗੋ ਬੈਕ ਟੂ ਦ ਸੋਰਸ ਆਫ ਇਟ। ਸੋ ਇਹਦਾ ਸੋਰਸ ਕੀ ਹੈ, ਵੀ ਹੈਵ ਟੂ ਗੋ ਬੈਕ ਟੂ ਦੈਟ ਕਿ ਜੀ ਓਪਰਚੁਨਿਟੀਜ਼ ਘੱਟ ਨੇ, ਜ਼ਮੀਨਾਂ ਟੁੱਟੀ ਜਾਂਦੀਆਂ ਨੇ, ਲੋਕ ਬਾਹਰ ਮਾਈਗ੍ਰੇਟ ਕਰ ਰਹੇ ਨੇ, ਜਿਹੜੇ ਐਜੂਕੇਟਡ ਨੇ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੇ, ਤਾਂ ਫਿਰ ਜੀ ਓਬਵੀਅਸਲੀ ਤੁਸੀਂ ਆਪਦੇ ਟਾਈਮ ਨਾਲ ਕੁਛ ਤਾਂ ਕਰੋਗੇ, you know। So at the backdrop we are talking about that also, okay, you know, that ਇਹ ਚੀਜ਼ਾਂ ਪੰਜਾਬ ਵਿੱਚ this is a problem right now, but we haven't spoken about the problems of Punjab, we just have it as a backdrop। This film is about migration and urban isolation, and of course it's a love story also, but not in a regular way ji। मतलब it's a lot of thing is happening in the character's imagination because it's a character driven film। So it is कि जी तुसी character ਨੂੰ follow ਕਰ ਰਹੇ ਹੋ, character ਕਰ ਕੀ ਰਿਹਾ ਹੈ, then ਜਿਵੇਂ ਮਤਲਬ ਦਿੱਲੀ ਸ਼ਹਿਰ ਕਿਵੇਂ ਦਿਖਾਇਆ ਹੋਇਆ ਹੈ ਤੇ ਆਪਣੇ ਪਿੰਡ ਕਿਵੇਂ ਦਿਖਾਏ ਹੋਏ ਨੇ, the difference is that ਕੀ ਲੋੜ ਹੈਗੀ ਆਪਾਂ ਨੂੰ ਮਤਲਬ ਬਾਹਰ ਭੱਜਣ ਦੀ, you know, ਕਿਉਂਕਿ ਪੰਜਾਬ ਜਿੰਨਾ ਕੁਝ ਹੈਗਾ, ਠੀਕ ਹੈ, ਮਤਲਬ ਜੀ ਓਪਰਚੁਨਿਟੀਜ਼ ਹੋਣ। ਸੋ ਇਹ ਸਾਰਾ ਬੈਕਡ੍ਰੌਪ ਵਿੱਚ ਹੈਗਾ, which once you see the film ਉਹ ਫਿਰ ਇਹ ਕਨਵਰਸੇਸ਼ਨਸ ਆਪਾਂ ਹੋਰ ਯੂ نو ਡਿਟੇਲਸ ਕਰ ਸਕਦੇ ਹਾਂ। ਇਸ ਫਿਲਮ ਤੋਂ ਲੋਕਾਂ ਨੂੰ ਮੈਸੇਜ ਕੀ ਜਾਏਗਾ ਜੀ?
ਕਿੱਦਾਂ ਦਾ ਮੈਸੇਜ ਰਹੇਗਾ ਇਸ ਫਿਲਮ ਦੇ ਵਿੱਚ? ਅਕਸਰ ਕੁਝ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਐਂਡ ਦੇ ਵਿੱਚ ਕੋਈ ਮੈਸੇਜ ਮਿਲਦਾ ਹੈ ਕਿ ਇਹ ਮਿਲਿਆ ਪੰਜਾਬ ਦੇ ਲੋਕਾਂ ਨੂੰ ਕਿੱਦਾਂ ਦਾ ਲੱਗੇਗਾ? ਕੀ ਮੈਸੇਜ ਆਏਗਾ ਇਸ ਫਿਲਮ ਤੋਂ? ਜੀ ਆਈ ਵੁੱਡ ਜਸਟ ਸੀ ਇਟ ਐਜ਼ ਕਿ ਆਹ ਸਿਚੁਏਸ਼ਨ ਹੈਗੀ ਹੈ, ਬਟ ਬਿਕੋਜ਼ ਪੰਜਾਬੀ ਇੰਨਾ ਹਾਰਡ ਵਰਕਿੰਗ ਹੈਗਾ, ਜੇ ਓਪਰਚੁਨਿਟੀ ਦਿੱਤੀ ਜਾਵੇ ਦੇਰ ਸਟਿਲ ਹੋਪ ਆਫ ਡੂਇੰਗ ਰੀਅਲੀ ਵੈਲ। ਠੀਕ ਹੈ ਜੀ। ਐਂਡ ਇਹਦੇ 'ਚ ਪੈਰੈਂਟਸ ਦਾ ਵੀ ਦਿਖਾਇਆ ਜਾਂਦਾ ਹੈ, ਦੇ ਆਲਸੋ ਹੈਵ ਕਿ ਬੱਚੇ ਚੰਗਾ ਕਰਨ, ਉਹ ਸਾਰਾ ਦਿਖਾਇਆ ਜਾਂਦਾ ਹੈ ਇਸ ਫਿਲਮ ਵਿੱਚ। ਸੋ one it is about cinema, good cinema, different kinds of cinema coming into the ਪੰਜਾਬੀ ਇੰਡਸਟਰੀ। ਜਿਵੇਂ ਇਹ ਇੱਕ ਜਨਰ ਹੋ ਗਿਆ, ਹੋਪਫੁਲੀ ਆਰਟ ਜਨਰਸ ਵੀ ਆਣਗੇ ਪੰਜਾਬ 'ਚ। ਸੋ ਦੈਟ ਇਜ਼ ਦ ਵਨ ਥਿੰਗ ਜੀ। ਐਂਡ ਵਨ ਇਜ਼ ਦੈਟ we as a society, if you love Punjab, what would you want to do in the future, for our community, as Punjabis? Sir, one-on-one कर दें, one-on-one कर दें। हाँ जी, हाँ जी। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਹੀਨ ਕੋਟਪੂਰਾ। ਮਸਤਾਨੀ, ਬਹੁਤ ਸਾਰੇ ਗੀਤ ਤੁਸੀਂ ਸੁਣੇ ਹੋਣਗੇ, ਬਾਜੀਰਾਓ ਮਸਤਾਨੀ ਬਾਰੇ ਤੁਸੀਂ ਸੁਣਿਆ ਹੋਊਗਾ, ਪਰ ਅੱਜ ਤੁਹਾਨੂੰ ਚੰਡੀਗੜ੍ਹ ਦੀ ਮਸਤਾਨੀ ਦੇ ਨਾਲ ਮਿਲਾਉਣ ਜਾ ਰਹੇ ਹਾਂ। ਮੈਮ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਮਸਤਾਨੀ ਨਾਮ ਬੜਾ ਮਤਲਬ ਯੂਨੀਕ ਜਿਹਾ ਨਾਮ ਹੈ, ਇਹ ਨਾਮ ਕਿਵੇਂ ਹੈ? ਐਕਚੁਅਲੀ ਮੇਰਾ ਨਾਮ ਪ੍ਰੀਤ ਕੌਰ ਹੈ, ਬਟ ਅਗਰ ਆਪਾਂ ਦੇਖੀਏ ਤਾਂ ਆਪਣੀ ਇੰਡਸਟਰੀ 'ਚ ਬਹੁਤ ਨੇ ਪ੍ਰੀਤ ਕੌਰ, ਹੈ ਨਾ। ਕਿ ਅਗਰ ਆਪਾਂ ਬੋਲਦੇ ਕਿ ਪ੍ਰੀਤ ਨੇ ਗਾਣਾ ਗਾਇਆ ਕਿਸੇ ਵੀ ਸਿੰਗਰ ਨਾਲ, ਹੈ ਨਾ, ਤਾਂ ਪਹਿਲਾਂ ਇਹ ਪੁੱਛਣਗੇ ਕਿ ਕਿਹੜੀ ਪ੍ਰੀਤ, ਹੈ ਨਾ, ਕਿਉਂਕਿ ਬਹੁਤ ਪ੍ਰੀਤ ਨੇ ਇੰਡਸਟਰੀ 'ਚ, ਬਹੁਤ ਨੇ ਪੰਜਾਬ 'ਚ, ਤਾਂ ਕੋਈ ਆਪਾਂ ਕਹਿ ਹੀ ਨਹੀਂ ਸਕਦੇ। ਤਾਂ ਫਿਰ ਮੈਂ ਸੋਚਿਆ ਕਿ ਕੁਝ ਕੈਚ ਜਿਹਾ ਨੇਮ ਹੋਣਾ ਚਾਹੀਦਾ ਨਾ। ਤਾਂ ਮੈਂ ਬੈਠੇ ਬੈਠੇ ਸੋਚਿਆ ਕਿ ਪਹਿਲਾਂ ਮੇਰਾ ਬੈਂਡ ਬਣਾਇਆ ਮੈਂ ਮਸਤਾਨੀ ਲਾਈਵ। ਫਿਰ ਮੈਂ ਸੋਚਿਆ ਕਿ ਆਪਣਾ ਨੇਮ ਵੀ ਚੇਂਜ ਕਰ ਦੀ, ਜਿੱਦਾਂ ਬੈਂਡ ਨੇਮ ਹੈ ਤਾਂ ਫਿਰ ਮੈਂ ਸੋਚਿਆ ਕਿ ਮਸਤਾਨੀ ਕਰਦੀ ਹਾਂ। ਔਰ ਅੱਜ ਮੈਂ ਜਿਹਨੂੰ ਵੀ ਦੱਸਦੀ ਹਾਂ ਤਾਂ ਉਹਨਾਂ ਨੂੰ ਯਾਦ ਰਹਿੰਦਾ ਕਿ ਹਾਂ ਅਸੀਂ ਮਸਤਾਨੀ ਨੂੰ ਮਿਲੇ, ਕਿਉਂਕਿ ਇੱਕ ਡਿਫਰੈਂਟ ਜਿਹਾ ਨੇਮ ਹੋ ਗਿਆ ਜੀ। ਜ਼ਿਆਦਾਤਰ ਜਿਹੜੀਆਂ ਕੁੜੀਆਂ ਕਹਿੰਦੀਆਂ ਹੁੰਦੀਆਂ ਕਿ ਤੋਬਾ ਮੈਂ ਤੇਰੀ ਮਸਤਾਨੀ ਨਹੀਂ ਬਣਨਾ, ਪਰ ਤੁਸੀਂ ਆਪ ਹੀ ਨਾਮ ਰੱਖ ਲਿਆ। ਨਹੀਂ, ਇੱਦਾਂ ਦਾ ਕੋਈ ਇਸ਼ੂ ਨਹੀਂ ਹੈ ਨਾ। ਕਿ ਦੁਨੀਆ ਦਾ ਅਗਰ ਆਪਾਂ ਦੇਖੀਏ ਤਾਂ ਦੁਨੀਆ ਬਹੁਤ ਕੁਝ ਸੋਚਦੀ ਹੈ ਨਾ, ਜੋ ਆਪਣੇ ਦਿਲ ਨੂੰ ਚੰਗਾ ਲੱਗਦਾ ਉਹ ਕਰਨਾ ਚਾਹੀਦਾ, ਹੈ ਨਾ। ਕਈਆਂ ਨੂੰ ਮਤਲਬ ਕਈ ਵਧੀਆ ਮੀਨਿੰਗ ਵੀ ਦੇਖਦੇ ਹੋਣਗੇ ਨਾਮ 'ਚ ਨਾ, ਕਿ ਮਸਤ ਰਹਿਣਾ। ਮੇਰੇ ਅਕੋਰਡਿੰਗ ਤਾਂ ਇਹ ਕਿ ਮਸਤ ਰਹੋ, ਹੈ ਨਾ, ਕੋਈ ਟੈਨਸ਼ਨ ਨਾ ਲਓ, ਮਸਤਾਨੀ ਇੱਦਾਂ ਹੀ ਰੱਖਿਆ। ਔਰ ਕਈ ਅਗਰ ਕਿਸੇ ਨੂੰ ਕੋਈ ਗਾਣਾ ਸੁਣ ਕੇ ਉਹ ਸੋਚੇ ਨਾ, ਉਹ ਤਾਂ ਇੱਕ ਗਾਣਾ ਸੀ, ਹੈ ਨਾ, ਫੀਲਿੰਗ ਸੀ, ਅਲੱਗ-ਅਲੱਗ ਫੀਲਿੰਗਸ ਨੇ ਹਰ ਕਿਸੇ ਦੀ ਨਾ। ਤਾਂ ਜੋ ਆਪਣੇ ਦਿਲ ਨੂੰ ਅੱਛਾ ਲੱਗਦਾ ਉਹ ਕਰਨਾ ਚਾਹੀਦਾ, ਹੈ ਨਾ। ਦੁਨੀਆ ਤਾਂ ਬਹੁਤ ਕੁਝ ਸੋਚਦੀ ਰਹਿੰਦੀ ਹੈ ਨਾ, ਅਗਰ ਆਪਾਂ ਦੇਖੀਏ ਤਾਂ ਨਹੀਂ। ਜਿਵੇਂ ਅੱਜ ਆਪਾਂ ਰੰਜ ਮੂਵੀ ਦੇ ਇੱਥੇ ਇਕੱਠੇ ਹੋਏ ਹਾਂ ਸਾਰਿਆਂ ਨੇ, ਜਿਹੜਾ ਉਸ ਮੂਵੀ ਦਾ ਕਨਸੈਪਟ ਹੈ, ਜਿਵੇਂ ਕਿਹਾ ਗਿਆ ਕਿ ਕੋਈ ਵੀ ਪਿੰਡ ਤੋਂ ਬੰਦਾ ਉੱਠ ਕੇ ਆਪਦੇ ਕਿੱਤੇ ਲਈ, ਆਪਦੇ ਰੁਜ਼ਗਾਰ ਲਈ ਸ਼ਹਿਰ ਜਾਂਦਾ ਹੈਗਾ। ਸ਼ਹਿਰ ਦੇ ਵਿੱਚ ਜਾ ਕੇ ਮੁਸ਼ਕਲਾਂ ਨੂੰ ਕੀ ਸਾਹਮਣੀਆਂ ਕਰਨੀਆਂ ਪੈਂਦੀਆਂ ਹੈਗੀਆਂ। ਤੁਸੀਂ ਜਦੋਂ ਇੱਧਰੋਂ ਸਿਰਸੇ ਵੱਲੋਂ ਜਦੋਂ ਤੁਸੀਂ ਇੱਧਰ ਨੂੰ ਆਏ ਚੰਡੀਗੜ੍ਹ ਨੂੰ, ਤੁਸੀਂ ਪਹਿਲਾਂ ਤੋਂ ਸੋਚ ਰੱਖਿਆ ਸੀ ਮੈਂ ਜਾ ਕੇ ਇੱਥੇ ਬੈਂਡ ਸਟੈਂਡ ਕਰਨਾ? ਨਹੀਂ, ਐਕਚੁਅਲੀ ਪਹਿਲਾਂ ਮੇਰੀ ਸਟੱਡੀ ਹੋਈ ਪੀਯੂ 'ਚ, ਮੈਂ ਮਾਸਟਰਸ ਕੀਤੀ ਹਿਸਟਰੀ 'ਚ। ਦੈਨ ਮਤਲਬ ਮੈਂ ਸਭ ਬੋਲ ਰਹੀ ਸੀ ਕਿ ਜੋਬ ਲਈ ਟਰਾਈ ਕਰਨਾ ਚਾਹੀਦਾ, ਜਿੱਦਾਂ ਕਿ ਟੀਚਿੰਗ ਲਾਈਨ ਨਾਲ BEd ਕੀਤੀ ਹੋਈ, MA ਸਭ ਇੱਦਾਂ ਹੀ ਸੋਚਦੇ ਕਿ ਗਰਲਸ ਨੇ, ਹੈ ਨਾ। ਤਾਂ ਬਟ ਮੇਰਾ ਇੰਟਰਸਟ ਸ਼ੁਰੂ ਤੋਂ ਹੀ ਮਿਊਜ਼ਿਕ 'ਚ ਰਿਹਾ ਹੈ। ਮੈਂ ਸਕੂਲ ਕਾਲਜ ਟਾਈਮ ਤੋਂ ਗਾ ਰਹੀ ਸੀ, ਬਹੁਤ ਪਰਫਾਰਮ ਕੀਤਾ। ਤਾਂ ਹੌਲੀ ਹੌਲੀ ਮਤਲਬ ਇੱਕ ਟਾਈਮ ਮੈਂ ਕਿਸੇ ਦਰਗਾਹ 'ਤੇ ਗਾ ਰਹੀ ਸੀ, ਮੈਂ ਸੂਫੀ ਵੀ ਜਿੱਦਾਂ ਗਾ ਲਈਦਾ। ਤਾਂ ਫਿਰ ਉੱਥੇ ਕੋਈ ਡਰਮਰ ਸੀਗੇ, ਤਾਂ ਉਹਨਾਂ ਨੇ ਮੈਨੂੰ ਬੋਲਿਆ ਕਿ ਮੈਮ ਤੁਸੀਂ, ਨਹੀਂ ਤਾਂ ਮੈਂ ਬੈਂਡ ਲਾਈਨ ਦਾ ਮੈਨੂੰ ਇੰਨਾ ਪਤਾ ਹੀ ਨਹੀਂ ਸੀ, ਹੈ ਨਾ, ਕਿ ਕਲੱਬ ਸ਼ੋਜ਼ ਵੀ ਹੁੰਦੇ ਆ। ਉਹਨਾਂ ਨੇ ਮੈਨੂੰ ਬੋਲਿਆ ਕਿ ਮੈਮ ਤੁਹਾਨੂੰ ਟਰਾਈ ਕਰਨਾ ਚਾਹੀਦਾ, ਤੁਹਾਡੀ ਵੋਕਲ ਦਾ ਜੋ ਟੈਕਸਚਰ ਹੈ, ਤੁਸੀਂ ਬਾਲੀਵੁੱਡ ਬਹੁਤ ਅੱਛਾ ਗਾ ਸਕਦੇ ਹੋ। ਫਿਰ ਮੈਂ ਉਹਨਾਂ ਨਾਲ ਸਟਾਰਟ ਕੀਤਾ, ਅੰਬਾਲਾ ਤੋਂ ਨੂੰ ਸ਼ੈਰੀ ਡਰਮਰ ਨੇ ਜੋ। ਫਿਰ ਮੈਂ ਉਹਨਾਂ ਨਾਲ ਸਟਾਰਟ ਕੀਤਾ, ਹੌਲੀ ਹੌਲੀ ਮਤਲਬ ਕਲੱਬ ਸ਼ੋਅ ਸਟਾਰਟ ਕੀਤੇ। ਤਾਂ ਅੱਜ ਵਾਹਿਗੁਰੂ ਜੀ ਮੇਰੇ ਨਾਲ ਬਹੁਤ ਜ਼ਿਆਦਾ ਕਲੱਬ ਸ਼ੋਜ਼ ਨੇ, ਮਤਲਬ ਚੰਡੀਗੜ੍ਹ ਦੇ ਸਾਰੇ ਕਲੱਬ ਮੈਂ ਕਰ ਚੁੱਕੀ ਹਾਂ। ਸੂਫੀ ਦੀ ਗੱਲ ਹੋ ਰਹੀ ਹੈ ਤੇ ਸੂਫੀ ਰੰਗ ਇੱਕ ਫਿਰ ਥੋੜਾ ਜਿਹਾ ਮਸਤ ਜਿਹਾ ਹੋ ਜਾਏ ਮਸਤਾਨੀ ਦੇ ਨਾਮ। ਹਾਂਜੀ, ਜ਼ਰੂਰ। ਹੋ ਲਾਲ ਮੇਰੀ ਪਤ ਰੱਖਿਓ ਭਲਾ, ਝੂਲੇ ਲਾਲਣ ਸਿੰਦੜੀ ਦਾ ਸੇਵਣ ਦਾਸ ਕੀ ਸ਼ਾਬਾਸ ਕਲੰਦਰ, ਦਮਾਦਮ ਮਸਤ ਕਲੰਦਰ, ਅਲੀ ਦਮ ਦੇ ਅੰਦਰ, ਦਮਾਦਮ ਮਸਤ ਕਲੰਦਰ। ਹੋ ਲਾਲ ਮੇਰੀ, ਹੋ ਲਾਲ ਮੇਰੀ। ਜਦੋਂ ਤੁਸੀਂ ਕਲੱਬ, ਕਿਉਂਕਿ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਜਿਹੜੇ ਸੰਗੀਤ ਨਾਲ ਪਿਆਰ ਕਰਦੇ, ਜਿਹੜੇ ਸੰਗੀਤ ਸਿੱਖਿਆ ਵੀ ਹੋਇਆ ਉਹਨਾਂ ਨੂੰ ਰਾਹ ਨਹੀਂ ਲੱਭਦਾ ਵੀ ਹਾਂ ਯਾਰ ਸਾਡੇ ਗੀਤ ਨਹੀਂ ਆ ਰਹੇ ਹੈਗੇ ਤੇ ਅਸੀਂ ਕਿਵੇਂ ਹੋਰ ਰੋਜ਼ਗਾਰ ਕਿਵੇਂ ਅਸੀਂ ਗਾਇਕੀ ਤੋਂ ਪੈਦਾ ਕਰੀਏ, ਉਹਨਾਂ ਨੂੰ ਕੀ ਦੱਸਣਾ ਚਾਹੋ? ਮੈਂ ਇਹ ਕਹਿਣਾ ਚਾਹੂੰਗੀ ਕਿ ਜਿੱਦਾਂ ਅਗਰ ਆਪਣੇ ਅੰਦਰ ਟੈਲੈਂਟ ਹੈ, ਜੇ ਆਪਾਂ ਥੋੜ੍ਹਾ ਬਹੁਤ ਸਿੱਖਿਆ, ਅਗਰ ਉਹਨਾਂ ਦਾ ਇੱਕ ਟਾਈਮ 'ਤੇ ਕਿ ਟਰੈਕ ਵਗੈਰਾ ਨਹੀਂ ਚੱਲ ਰਿਹਾ, ਤਾਂ ਉਹ ਮਤਲਬ ਅਦਰ ਇਨਕਮ ਸੋਰਸ ਦੇਖੀਏ ਤਾਂ
ਅੱਗੇ ਬੱਚਿਆਂ ਨੂੰ ਹੋਰ ਟ੍ਰੇਨ ਕਰ ਸਕਦੇ ਹੈ ਨਾ। ਤਾਂ ਮੇਰੇ ਅਕੋਰਡਿੰਗ ਮਤਲਬ ਮੈਂ ਵੀ ਜ਼ਿਆਦਾ ਨਹੀਂ ਸਿੱਖਿਆ, ਮਤਲਬ ਸਿੱਖਣਾ ਸਟਾਰਟ ਕਰ ਚੁੱਕੀ ਹਾਂ, 2-3 ਸਾਲ ਹੋ ਗਏ ਤਾਂ ਸਫੀਸ਼ੀਐਂਟ ਹੈ ਨਾ, ਬਟ ਸਿੱਖ ਰਹੇ ਹਾਂ। ਮਿਊਜ਼ਿਕ ਦਾ ਕੁਝ ਹੈ ਨਹੀਂ ਕਿ ਆਪਾਂ ਜਿੰਨਾ ਸਿੱਖਦੇ ਰਹੇ ਹੈ ਨਾ। ਮੈਂ ਡਰਮਸ ਵੀ ਪਲੇ ਕਰਦੀ ਹਾਂ, ਮੈਂ ਡਰਮਸ ਦੀ ਕਲਾਸਿਸ ਲੈ ਰਹੀ ਹਾਂ। ਤਾਂ ਸਾਰੇ ਬੋਲਦੇ ਆ ਕਿ ਤੁਸੀਂ ਸਿੰਗਰ ਹੋ ਨਾ ਕਿ ਡਰਮਰ, ਤਾਂ ਮੈਂ ਸੋਚਿਆ ਕਿ ਟੈਲੈਂਟ ਜਿੰਨੇ ਹੋਣ ਉਨੇ ਘੱਟ। ਫੀਮੇਲ ਡਰਮਰ ਕੋਈ ਹੈ ਨਹੀਂ, ਅਗਰ ਮੇਰੇ ਅੰਦਰ ਟੈਲੈਂਟ ਅਗਰ ਕੁਝ ਹੋਏਗਾ ਤਾਂ ਕੁਝ ਯੂਨੀਕ ਜੀ ਚੀਜ਼ ਹੋਏਗੀ ਤਾਂ ਉਹ ਆਪਾਂ ਨੂੰ ਅੱਗੇ ਕੰਮ ਹੀ ਆਏਗੀ ਹੈ ਨਾ, ਉਹ ਨੁਕਸਾਨ ਕੋਈ ਨਹੀਂ ਉਸ ਚੀਜ਼ ਦਾ। ਤਾਂ ਉਹੀ ਹੈ ਕਿ ਆਪਾਂ ਨੂੰ ਥੋੜ੍ਹਾ ਬਹੁਤ ਸਿੱਖਣਾ, ਸਕਿੱਲ ਸਿੱਖਣੀ ਚਾਹੀਦੀ ਹੈ ਨਾ, ਜੋ ਮਿਊਜ਼ਿਕ ਲਾਈਨ 'ਚ ਹੈ ਕਿ ਮਿਊਜ਼ਿਕ ਜ਼ਰੂਰ ਸਿੱਖ ਕੇ ਆਉਣਾ ਚਾਹੀਦਾ ਆਪਾਂ ਨੂੰ। ਅਗਰ ਇੱਕ ਟਾਈਮ 'ਤੇ ਆਪਣਾ ਟਰੈਕ ਨਹੀਂ ਤਾਂ ਆਪਾਂ ਅੱਗੇ ਟ੍ਰੇਨ ਕਰ ਸਕਦੇ ਹਾਂ ਬੱਚੇ ਨੂੰ ਨਾ, ਇਨਕਮ ਸੋਰਸ ਤਾਂ ਹੋ ਸਕਦਾ ਆਪਣਾ ਅਗਰ ਆਪਾਂ ਸਿੱਖੇ ਹੋਵਾਂਗੇ। ਜੇ ਬੈਂਡ ਬਣਾਉਣਾ ਹੋਵੇ ਕਿਸੇ ਨੇ ਤੇ ਉਹਨੂੰ ਕੀ ਕਰਨੀਆਂ ਚਾਹੀਦੀਆਂ, ਕੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਕੀ ਉਹਨਾਂ ਨੂੰ ਕਰਨੇ ਪੈਣਗੇ, ਮਤਲਬ ਵੀ ਜੇ ਜਿਹੜੇ ਬੰਦਿਆਂ ਨੂੰ ਹੈ ਹੀ ਨਹੀਂ, ਜਿਹੜੇ ਪਿੰਡ, ਜਿਵੇਂ ਆਪਾਂ ਰੰਝ ਦੀ ਮੂਵੀ ਦੀ ਗੱਲ ਆ ਨਾ, ਪਿੰਡ ਤੋਂ ਆ ਰਿਹਾ ਬੰਦਾ, ਉਹਨੂੰ ਨਹੀਂ ਕੁਝ ਵੀ ਪਤਾ ਸ਼ਹਿਰੀ ਕਿਸ ਤਰੀਕੇ ਦਾ ਜਨਜੀਵਨ ਹੈਗਾ, ਕਿਸ ਤਰੀਕੇ ਦੀ ਚੀਜ਼ ਹੈਗੀ ਆ, ਜਾਂ ਜੇ ਆਪਣੇ ਵਾਲੇ ਖੇਤਰ ਦੀ ਗੱਲ ਕਰੀਏ ਤੇ ਇਸ ਖੇਤਰ ਦੇ ਵਿੱਚ ਵੀ ਨਹੀਂ ਪਤਾ ਹੈਗਾ ਕਿ ਉਹਨੇ ਕੀ ਕਰਨਾ ਹੈਗਾ। ਤਾਂ ਉੱਥੇ ਇੱਕ ਕਮਾਈ ਦਾ ਸਾਧਨ ਵੀ ਬੈਂਡ ਬਣ ਸਕਦਾ, ਤੁਹਾਨੂੰ ਆਪਣੇ ਆਪ ਨੂੰ ਮੂਹਰੇ ਲਿਆਉਣ ਦਾ ਸਾਧਨ ਵੀ ਬੈਂਡ ਬਣ ਸਕਦਾ। ਕਰਨਾ ਕੀ ਪਊ ਉਹਦੇ ਲਈ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਸਿੰਗਰ ਟ੍ਰੇਨਡ ਹੋਣਾ ਚਾਹੀਦਾ, ਸਿੰਗਰ ਕੋਲ ਮੈਟਰ ਹੋਣਾ ਚਾਹੀਦਾ। ਕਿ ਹੁੰਦਾ ਨਾ ਕਈ ਵਾਰ ਕਿ ਸੋਚਦੇ ਹਾਂ ਕਿ ਆਪਾਂ ਗਾ ਲੈਂਦੇ ਹਾਂ, ਬਟ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਆਪਾਂ ਗਾਣਾ ਕੀ ਹੈ। ਮੇਨ ਉਹ ਚੀਜ਼ ਹੁੰਦੀ ਕਿ ਆਪਾਂ ਮੈਟਰ ਕੀ ਗਾਉਣਾ। ਹੁਣ ਮੈਟਰ ਕਰਦਾ ਕਿ ਆਪਾਂ ਜਿੱਦਾਂ ਕਲੱਬ ਸ਼ੋਅ 'ਚ ਜਾਂਦੇ ਹਾਂ ਨਾ, ਮੈਨੂੰ ਵੀ ਕਾਫੀ ਵਾਰ ਮੈਸੇਜਸ ਆਉਂਦੇ ਕਿ ਮੈਮ ਤੁਸੀਂ ਕਰਦੇ ਹੋ ਕਿ ਦੱਸੋ ਹੈ ਨਾ ਕਿ ਕਿੱਦਾਂ ਅਸੀਂ ਸਟਾਰਟ ਕਰੀਏ ਹੈ ਨਾ। ਤਾਂ ਉਹਨਾਂ ਨੂੰ ਮੈਂ ਉੱਦਾਂ ਹੀ ਗਾਈਡ ਕਰਦੀ ਹਾਂ ਕਿ ਪਹਿਲਾਂ ਤੁਸੀਂ ਥੋੜ੍ਹਾ ਸਲੋ ਨੰਬਰ ਗਾਓ ਹੈ ਨਾ, ਕਿ ਡਾਂਸਿੰਗ ਨੰਬਰ ਬਾਅਦ 'ਚ, ਔਰ ਕਿੱਦਾਂ ਦਾ ਮੈਟਰ ਚੱਲਦਾ ਹੈ। ਮੈਟਰ ਬਹੁਤ ਜ਼ਰੂਰੀ ਹੈ ਆਪਣੇ ਕੋਲ। ਮੈਟਰ ਤਾਂ ਆਪਾਂ ਕਿਸੇ ਵੀ ਮਿਊਜ਼ੀਸ਼ੀਅਨ ਨਾਲ ਖੜੇ ਹੋ ਕੇ ਗਾ ਸਕਦੇ ਹਾਂ, ਆਪਣੀ ਤਿਆਰੀ ਹੋਣੀ ਚਾਹੀਦੀ ਹੈ। ਇੱਕ ਸਿੰਗਰ ਤਿਆਰ ਹੈ ਤਾਂ ਉਹ ਇੱਦਾਂ ਨਹੀਂ, ਕੋਈ ਮਾਇਨੇ ਨਹੀਂ ਰੱਖਦਾ ਕਿ ਪਿੱਛੇ ਕੌਣ ਮਿਊਜ਼ੀਸ਼ੀਅਨ ਖੜੇ ਹੈ। ਮੇਨ ਉਹਨਾਂ ਨੂੰ ਹੁੰਦਾ ਕਿ ਜਿਨ੍ਹਾਂ ਦੀ ਜੋ ਸੋਚਦੇ ਕਿ ਅਸੀਂ ਬਿਨਾਂ ਤਿਆਰੀ ਤੋਂ ਚੱਲ ਜਾਈਏ ਹੈ ਨਾ। ਆਪਣੇ ਮਿਊਜ਼ੀਸ਼ੀਅਨ ਉਹਨਾਂ ਨਾਲ ਬਾਰ-ਬਾਰ ਪ੍ਰੈਕਟਿਸਾਂ ਕਰਨੀਆਂ ਪੈਂਦੀਆਂ ਨਾ। ਜੈਮਿੰਗ ਬਹੁਤ ਜ਼ਰੂਰੀ ਹੈ, ਬਟ ਖੁਦ ਦੀ ਸੈਲਫ ਪ੍ਰੀਪਰੇਸ਼ਨ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਖੁਦ ਤਿਆਰ ਹੋਣੇ ਚਾਹੀਦੇ ਕਿ ਸਾਨੂੰ ਜਿੱਥੇ ਮਰਜ਼ੀ ਖੜਾ ਕਰ ਦਿਓ ਅਸੀਂ ਗਾ ਲਈਏ। ਤੇ ਨਾਲ ਫਿਰ ਬਾਲੀਵੁੱਡ ਰੰਗ ਦੀ ਗੱਲ ਕਰੀਏ, ਦੂਸਰਾ ਰੰਗ ਵੀ ਅਸੀਂ ਤੁਹਾਡਾ ਦੇਖਣਾ ਚਾਹਾਂਗੇ जी। तुझे चाहा अब से भी ज्यादा, फिर भी ना तुझे पा सके हम, रहे तेरे दिल में मगर तेरी धड़कन तक ना जा सके हम, जुड़ के भी टूटी रहे इश्कां दी डोर वे, इसको सुनाए जाके टूटे दिल का शोर वे, माही वे मोहब्बतां सचियां ने मंगदा नसीबां कुछ होर हो, किस्मत दे मारे हो असी की करिए, हो किस्मत दे मारे असी की करिए, किस्मत दे मारे हो असी की करिए, किस्मत ते किस दा जोर। ਬਹੁਤ ਸੋਹਣੀ ਆਵਾਜ਼ ਹੈ ਮਸਤਾਨੀ ਤੁਹਾਡੀ। ਤੇ ਅਸੀਂ ਇੱਕ ਹੋਰ ਉੜਦੀ ਗੱਲ ਸੁਣੀ ਕਿ ਤੁਹਾਡਾ ਸੋਲੋ ਟਰੈਕ ਵੀ ਆ ਰਿਹਾ ਜਲਦ। ਹਾਂਜੀ ਹਾਂਜੀ, ਬਹੁਤ ਜਲਦ ਆ ਰਿਹਾ ਸੋਲੋ ਟਰੈਕ, ਬਟ ਮੈਂ ਹਲੇ ਰਿਵੀਲ ਨਹੀਂ ਕਰ ਸਕਦੀ ਨਾ। ਉਹਦਾ ਟਾਈਟਲ ਵੀ ਅਸੀਂ ਬਹੁਤ, ਮਤਲਬ ਜਿੱਦਾਂ ਮੇਰਾ ਨੇਮ ਹੈ ਕੈਚੀ, ਉੱਦਾਂ ਦਾ ਅਸੀਂ ਉਹਦਾ ਟਾਈਟਲ ਰੱਖਿਆ ਕਿ ਉੱਦਾਂ ਦਾ ਕੁਛ ਹਲੇ ਆਇਆ ਨਹੀਂ। ਔਰ ਮੈਂ ਇੰਨਾ ਦੱਸ ਸਕਦੀ ਹਾਂ ਕਿ ਜਿੱਦਾਂ ਨੇਹਾ ਕੱਕੜ ਦੇ ਟਰੈਕ ਹੁੰਦੇ ਆ ਨਾ ਕਿ ਡਾਂਸਿੰਗ ਨੰਬਰ, ਉੱਦਾਂ ਦਾ ਟਰੈਕ ਤੁਹਾਨੂੰ ਸੁਣਨ ਨੂੰ ਮਿਲੇਗਾ ਬਹੁਤ ਜਲਦ। ਤੇ ਜਾਂਦੇ ਸਰੋਤਿਆਂ ਨੂੰ ਮੈਸੇਜ ਕੀ ਦੇਣਾ ਚਾਹੋਗੇ? ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਆਪਣੇ ਅੰਦਰ ਜੋ ਇੱਕ ਟੈਲੈਂਟ ਹੁੰਦਾ ਨਾ, ਉਸ ਨੂੰ ਕਦੇ ਦਬਾ ਕੇ ਨਹੀਂ ਰੱਖਣਾ ਚਾਹੀਦਾ, ਔਰ ਆਪਣੇ ਅੰਦਰ ਦੀ ਅੱਗ ਹੁੰਦੀ ਹੈ ਨਾ, ਉਹਨੂੰ ਕਦੇ ਵੀ ਸ਼ਾਂਤ ਨਹੀਂ ਹੋਣ ਦੇਣਾ ਚਾਹੀਦਾ, ਔਰ ਹਮੇਸ਼ਾ ਕੁਛ ਨਾ ਕੁਛ ਸਿੱਖਦੇ ਰਹਿਣਾ ਚਾਹੀਦਾ ਹੈ। ਕਿਉਂਕਿ ਜਿੱਥੇ ਆਪਾਂ ਸੋਚ ਲਿਆ ਕਿ ਅਸੀਂ ਸਭ ਕੁਝ ਸਿੱਖ ਲਿਆ, ਉੱਥੇ ਮਤਲਬ ਸਟਾਪ ਲੱਗ ਜਾਏਗਾ ਹੈ ਨਾ। ਅਗਰ ਸਿੱਖਦੇ ਰਵਾਂਗੇ ਤਾਂ ਕੁਛ ਨਾ ਕੁਛ ਨਵਾਂ ਕਰਨ ਨੂੰ ਮਿਲਦਾ ਰਹੇਗਾ ਹਮੇਸ਼ਾ। ਸੋ ਉਮੀਦ ਕਰਦੇ ਹਾਂ ਜੀ ਮਸਤਾਨੀ ਦੀਆਂ ਗੱਲਾਂ ਤੇ ਮਸਤਾਨੀ ਦੇ ਗੀਤ, ਆਵਾਜ਼ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਤੇ ਇਸ ਇੰਟਰਵਿਊ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਦੇਖਦੇ ਰਹੋ ਜਸਕਾ ਟੀਵੀ।